ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ ਮੈਂ ਹਾਂ ਸੁਮਨਪ੍ਰੀਤ ਕੌਰ। ਜਿਹੜੇ ਵੀ ਸਟੂਡੈਂਟਸ ਫਾਇਰਮੈਨ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ, ਜਿਵੇਂ ਕਿ ਤੁਹਾਨੂੰ ਪਤਾ ਹੈ ਫਾਇਰਮੈਨ ਦਾ ਐਗਜ਼ਾਮ 1 ਅਕਤੂਬਰ ਨੂੰ ਹੋਣ ਜਾ ਰਿਹਾ ਹੈ, ਤਾਂ ਇਸ ਕਰਕੇ ਅਸੀਂ ਤੁਹਾਡੇ ਲਈ ਡੇਲੀ ਰਾਤ ਨੂੰ ਇੱਕ ਮੌਕ ਟੈਸਟ ਤਿਆਰ ਕੀਤਾ ਜਿਹੜਾ ਕਿ ਡੇਲੀ 8 ਵਜੇ ਹੋਵੇਗਾ। ਤੇ ਇਹ ਜਿਹੜੀ ਕਲਾਸ ਆ ਤੁਹਾਨੂੰ ਅਟੈਂਪਟ ਕਰਨ ਦੇ ਅਨੇਕਾਂ ਹੀ ਫਾਇਦੇ ਹੋਣਗੇ, ਕਿਉਂਕਿ ਇੱਕ ਤਾਂ ਇਹ ਫਾਇਦਾ ਹੈ ਕਿ ਇਹ ਆਲ ਸਬਜੈਕਟ ਮੌਕ ਟੈਸਟ ਆ, ਜਿਸ ਦੇ ਵਿੱਚ ਤੁਹਾਨੂੰ ਜੀਕੇ ਦੇ ਪੈਟਰਨ ਵਗੈਰਾ ਪਤਾ ਲੱਗੇਗਾ, ਇੰਪੋਰਟੈਂਟ MCQ ਪਤਾ ਲੱਗਣਗੇ। ਇੰਪੋਰਟੈਂਟ MCQ ਤੁਹਾਨੂੰ ਮਿਲਣਗੇ ਜਿਹੜੇ ਕਿ ਅਲੱਗ-ਅਲੱਗ ਕੰਪੀਟੀਟਿਵ ਐਗਜ਼ਾਮ ਦੇ ਵਿੱਚ PTPLUS ਬੋਰਡ ਵੱਲੋਂ ਪਾਏ ਜਾਂਦੇ ਆ। ਇਸ ਤੋਂ ਇਲਾਵਾ ਮੈਥ ਤੇ ਰੀਜ਼ਨਿੰਗ ਦੇ ਕਨਸੈਪਟ ਤੁਹਾਨੂੰ ਸਿੱਖਣ ਨੂੰ ਮਿਲਣਗੇ, ਕਿਉਂਕਿ ਮੌਕ ਟੈਸਟ ਅਟੈਂਪਟ ਕਰਨ ਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਮੈਥ ਤੇ ਰੀਜ਼ਨਿੰਗ ਦੇ ਵਿੱਚ ਨਵਾਂ ਕੁਝ ਸਿੱਖਣ ਨੂੰ ਮਿਲੇਗਾ, ਉਹ ਵੀ ਇੱਕੋ ਵੀਡੀਓ ਦੇ ਵਿੱਚ ਤੇ ਆਲ ਸਬਜੈਕਟਸ ਦੇ ਵਿੱਚੋਂ, ਆਲ ਟੌਪਿਕ ਦੇ ਵਿੱਚੋਂ। ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ। ਜੇਕਰ ਤੁਸੀਂ ਫਾਇਰਮੈਨ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਇਸ ਵੀਡੀਓ ਨੂੰ ਭੁੱਲ ਕੇ ਵੀ ਨਾ ਛੱਡਿਓ ਤੇ ਜਿੰਨਾ ਹੋ ਸਕੇ ਸ਼ੇਅਰ ਜ਼ਰੂਰ ਕਰ ਦੇਣਾ। ਤਾਂ ਸ਼ੁਰੂ ਕਰਦੇ ਹਾਂ ਜੀ ਅਸੀਂ। ਕੁਐਸਚਨ ਨੰਬਰ 1, ਲੋਧੀ ਵੰਸ਼ ਦੀ ਸਥਾਪਨਾ ਕਿਸ ਨੇ ਕੀਤੀ? ਹਾਂਜੀ, ਲੋਧੀ ਵੰਸ਼ ਦੀ ਸਥਾਪਨਾ ਕੀਤੀ ਸੀ ਬਹਿਲੋਲ ਲੋਧੀ ਨੇ। ਆਪਸ਼ਨ ਨੰਬਰ C ਇਜ਼ ਦਾ ਰਾਈਟ ਆਂਸਰ। ਹਰ ਇੱਕ MCQ ਨੂੰ ਅਟੈਂਪਟ ਕਰਨ ਦੇ ਲਈ ਮੈਂ ਤੁਹਾਨੂੰ 3 ਸੈਕਿੰਡ ਦਾ ਸਮਾਂ ਦਵਾਂਗੀ। ਨੈਕਸਟ ਹੈ, ਲਾਲ ਕਿਲੇ ਦਾ ਨਿਰਮਾਣ ਕਿਸ ਨੇ ਕਰਵਾਇਆ? ਹਾਂਜੀ, ਲਾਲ ਕਿਲੇ ਦਾ ਨਿਰਮਾਣ ਕਿਹਨਾਂ ਨੇ ਕਰਵਾਇਆ? ਲਾਲ ਕਿਲੇ ਦਾ ਨਿਰਮਾਣ ਕਰਵਾਇਆ ਸ਼ਾਹਜਹਾਂ ਨੇ। ਆਪਸ਼ਨ C ਇਜ਼ ਦਾ ਰਾਈਟ ਆਂਸਰ। ਨੈਕਸਟ ਹੈ ਜੀ, ਪਾਣੀਪਤ ਦੀ ਪਹਿਲੀ ਲੜਾਈ ਕਿਸ ਵਿਚਕਾਰ ਲੜੀ ਗਈ? ਹਾਂਜੀ, ਪਾਣੀਪਤ ਦੀ ਪਹਿਲੀ ਲੜਾਈ ਹੋਈ ਸੀ ਬਾਬਰ ਅਤੇ ਇਬਰਾਹਿਮ ਲੋਧੀ ਦੇ ਵਿਚਕਾਰ, ਤੇ ਇਸ ਦੇ ਵਿੱਚ ਬਾਬਰ ਜੇਤੂ ਰਿਹਾ, ਇਬਰਾਹਿਮ ਲੋਧੀ ਮਾਰਿਆ ਗਿਆ ਸੀ। ਤੁਹਾਨੂੰ ਆ ਸਕਦਾ ਕਿ ਕਿਹੜੀ ਲੜਾਈ ਦੇ ਵਿੱਚ ਇਬਰਾਹਿਮ ਲੋਧੀ ਮਾਰਿਆ ਗਿਆ? ਤਾਂ ਪਾਣੀਪਤ ਦੀ ਪਹਿਲੀ ਲੜਾਈ ਦੇ ਵਿੱਚ। ਤੇ ਇਸ ਦੇ ਨਾਲ ਲੋਧੀ ਵੰਸ਼ ਦਾ ਜਿਹੜਾ ਪਤਨ ਹੋ ਗਿਆ ਸੀ, ਖਤਮ ਹੋ ਗਿਆ ਸੀ ਲੋਧੀ ਵੰਸ਼। ਨੈਕਸਟ ਹੈ, ਆਦਿ ਗ੍ਰੰਥ ਦਾ ਸੰਪਾਦਨ ਕਿਸ ਗੁਰੂ ਸਾਹਿਬਾਨ ਨੇ ਕੀਤਾ? ਹਾਂਜੀ, ਆਦਿ ਗ੍ਰੰਥ ਦਾ ਸੰਪਾਦਨ ਗੁਰੂ ਅਰਜਨ ਦੇਵ ਜੀ ਨੇ ਕੀਤਾ। ਆਪਸ਼ਨ ਨੰਬਰ C ਇਜ਼ ਦਾ ਰਾਈਟ ਆਂਸਰ। ਇਸ ਤੋਂ ਇਲਾਵਾ ਇਹ MCQ ਤੁਹਾਨੂੰ ਇਸ ਤਰ੍ਹਾਂ ਆ ਸਕਦਾ ਕਿ ਆਦਿ ਗ੍ਰੰਥ ਨੂੰ ਲਿਖਿਆ ਕਿਹਨਾਂ ਨੇ ਆ? ਤਾਂ ਆਦਿ ਗ੍ਰੰਥ ਨੂੰ ਲਿਖਿਆ ਭਾਈ ਗੁਰਦਾਸ ਜੀ ਨੇ। ਤੇ ਆਦਿ ਗ੍ਰੰਥ ਦੇ ਪਹਿਲੇ ਗ੍ਰੰਥੀ ਕੌਣ ਸੀ? ਬਾਬਾ ਬੁੱਢਾ ਜੀ। ਠੀਕ ਹੈ, ਤੇ ਬਾਬਾ ਬੁੱਢਾ ਜੀ ਪਹਿਲੇ ਕਿੰਨੇ ਗੁਰੂਆਂ ਦੇ ਸਮਕਾਲੀਨ ਸੀ? ਪਹਿਲੇ 6 ਗੁਰੂਆਂ ਦੇ। ਠੀਕ ਹੈ, ਇਹ ਵੀ ਤੁਸੀਂ ਧਿਆਨ 'ਚ ਰੱਖਣਾ। ਨੈਕਸਟ ਹੈ, ਭਾਰਤ ਤੇ ਹਮਲਾ ਕਰਨ ਲਈ ਬਾਬਰ ਨੂੰ ਕਿਸ ਨੇ ਸੱਦਾ ਦਿੱਤਾ? ਹਾਂਜੀ, ਭਾਰਤ ਉੱਪਰ ਹਮਲਾ ਕਰਨ ਦੇ ਲਈ ਬਾਬਰ ਨੇ ਸੱਦਾ ਦਿੱਤਾ ਸੀਗਾ, ਬਾਬਰ ਨੂੰ ਬੁਲਾਇਆ ਸੀਗਾ ਦੌਲਤ ਖਾਂ ਲੋਧੀ ਨੇ, ਮੇਵਾੜ ਦੇ ਰਾਜਾ ਸਾਂਗਾ ਨੇ, ਆਲਮ ਖਾਂ ਲੋਧੀ ਨੇ। ਉਪਰੋਕਤ ਸਾਰੇ ਹੀ ਇਸ ਦਾ ਰਾਈਟ ਆਂਸਰ ਹੈ। ਦੇਖੋ, ਜਦੋਂ ਤੁਹਾਨੂੰ ਨਾ ਐਗਜ਼ਾਮ ਦੇ ਵਿੱਚ ਇਸ ਤਰ੍ਹਾਂ ਦਾ MCQ ਆਉਂਦਾ, ਜੇ ਤਾਂ ਤੁਹਾਨੂੰ ਸ਼ੋਰਟ ਹੀ ਹੈ ਕਿ ਹਾਂ ਇਸ ਦਾ ਆਂਸਰ ਇਹ ਆ, ਠੀਕ ਹੈ, ਤਾਂ ਫਿਰ ਤਾਂ ਤੁਸੀਂ ਮਤਲਬ ਕਿ ਕੋਈ ਵੀ ਲਗਾ ਲਓਗੇ। ਜਿਵੇਂ ਮੈਂ ਮਤਲਬ ਤੁਹਾਨੂੰ ਸ਼ੋਰ ਆ, ਤੁਸੀਂ ਕੀਤਾ ਹੋਇਆ ਇਹ ਪੜ੍ਹਿਆ ਹੋਇਆ ਕਿ ਇਹਦੀ ਆਪਸ਼ਨ ਇਹ ਹੀ ਰਾਈਟ ਆ। ਪਰ ਜੇਕਰ ਤੁਹਾਨੂੰ ਪੇਪਰ ਨਹੀਂ ਆਉਂਦਾ, ਤੁਸੀਂ ਤੁੱਕਾ ਲਗਾਉਣਾ ਹੈ, ਤਾਂ ਉਹਦੇ ਵਿੱਚ ਨਾ ਮੋਸਟਲੀ 95% ਚਾਂਸ ਹੁੰਦੇ ਆ ਜਦੋਂ ਇਦਾਂ ਦੀਆਂ ਆਪਸ਼ਨ ਹੁੰਦੀਆਂ ਕਿ ਇਹੀ ਆਪਸ਼ਨ ਹੈ D। ਠੀਕ ਹੈ, 95% ਚਾਂਸ ਹੁੰਦੇ ਆ ਕਿ ਆਪਸ਼ਨ D ਆ, ਜਾਂ ਉਪਰੋਕਤ ਸਾਰੇ A ਅਤੇ B ਦੋਵੇਂ। ਇਸ ਤਰ੍ਹਾਂ ਦੀਆਂ ਆਪਸ਼ਨ ਜਦੋਂ ਸਾਨੂੰ ਐਗਜ਼ਾਮ ਦੇ ਵਿੱਚ ਮਿਲਣ ਤਾਂ 95% ਚਾਂਸ ਆ ਕਿ ਉਹਦੀ ਆਪਸ਼ਨ ਉਪਰੋਕਤ ਸਾਰੇ ਜਾਂ ਉਪਰੋਕਤ ਦੋਵੇਂ ਹੀ ਆ। ਠੀਕ ਹੈ, ਜਿਹੜੀ ਆਪਸ਼ਨ ਤੁਹਾਨੂੰ D ਦਿੱਤੀ ਹੁੰਦੀ ਆ। ਜਦੋਂ ਵੀ ਅਸੀਂ ਮਤਲਬ ਕਿ ਥੋੜਾ ਸੋਚ ਕੇ ਲਾਉਂਦੇ ਆ, ਤਾਂ ਮੈਂ ਤੁਹਾਨੂੰ ਇਸ ਕਰਕੇ ਦੱਸਿਆ ਵਾ, ਪਰ ਜੇਕਰ ਤੁਹਾਨੂੰ ਸ਼ੋਰ ਆ ਤਾਂ ਫਿਰ ਤਾਂ ਤੁਸੀਂ ਉਹੀ ਲਗਾਓਗੇ ਜੋ ਆਂਸਰ ਤੁਹਾਨੂੰ ਪਤਾ ਵਾ। ਨੈਕਸਟ ਹੈ, ਹਾਂਜੀ, ਜਿੰਦਾ ਪੀਰ ਕਿਹੜਾ ਮੁਗਲ ਬਾਦਸ਼ਾਹ ਅਖਵਾਉਂਦਾ ਸੀ? ਹਾਂਜੀ, ਜਿੰਦਾ ਪੀਰ ਕਿਹਨਾਂ ਨੂੰ ਬੋਲਿਆ ਜਾਂਦਾ? ਜਿੰਦਾ ਪੀਰ ਕਿਹਾ ਜਾਂਦਾ ਵਾ ਜੀ ਔਰੰਗਜ਼ੇਬ ਨੂੰ। ਆਪਸ਼ਨ ਨੰਬਰ A ਇਜ਼ ਦਾ ਰਾਈਟ ਆਂਸਰ। ਨੈਕਸਟ ਹੈ, ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਕਿਹੜੀ ਲੜਾਈ ਦੌਰਾਨ ਕੈਦ ਕੀਤਾ ਗਿਆ? ਹਾਂਜੀ, ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਗੁਰਦਾਸ ਨਗਲ ਦੀ ਲੜਾਈ ਦੇ ਵਿੱਚ 1715 ਈਸਵੀ ਦੇ ਵਿੱਚ ਕੈਦ ਕੀਤਾ ਗਿਆ। ਆਪਸ਼ਨ B ਇਜ਼ ਦਾ ਰਾਈਟ ਆਂਸਰ। ਉਸ ਤੋਂ ਬਾਅਦ 1716 ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੀ। ਠੀਕ ਹੈ, ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ। ਨੈਕਸਟ ਹੈ, ਸਤੀ ਪ੍ਰਥਾ ਦੀ ਨਿੰਦਿਆ ਕਰਨ ਵਾਲਾ ਮੁਗਲ ਸਮਰਾਟ ਕੌਣ ਸੀ? ਹਾਂਜੀ, ਸਤੀ ਪ੍ਰਥਾ ਦੀ ਨਿੰਦਿਆ ਕਰਨ ਵਾਲਾ ਪਹਿਲਾ ਮੁਗਲ ਸਮਰਾਟ ਕਿਹੜਾ ਸੀ ਇਹਨਾਂ ਦੇ ਵਿੱਚੋਂ? ਤਾਂ ਸਤੀ ਪ੍ਰਥਾ ਦੀ ਨਿੰਦਿਆ ਕੀਤੀ ਸੀ ਜੀ ਅਕਬਰ ਨੇ। ਆਪਸ਼ਨ ਨੰਬਰ A ਇਜ਼ ਦਾ ਰਾਈਟ ਆਂਸਰ। ਨੈਕਸਟ ਹੈ, ਜ਼ਿਲ੍ਹਿਆਂਵਾਲੇ ਬਾਗ ਦੇ ਦੁਖਾਂਤ ਲਈ ਕੌਣ ਜ਼ਿੰਮੇਵਾਰ ਸੀ? ਹਾਂਜੀ, ਜ਼ਿਲ੍ਹਿਆਂਵਾਲੇ ਬਾਗ ਦੇ ਦੁਖਾਂਤ ਦੇ ਲਈ ਕੌਣ ਜ਼ਿੰਮੇਵਾਰ ਸੀ? ਜ਼ਿਲ੍ਹਿਆਂਵਾਲਾ ਬਾਗ ਤੁਹਾਨੂੰ ਪਤਾ ਹੈ ਕਾਂਡ ਹੋਇਆ ਸੀ ਜਿਹੜਾ, ਉਸ ਦੇ ਵਿੱਚ ਕੌਣ ਜ਼ਿੰਮੇਵਾਰ ਸੀ? ਜਨਰਲ ਡਾਇਰ। ਆਪਸ਼ਨ ਨੰਬਰ B ਇਜ਼ ਦਾ ਰਾਈਟ ਆਂਸਰ। ਨੈਕਸਟ ਹੈ ਜੀ,
ਬੰਦੇ ਮਾਤਰਮ ਦਾ ਲੇਖਕ ਕੌਣ ਸੀ? ਹਾਂਜੀ, ਇਸ ਦੇ ਵਿੱਚ ਅਸੀਂ ਟੂ ਦਾ ਪੁਆਇੰਟ ਹੀ ਗੱਲ ਕਰਾਂਗੇ, ਕਿਉਂਕਿ ਤੁਹਾਨੂੰ ਪਤਾ ਹੈ ਮੌਕ ਟੈਸਟ ਆ ਜਿਹੜਾ ਕਾਫੀ ਲੈਂਥੀ ਬਣ ਜਾਂਦਾ ਜਦੋਂ ਆਲ ਸਬਜੈਕਟ ਦਾ ਕਵਰ ਕਰਦੇ ਆ। ਤੇ ਇਹ MCQ ਸਾਰੇ ਹੀ ਆਪਾਂ ਕਵਰ ਕੀਤੇ ਹੋਏ ਆ, ਪਹਿਲਾਂ ਡਿਟੇਲ ਦੇ ਵਿੱਚ ਕਰਵਾਏ ਹੋਏ ਆ ਮੈਂ ਤੁਹਾਨੂੰ। ਬੰਦੇ ਮਾਤਰਮ ਦਾ ਲੇਖਕ ਕੌਣ ਸੀ? ਹਾਂਜੀ, ਬੰਦੇ ਮਾਤਰਮ ਦੇ ਲੇਖਕ ਆ ਬੈਂਕਿਮ ਚੰਦਰ ਚੈਟਰਜੀ, ਜਾਂ ਤੁਹਾਨੂੰ ਬੈਂਕਿਮ ਚੰਦਰ ਚੋਟਾਪਿਆ ਤੇ ਆ ਸਕਦਾ। ਠੀਕ ਹੈ, ਆਪਸ਼ਨ ਨੰਬਰ A ਇਜ਼ ਦਾ ਰਾਈਟ ਆਂਸਰ, ਬੈਂਕਿਮ ਚੰਦਰ ਚੋਟਾਪਾਧਿਆਈ। ਨੈਕਸਟ ਹੈ ਭਗਤ ਸਿੰਘ ਤੇ ਸਾਥੀਆਂ ਨੇ ਸਾਂਡਰਸ ਦੀ ਹੱਤਿਆ ਕਦੋਂ ਕੀਤੀ? ਹਾਂਜੀ, ਭਗਤ ਸਿੰਘ ਅਤੇ ਉਸਦੇ ਸਾਥੀਆਂ ਨੇ ਸਾਂਡਰਸ ਦੀ ਹੱਤਿਆ ਕੀਤੀ ਸੀ। ਠੀਕ ਹੈ, ਉਹਨਾਂ ਨੇ ਲਾਲਾ ਲਾਜਪਤ ਰਾਏ ਜੀ ਦੀ ਮੌਤ ਦਾ ਬਦਲਾ ਲਿਆ ਸੀ। ਤੇ ਇਹ ਕਦੋਂ ਹੋਇਆ ਸੀਗਾ ਹੱਤਿਆਕਾਂਡ ਆ ਜਿਹੜਾ? 17 ਦਸੰਬਰ 1928 ਨੂੰ। ਆਪਸ਼ਨ ਨੰਬਰ A ਇਜ਼ ਦਾ ਰਾਈਟ ਆਂਸਰ। ਨੈਕਸਟ ਹੈ ਰੌਲੇਟ ਐਕਟ ਲਿਆਉਣ ਦਾ ਕੀ ਮਕਸਦ ਸੀ? ਹਾਂਜੀ, ਰੌਲੇਟ ਐਕਟ ਲਿਆਉਣ ਦਾ ਮਕਸਦ ਸੀਗਾ ਰਾਸ਼ਟਰੀ ਅਤੇ ਕ੍ਰਾਂਤੀਕਾਰੀ ਗਤੀਵਿਧੀਆਂ ਤੇ ਰੋਕ ਲਗਾਉਣਾ। ਰਾਸ਼ਟਰੀ ਅਤੇ ਕ੍ਰਾਂਤੀਕਾਰੀ ਗਤੀਵਿਧੀਆਂ ਤੇ ਰੋਕ ਲਗਾਉਣਾ ਰੌਲੇਟ ਐਕਟ ਲਿਆਉਣ ਦਾ ਜਿਹੜਾ ਇਹ ਮਕਸਦ ਸੀਗਾ। ਆਪਸ਼ਨ B ਇਜ਼ ਦਾ ਰਾਈਟ ਆਂਸਰ। ਦੇਖੋ ਰੌਲੇਟ ਐਕਟ ਕਿਉਂ ਲਿਆਂਦਾ ਗਿਆ ਸੀ? ਇਹਨੂੰ ਬਲੈਕ ਐਕਟ ਵੀ ਬੋਲ ਦਿੱਤਾ ਜਾਂਦਾ। ਹਾਂਜੀ, ਜਦੋਂ ਵੀ ਅੰਗਰੇਜ਼ ਕੋਈ ਨੀਤੀ ਭਾਰਤ ਦੇ ਵਿੱਚ ਸ਼ੁਰੂ ਕਰਦੇ ਸੀਗੇ ਤਾਂ ਨੀਤੀ ਸ਼ੁਰੂ ਕਰਨ ਦੇ ਲਈ ਅੰਦੋਲਨ ਹੋ ਜਾਂਦੇ ਸੀ, ਤਾਂ ਉਹ ਅੰਦੋਲਨਾਂ ਨੂੰ ਰੋਕਣ ਦੇ ਲਈ ਇਹਨਾਂ ਨੇ ਰੌਲੇਟ ਐਕਟ ਸ਼ੁਰੂ ਕੀਤਾ। ਠੀਕ ਹੈ, ਰੌਲੇਟ ਐਕਟ ਸ਼ੁਰੂ ਕਰਨ ਦਾ ਮਤਲਬ ਸੀਗਾ ਕਿ ਬਿਨਾਂ ਕਿਸੇ ਦੀ ਗਲਤੀ ਤੋਂ, ਬਿਨਾਂ ਕਿਸੇ ਕਾਗਜ਼ੀ ਕਾਰਵਾਈ ਤੋਂ ਹਰੇਕ ਇਨਸਾਨ ਨੂੰ ਚੱਕ ਕੇ ਅੰਦਰ ਸਿੱਟ ਦੇਣਾ ਜੇਲ੍ਹ ਦੇ ਵਿੱਚ, ਜਿਹੜਾ ਵੀ ਕੋਈ ਅੰਦੋਲਨ ਕਰਦਾ ਸੀ। ਠੀਕ ਹੈ, ਨੈਕਸਟ ਹੈ ਜ਼ਿਲ੍ਹਿਆਂਵਾਲਾ ਬਾਗ ਹੱਤਿਆਕਾਂਡ ਦੀ ਜਾਂਚ ਦੇ ਲਈ ਬਣਾਈ ਗਈ ਕਮੇਟੀ ਦਾ ਨਾਮ ਦੱਸੋ? ਹਾਂਜੀ, ਜ਼ਿਲ੍ਹਿਆਂਵਾਲਾ ਬਾਗ ਹੱਤਿਆਕਾਂਡ ਦੀ ਜਾਂਚ ਦੇ ਲਈ ਇੱਕ ਕਮੇਟੀ ਬਣਾਈ ਗਈ ਸੀ ਜਿਸ ਦਾ ਨਾਮ ਸੀਗਾ ਹੰਟਰ ਕਮਿਸ਼ਨ। ਆਪਸ਼ਨ B ਇਜ਼ ਦਾ ਰਾਈਟ ਆਂਸਰ। ਨੈਕਸਟ ਹੈ ਕਰੋ ਜਾਂ ਮਰੋ ਦਾ ਨਾਰਾ ਕਿਸ ਨੇ ਦਿੱਤਾ? ਹਾਂਜੀ, ਕਰੋ ਜਾਂ ਮਰੋ, ਕਰੋ ਜਾਂ ਮਰੋ ਦਾ ਨਾਰਾ ਦਿੱਤਾ ਸੀਗਾ ਮਹਾਤਮਾ ਗਾਂਧੀ ਜੀ ਨੇ। ਆਪਸ਼ਨ D ਇਜ਼ ਦਾ ਰਾਈਟ ਆਂਸਰ। ਨੈਕਸਟ ਹੈ ਭਾਰਤ ਛੱਡੋ ਅੰਦੋਲਨ ਕਿਸ ਦੀ ਪ੍ਰਤੀਕਿਰਿਆ ਵਿੱਚ ਹੋਇਆ? ਹਾਂਜੀ, ਭਾਰਤ ਛੱਡੋ ਅੰਦੋਲਨ ਸ਼ੁਰੂ ਕੀਤਾ ਗਿਆ ਸੀ ਜਿਹੜਾ ਕਿਸ ਦੀ ਪ੍ਰਕਿਰਿਆ ਦੇ ਵਿੱਚ ਸ਼ੁਰੂ ਹੋਇਆ ਸੀਗਾ? ਕ੍ਰਿਪਸ ਪ੍ਰਸਤਾਵ ਦੀ। ਆਪਸ਼ਨ B ਇਜ਼ ਦਾ ਰਾਈਟ ਆਂਸਰ। ਠੀਕ ਹੈ, ਇਹ ਆਪਸ਼ਨ B ਇਜ਼ ਦਾ ਰਾਈਟ ਆਂਸਰ ਹੈ। ਨੈਕਸਟ ਹੈ ਰਾਧਾ ਸੁਆਮੀ ਮੱਤ ਦੇ ਸੰਸਥਾਪਕ ਕੌਣ ਸੀ? ਹਾਂਜੀ, ਤੁਹਾਨੂੰ ਪਤਾ ਜਿਵੇਂ ਨਿਰੰਕਾਰੀ ਮੱਤ ਚੱਲਿਆ ਸੀਗਾ, ਲਹਿਰਾਂ ਚੱਲੀਆਂ ਸੀਗੀਆਂ ਤੇ ਰਾਧਾ ਸੁਆਮੀ ਲਹਿਰ ਵੀ ਚੱਲੀ ਸੀਗੀ। ਠੀਕ ਹੈ, ਇਸ ਦੇ ਸੰਸਥਾਪਕ ਕੌਣ ਸੀ? ਤਾਂ ਇਸ ਦੇ ਸੰਸਥਾਪਕ ਸੀਗੇ ਲਾਲਾ ਸ਼ਿਵ ਦਿਆਲ। ਆਪਸ਼ਨ C ਇਜ਼ ਦਾ ਰਾਈਟ ਆਂਸਰ। ਨੈਕਸਟ ਹੈ ਸੰਸਾਰ ਦੀ ਸਭ ਤੋਂ ਵੱਡੀ ਪ੍ਰਾਚੀਨ ਸੱਭਿਅਤਾ ਕਿਹੜੀ ਹੈ? ਹਾਂਜੀ, ਪੰਜਾਬ ਦੀ ਸਭ ਤੋਂ ਵੱਡੀ ਪ੍ਰਾਚੀਨ ਸੱਭਿਅਤਾ ਹੈ ਸਿੰਧ ਘਾਟੀ ਦੀ ਸੱਭਿਅਤਾ। ਇਸ ਨੂੰ ਹੜੱਪਾ ਸੱਭਿਅਤਾ ਵੀ ਬੋਲ ਦਿੱਤਾ ਜਾਂਦਾ ਕਿਉਂਕਿ ਸਭ ਤੋਂ ਪਹਿਲਾਂ ਖੁਦਾਈ ਹੜੱਪਾ ਦੀ ਹੋਈ ਸੀ ਇਸ ਦੇ ਵਿੱਚੋਂ। ਠੀਕ ਹੈ, ਮੇਨਲੀ ਜੋ ਹੜੱਪਾ ਵਾ ਤੇ ਇਸ ਨੂੰ ਇਸ ਕਰਕੇ ਹੜੱਪਾ ਸੱਭਿਅਤਾ ਵੀ ਬੋਲ ਦਿੱਤਾ ਜਾਂਦਾ। ਤੁਹਾਨੂੰ ਆ ਸਕਦਾ ਹੜੱਪਾ ਸੱਭਿਅਤਾ ਨੂੰ ਹੋਰ ਕੀ ਨਾਮ ਨਾਲ ਜਾਣਿਆ ਜਾਂਦਾ? ਸਿੰਧ ਘਾਟੀ ਦੀ ਸੱਭਿਅਤਾ। ਨੈਕਸਟ ਹੈ ਮਲਿਕ ਭਾਗੋ ਤੇ ਭਾਈ ਲਾਲੋ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਕਿੱਥੇ ਹੋਈ? ਹਾਂਜੀ, ਮਲਿਕ ਭਾਗੋ ਅਤੇ ਭਾਈ ਲਾਲੋ ਦੇ ਨਾਂ ਬਾਰੇ ਤੁਸੀਂ ਸੁਣਿਆ ਹੋਣਾ। ਇਹਨਾਂ ਨੇ ਆਪਣੇ ਘਰ ਗੁਰੂ ਜੀ ਨੂੰ ਰੋਟੀ ਦੇ ਮਤਲਬ ਖਾਣੇ ਤੇ ਬੁਲਾਇਆ ਸੀਗਾ। ਠੀਕ ਹੈ, ਮਲਿਕ ਭਾਗੋ ਅਤੇ ਭਾਈ ਲਾਲੋ ਨੇ ਤੇ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਆ ਜਿਹੜੀ ਇਹਨਾਂ ਨਾਲ ਪਹਿਲੀ ਉਦਾਸੀ ਦੇ ਦੌਰਾਨ ਹੋਈ ਸੀ। ਕਿੱਥੇ ਹੋਈ ਸੀਗੀ ਇਹ ਉਹਨਾਂ ਨੇ ਪੁੱਛਿਆ, ਤਾਂ ਇਹ ਮੁਲਾਕਾਤ ਹੋਈ ਸੀ ਜੀ ਸ਼ਿਆਦਪੁਰ। ਆਪਸ਼ਨ ਨੰਬਰ C ਇਜ਼ ਦਾ ਰਾਈਟ ਆਂਸਰ। ਸ਼ੈਦਪੁਰ ਬੋਲ ਦਿੰਦੇ ਆ ਜਾਂ ਸ਼ਿਆਦਪੁਰ ਬੋਲ ਦਿੰਦੇ ਆ। ਠੀਕ ਹੈ, ਸ਼ੈਦਪੁਰ। ਨੈਕਸਟ ਹੈ ਸਤੀਆਂ ਇਹ ਨਾ ਆਖੀਏ ਜੋ ਮੜੀਆਂ ਲਗ ਜਲਨ, ਨਾਨਕ ਸਤੀਆਂ ਜਾਣੀਆਂ ਜੋ ਬਿਰਹੈ ਚੋਟ ਮਰਨ। ਬਹੁਤ ਸਾਰੇ ਸਟੂਡੈਂਟਸ ਇੱਥੇ ਨਾਨਕ ਨਾਮ ਦੇਖ ਕੇ ਗੁਰੂ ਨਾਨਕ ਦੇਵ ਜੀ ਦੀ ਹੀ ਆਪਸ਼ਨ ਲਗਾਉਂਦੇ ਨੇ। ਹਾਂਜੀ, ਸਤੀਆਂ ਇਹ ਨਾ ਆਖੀਏ, ਸਤੀਆਂ ਉਹਨਾਂ ਨੂੰ ਨਹੀਂ ਕਿਹਾ ਜਾਂਦਾ ਜੋ ਮੜੀਆਂ ਦੇ ਵਿੱਚ ਜਲ ਜਾਂਦੀਆਂ ਨੇ, ਬਲਕਿ ਸਤੀਆਂ ਉਹਨਾਂ ਨੂੰ ਕਿਹਾ ਜਾਂਦਾ ਜੋ ਬਿਰਹੇ ਦੀ ਚੋਟ ਵਿੱਚ ਜਾਣੀ ਕਿ ਵਿਛੋੜੇ ਦੀ ਚੋਟ ਦੇ ਵਿੱਚ ਮਰ ਜਾਂਦੀਆਂ। ਠੀਕ ਹੈ, ਤਾਂ ਇਹ ਬੋਲਿਆ ਸੀਗਾ ਗੁਰੂ ਅਮਰਦਾਸ ਜੀ ਨੇ। ਆਪਸ਼ਨ B ਇਜ਼ ਦਾ ਰਾਈਟ ਆਂਸਰ। ਨੈਕਸਟ ਹੈ ਅੰਮ੍ਰਿਤਸਰ ਨਾਮਕ ਸਰੋਵਰ ਦੀ ਖੁਦਾਈ ਦਾ ਕੰਮ ਕਿਸ ਵਿਅਕਤੀ ਦੀ ਦੇਖ ਰੇਖ ਹੇਠਾਂ ਹੋਇਆ? ਹਾਂਜੀ, ਅੰਮ੍ਰਿਤਸਰ ਨਾਮਕ ਸਰੋਵਰ ਆ ਜਿਹੜਾ, ਜਿਵੇਂ ਕਿ ਤੁਹਾਨੂੰ ਪਤਾ ਅੰਮ੍ਰਿਤਸਰ ਦੇ ਵਿੱਚ 3 ਸਰੋਵਰ ਮੇਨ ਮੰਨੇ ਜਾਂਦੇ ਆ, ਅੰਮ੍ਰਿਤਸਰ, ਰਾਮਸਰ ਤੇ ਸੰਤੋਖਸਰ, ਤੇ ਇਹਨਾਂ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ। ਅੰਮ੍ਰਿਤਸਰ ਨਾਮਕ ਸਰੋਵਰ ਦੀ ਖੁਦਾਈ ਦਾ ਕੰਮ ਬਾਬਾ ਬੁੱਢਾ ਜੀ ਦੀ ਦੇਖ ਰੇਖ ਹੇਠਾਂ ਹੋਇਆ ਸੀ। ਆਪਸ਼ਨ ਨੰਬਰ B ਇਜ਼ ਦਾ ਰਾਈਟ ਆਂਸਰ।
ਨੈਕਸਟ ਹੈ ਅਕਾਲ ਤਖਤ ਕਿਸ ਦਾ ਪ੍ਰਤੀਕ ਸੀ। ਹਾਂਜੀ, ਅਕਾਲ ਤਖਤ ਬਾਰੇ ਤੁਸੀਂ ਸੁਣਿਆ ਹੋਣਾ, ਜਿਸ ਦੀ ਸਥਾਪਨਾ ਜਾਂ ਜਿਸ ਦਾ ਨਿਰਮਾਣ ਗੁਰੂ ਹਰਗੋਬਿੰਦ ਜੀ ਜਾਣੀ ਕਿ 6ਵੇਂ ਪਾਤਸ਼ਾਹ ਨੇ ਕਰਵਾਇਆ ਸੀ। ਤਾਂ ਆਪਸ਼ਨ ਨੰਬਰ ਏ ਇੱਥੇ ਰਾਈਟ ਆਨਸਰ ਹੈ ਕਿ ਮੀਰੀ ਅਤੇ ਪੀਰੀ ਦੀ ਭਾਵਨਾ ਦਾ ਪ੍ਰਤੀਕ ਆ ਅਕਾਲ ਤਖਤ। ਆਪਸ਼ਨ ਬੀ ਏ ਇਸ ਦਾ ਰਾਈਟ ਆਨਸਰ ਹੈ। ਤੇ ਇਸ ਦੀਆਂ ਪਹਿਲੀਆਂ 2 ਮੰਜ਼ਿਲਾਂ ਦਾ ਨਿਰਮਾਣ ਗੁਰੂ ਹਰਗੋਬਿੰਦ ਜੀ ਨੇ ਕਰਵਾਇਆ, ਜਿਹੜੀਆਂ ਬਾਅਦ 'ਚ 3 ਬਣਾਈਆਂ ਗਈਆਂ, 5 ਮੰਜ਼ਿਲਾਂ ਟੋਟਲ, ਠੀਕ ਹੈ, ਉਹ ਮਹਾਰਾਜਾ ਰਣਜੀਤ ਸਿੰਘ ਜੀ ਨੇ ਬਣਵਾਈਆਂ ਸੀ। ਨੈਕਸਟ ਹੈ ਅੱਜ ਕੱਲ੍ਹ ਮਾਖੋਵਾਲ ਨਾਮਕ ਸਥਾਨ ਕਿਹੜੇ ਨਾਂ ਨਾਲ ਜਾਣਿਆ ਜਾਂਦਾ ਹੈ। ਹਾਂਜੀ, ਮਾਖੋਵਾਲ ਗੁਰੂ ਤੇਗ ਬਹਾਦਰ ਜੀ ਨੇ ਨਾ ਇੱਕ ਜ਼ਮੀਨ ਲਈ ਸੀਗੀ ਰਹਿਣ ਦੇ ਲਈ, ਆਪਣਾ ਘਰ ਬਣਾਉਣ ਦੇ ਲਈ। ਮਾਖੋਵਾਲ ਦੇ ਰਾਜੇ ਤੋਂ ਲਈ ਸੀਗੀ ਉਹ ਜ਼ਮੀਨ, ਤੇ ਇਸ ਕਰਕੇ ਉਸ ਨੂੰ ਪਹਿਲਾਂ ਮਾਖੋਵਾਲ ਬੋਲਿਆ ਜਾਂਦਾ ਸੀ, ਠੀਕ ਹੈ। ਤੇ ਉਸ ਤੋਂ ਬਾਅਦ ਗੁਰੂ ਜੀ ਨੇ ਜਦੋਂ ਅਨੰਦਪੁਰ ਸਾਹਿਬ ਦਾ ਜਾਣੀ ਕਿ ਕਹਿ ਸਕਦੇ ਆ ਸ਼ਹਿਰ ਬਣਾਤਾ ਸੀ, ਉੱਥੇ ਇੱਕ ਸਥਾਨ ਬਸਾਤਾ ਸੀ, ਤਾਂ ਉਹਦਾ ਨਾਮ ਆ ਜਿਹੜਾ ਆਪਦੀ ਮਾਤਾ ਦੇ ਨਾਮ ਤੇ ਰੱਖ ਦਿੱਤਾ, ਚੱਕ ਨਾਨਕੀ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਹੁਣ ਅੱਜ ਕੱਲ੍ਹ ਕਿਹੜੇ ਨਾਮ ਨਾਲ ਜਾਣਿਆ ਜਾਂਦਾ, ਸ਼੍ਰੀ ਅਨੰਦਪੁਰ ਸਾਹਿਬ ਨਾਲ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ ਜੀ ਭੰਗਾਣੀ ਦੀ ਲੜਾਈ ਕਿਹੜੀਆਂ 2 ਸ਼ਕਤੀਆਂ ਵਿਚਕਾਰ ਲੜੀ ਗਈ। ਹਾਂਜੀ, ਭੰਗਾਣੀ ਦੀ ਲੜਾਈ 1688 ਈਸਵੀ ਦੇ ਵਿੱਚ ਹੋਈ ਸੀ, ਤੇ 1688 ਈਸਵੀ ਦੇ ਵਿੱਚ ਭੰਗਾਣੀ ਦੀ ਲੜਾਈ ਸਿੱਖਾਂ ਅਤੇ ਹਿੰਦੂਆਂ ਰਾਜਿਆਂ ਦੇ ਵਿਚਕਾਰ ਹੋਈ ਸੀ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਇਸ ਲੜਾਈ ਦਾ ਨਤੀਜਾ ਕੀ ਨਿਕਲਿਆ ਸੀ ਕਿ ਜਿਹੜੇ ਫਿਰ ਹਿੰਦੂ ਰਾਜੇ ਸੀ ਉਹਨਾਂ ਨੇ ਗੁਰੂ ਜੀ ਦਾ ਸਾਥ ਦਿੱਤਾ ਸੀਗਾ ਅਗਲੇ ਯੁੱਧ ਦੇ ਲਈ, ਠੀਕ ਹੈ। ਨੈਕਸਟ ਹੈ ਨਾਮਧਾਰੀ ਅੰਦੋਲਨ ਦਾ ਮੋਢੀ ਸੰਸਥਾਪਕ ਕੌਣ ਸੀ। ਹਾਂਜੀ, ਨਾਮਧਾਰੀ ਅੰਦੋਲਨ ਦੇ ਸੰਸਥਾਪਕ ਕੌਣ ਮੰਨੇ ਜਾਂਦੇ ਆ, ਮੋਢੀ ਸੰਸਥਾਪਕ, ਤਾਂ ਇਹ ਹੈ ਜੀ ਬਾਬਾ ਬਾਲਕ ਸਿੰਘ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ ਪੰਜਾਬ ਦੀ ਵੰਡ 1947 ਈਸਵੀ ਦੀ ਕਿਹੜੀ ਯੋਜਨਾ ਅਧੀਨ ਹੋਈ। ਹਾਂਜੀ, ਪੰਜਾਬ ਦੀ ਵੰਡ 1947 ਦੇ ਵਿੱਚ ਹੋਈ ਸੀ ਜਿਹੜੀ, ਉਹ ਕਿਹੜੀ ਯੋਜਨਾ ਦੇ ਅਧੀਨ ਹੋਈ ਸੀ, ਤਾਂ ਇਹ ਯੋਜਨਾ ਦਾ ਨਾਮ ਸੀ ਮਾਊਂਟ ਬੈਟਨ ਯੋਜਨਾ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ ਦਿੱਲੀ ਕਦੋਂ ਭਾਰਤ ਦੀ ਰਾਜਧਾਨੀ ਬਣੀ। ਹਾਂਜੀ, ਦਿੱਲੀ ਭਾਰਤ ਦੀ ਰਾਜਧਾਨੀ, ਦਿੱਲੀ ਤੋਂ ਪਹਿਲਾਂ ਭਾਰਤ ਦੀ ਰਾਜਧਾਨੀ ਕੋਲਕਾਤਾ ਸੀ। 1911 ਦੇ ਵਿੱਚ ਇਹ ਘੋਸ਼ਣਾ ਹੋ ਗਈ ਸੀ ਕਿ ਦਿੱਲੀ ਭਾਰਤ ਦੀ ਰਾਜਧਾਨੀ ਬਣਾਈ ਜਾਵੇਗੀ, ਪਰ ਉਸ ਤੋਂ ਬਾਅਦ 1927 ਦੇ ਵਿੱਚ ਦਿੱਲੀ ਨੂੰ ਨਵੀਂ ਦਿੱਲੀ ਦਾ ਨਾਮ ਦਿੱਤਾ ਗਿਆ। ਫਾਈਨਲੀ 13 ਫਰਵਰੀ 1931 ਨੂੰ ਦਿੱਲੀ ਭਾਰਤ ਦੀ ਕੈਪੀਟਲ ਬਣੀ ਸੀ। ਬਾਕੀ ਕੁਝ ਆਨਸਰ ਆਪਸ਼ਨ ਤੇ ਵੀ ਡਿਪੈਂਡ ਕਰਦੇ ਆ। ਹੁਣ ਇੱਥੇ ਆਪਾਂ ਘੋਸ਼ਣਾ ਵਾਲੀ ਆਪਸ਼ਨ ਹੀ ਲਗਾ ਦੇਵਾਂਗੇ 1911, ਕਿਉਂਕਿ ਐਗਜ਼ਾਮ ਦੇ ਵਿੱਚ ਇਦਾਂ ਹੀ ਆਇਆ, ਠੀਕ ਹੈ। ਤਾਂ ਆਪਸ਼ਨ ਬੀ ਹੀ ਰਾਈਟ ਬਣੂਗੀ ਕਿ 1911। ਨੈਕਸਟ ਹੈ ਭਾਰਤ ਵਿੱਚ ਕਿਸੇ ਵਿਅਕਤੀ ਦੀ ਨਾਗਰਿਕਤਾ ਕਦੋਂ ਖਤਮ ਨਹੀਂ ਕੀਤੀ ਜਾ ਸਕਦੀ। ਹਾਂਜੀ, ਭਾਰਤ ਦੇ ਵਿੱਚ ਕਿਸੇ ਵਿਅਕਤੀ ਦੀ ਨਾਗਰਿਕਤਾ ਵਾ ਜਿਹੜੀ ਉਹ ਜੰਗ ਦੇ ਸਮੇਂ ਖਤਮ ਨਹੀਂ ਕੀਤੀ ਜਾ ਸਕਦੀ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ ਭਾਰਤੀ ਨਾਗਰਿਕਾਂ ਨੂੰ ਮੌਲਿਕ ਅਧਿਕਾਰ ਮੁਹੱਈਆ ਕਰਨਾ। ਹਾਂਜੀ, ਭਾਰਤੀ ਲੋਕਾਂ ਨੂੰ ਮੌਲਿਕ ਅਧਿਕਾਰ ਮੁਹੱਈਆ ਕਰਵਾਉਣਾ ਨਿਆਂ ਸੰਗਤ ਹੈ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ ਭਾਰਤ ਦਾ ਰਾਸ਼ਟਰਪਤੀ ਸਿਰਫ ਡੈਸ਼ ਦੀ ਲਿਖਤ ਸਿਫਾਰਸ਼ ਤੇ ਰਾਸ਼ਟਰੀ ਐਮਰਜੈਂਸੀ ਦੀ ਘੋਸ਼ਣਾ ਕਰ ਸਕਦਾ ਹੈ। ਹਾਂਜੀ, ਭਾਰਤ ਦਾ ਰਾਸ਼ਟਰਪਤੀ ਕੇਂਦਰੀ ਮੰਤਰੀ ਮੰਡਲ ਦੀ ਲਿਖਤ ਸਿਫਾਰਸ਼ ਤੇ ਹੀ ਰਾਸ਼ਟਰੀ ਐਮਰਜੈਂਸੀ ਦੀ ਘੋਸ਼ਣਾ ਕਰ ਸਕਦਾ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ ਭਾਰਤ ਦੀ ਪਹਿਲੀ ਔਰਤ ਰਾਸ਼ਟਰਪਤੀ ਕੌਣ ਸੀ। ਭਾਰਤ ਦੀ ਪਹਿਲੀ ਔਰਤ ਰਾਸ਼ਟਰਪਤੀ ਸੀ ਜੀ ਪ੍ਰਤਿਭਾ ਪਾਟਿਲ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ ਉਹ ਰਾਜ, ਹਾਂਜੀ ਉਹ ਰਾਜ ਜਿੱਥੇ ਵਿਧਾਨ ਪਾਲਿਕਾ ਦਾ ਸਿਰਫ ਇੱਕ ਸਦਨ ਹੈ ਉਹ ਹੇਠਲਾ ਸਦਨ। ਤਾਂ ਤੁਹਾਨੂੰ ਪਤਾ ਹੈ ਕਿ ਵਿਧਾਨ ਪਾਲਿਕਾ ਨੂੰ ਪੰਜਾਬ ਦੇ ਵਿੱਚ ਪਹਿਲਾਂ 2 ਸਦਨ ਸੀਗੇ, ਵਿਧਾਨ ਸਭਾ ਅਤੇ ਵਿਧਾਨ ਪਰਿਸ਼ਦ, ਬਾਅਦ ਵਿੱਚ ਵਿਧਾਨ ਪਰਿਸ਼ਦ ਨੂੰ ਖਤਮ ਕੀਤਾ ਗਿਆ। ਤਾਂ ਆਪਸ਼ਨ ਏ ਇੱਥੇ ਰਾਈਟ ਆਨਸਰ ਹੈ ਕਿ ਪੰਜਾਬ ਦੇ ਵਿੱਚ ਵਿਧਾਨ ਸਭਾ ਦਾ ਇੱਕ ਸਦਨ ਆ, ਠੀਕ ਹੈ, ਇੱਕ ਸਦਨੀ ਵਿਧਾਨ ਸਭਾ ਵਾ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਇੱਥੇ ਇਹ ਲਿਖਿਆ ਵਾ ਕਿ ਉਹ ਇਹਨਾਂ ਆਪਸ਼ਨ ਦੇ ਵਿੱਚੋਂ ਕੁਝ ਆਨਸਰ ਆਪਸ਼ਨ ਤੇ ਵੀ ਡਿਪੈਂਡ ਹੁੰਦੇ ਆ, ਠੀਕ ਹੈ। ਬਹੁਤ ਸਾਰੇ ਸਟੂਡੈਂਟਸ ਆਪਣਾ ਰਿਵਿਊ ਦਿੰਦੇ ਨੇ, ਚਲੋ ਵਧੀਆ ਲੱਗਦਾ ਵਾ ਕਿ ਉਹਨਾਂ ਨੂੰ ਕੁਛ ਨਾ ਕੁਛ ਪਤਾ ਵਾ, ਪਰ ਕੁਝ ਆਨਸਰ ਆ ਜਿਹੜੇ ਆਪਸ਼ਨ ਤੇ ਵੀ ਡਿਪੈਂਡ ਹੁੰਦੇ ਆ। ਜਿਵੇਂ ਉਹਨਾਂ ਨੇ 4 ਆਪਸ਼ਨਾਂ ਦਿੱਤੀਆਂ, ਉਹਨਾਂ ਨੇ ਇਹ ਪੁੱਛਿਆ ਕਿ ਇਹਨਾਂ ਦੇ ਵਿੱਚੋਂ, ਠੀਕ ਹੈ। ਤਾਂ ਆਪਸ਼ਨ ਏ ਇੱਥੇ ਰਾਈਟ ਆਨਸਰ ਹੈ। ਨੈਕਸਟ ਹੈ ਜ਼ਿਲ੍ਹਾ ਪ੍ਰੀਸ਼ਦ ਨੂੰ ਕੌਣ ਭੰਗ ਕਰ ਸਕਦਾ ਹੈ। ਹਾਂਜੀ, ਜ਼ਿਲ੍ਹਾ ਪ੍ਰੀਸ਼ਦ ਨੂੰ ਕੌਣ ਭੰਗ ਕਰ ਸਕਦਾ, ਰਾਜ ਸਰਕਾਰ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ ਜੀ ਚੋਣਾਂ ਦੇ ਸਮੇਂ ਕਿਸੇ ਚੋਣ ਖੇਤਰ ਵਿੱਚ ਚੋਣ ਪ੍ਰਕਾਰ ਕਦੋਂ ਬੰਦ ਕਰਨਾ ਹੁੰਦਾ ਹੈ। ਹਾਂਜੀ, ਚੋਣਾਂ ਦੇ ਸਮੇਂ ਕਿਸੇ ਚੋਣ ਖੇਤਰ ਦੇ ਵਿੱਚ ਚੋਣ ਪ੍ਰਕਾਰ ਬੰਦ ਕਰਨਾ ਹੁੰਦਾ ਹੈ ਵੋਟਿੰਗ ਸ਼ੁਰੂ ਹੋਣ ਤੋਂ 48 ਘੰਟੇ ਪਹਿਲਾਂ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ ਇਹਨਾਂ ਵਿੱਚੋਂ ਕਿਹੜਾ ਧਰਤੀ ਦਾ ਉਪਗ੍ਰਹਿ ਹੈ।
हाँ जी, इन्हां दे विचों धरती का किहड़ा उपग्रह आ? धरती का उपग्रह किहड़ा वा? चंद। तो ऑप्शन नंबर सी इज़ द राइट आंसर, चंद्रमा। ठीक है, नैक्सट हुण करदे हां असीं रीजनिंग ते मैथ का पोर्शन। सब तो पहलां असीं मैथ बोर्ड ते हल करांगे, उस तो बाद असीं रीजनिंग इंग्लिश दीयां क्लासां जिहड़ियां लगावांगे तुहाडीआं। ठीक है, इंपॉर्टेंट MCQ इस दे विच लए गए आ जिहड़े कि अलग-अलग कंपीटीटिव एग्जाम के पॉइंट ऑफ व्यू तो तुहाडे लई काफ़ी ही ज़्यादा इंपॉर्टेंट ने। हुण असीं मैथ का पोर्शन स्टार्ट करदे हां जी। हाँ जी, हुण असीं करदे हां मैथ का पोर्शन जो कि असीं बोर्ड ते करन वाले हां। तो तुसीं देख सकदे हो क्वेश्चन नंबर 1 आ तुहाडे कोल मैथ दा। एक खुड नूं 40 दिनां विच खोद सकदा है, यानी कि ਉਹਨੂੰ ਪੱਟਣਾ ਵਾ ਖੁੱਡ ਨੂੰ 40 ਦਿਨ ਲੱਗਦੇ ਆ A ਨੂੰ, ਤੇ B ਜੇਕਰ ਉਸ ਨੂੰ ਪੱਟੇ ਤਾਂ B ਨੂੰ 60 ਦਿਨ ਲੱਗਦੇ ਆ। B ਦੀ ਐਫੀਸ਼ੀਐਂਸੀ ਆ ਘੱਟ ਆ A ਦੇ ਨਾਲੋਂ, ਤਾਂ C ਦੇ ਨਾਲ ਉਹਨਾਂ ਨੇ 12 ਦਿਨਾਂ ਵਿੱਚ ਕੰਮ ਨੂੰ ਕਰ ਲਿਆ। ਮਤਲਬ ਕੀ ਹੈ ਕਿ ਜੇਕਰ A B C ਤਿੰਨੇ ਰਲ ਕੇ ਕੰਮ ਕਰਦੇ ਆ ਤਾਂ 12 ਦਿਨਾਂ ਦੇ ਵਿੱਚ ਪੱਟ ਲੈਣਗੇ ਉਸ ਖੁੱਡ ਨੂੰ। C ਇਕੱਲਾ ਕਿੰਨੇ ਦਿਨਾਂ ਵਿੱਚ ਦੋ ਖੁੱਡਾਂ ਨੂੰ ਖੋਦ ਸਕਦਾ ਹੈ? ਤਾਂ ਸਭ ਤੋਂ ਪਹਿਲਾਂ ਤੁਸੀਂ ਦੇਖੋ A ਇਕੱਲਾ, ਜਿਵੇਂ ਕਿ ਤੁਹਾਨੂੰ ਪਤਾ ਹੈ ਟਾਈਮ ਐਂਡ ਵਰਕ ਦੇ ਟੌਪਿਕ ਦੇ ਵਿੱਚ ਟਾਈਮ ਐਂਡ ਵਰਕ ਇੱਕ ਦੂਜੇ ਦੇ ਆਪੋਜ਼ਿਟ ਹੁੰਦੇ ਆ। A ਇੱਕ ਕੰਮ ਨੂੰ 40 ਦਿਨਾਂ ਦੇ ਵਿੱਚ ਪੂਰਾ ਕਰਦਾ ਹੈ, ਤਾਂ A ਦੀ ਜਿਹੜੀ ਐਫੀਸ਼ੀਐਂਸੀ ਆ ਇੱਕ ਦਿਨ ਦੇ ਵਿੱਚ ਕਿੰਨਾ ਕੰਮ ਕਰੂਗਾ? 1/40। ਠੀਕ ਹੈ, ਕਿੰਨਾ ਕੰਮ ਕਰੂਗਾ? 1/40। ਜੇਕਰ ਅਸੀਂ B ਦੀ ਗੱਲ ਕਰੀਏ, ਹਾਂਜੀ B ਦੀ, ਤਾਂ B ਕਿੰਨਾ ਕੰਮ ਕਰੂਗਾ? 1/60। ਤੇ C ਆ ਜਿਹੜਾ ਅਸੀਂ ਉਹਦਾ ਫਾਈਂਡ ਆਊਟ ਕਰਨਾ ਕਿ C ਕਿੰਨੇ ਦਿਨਾਂ ਦੇ ਵਿੱਚ ਕੰਮ ਕਰੂਗਾ। ਤਾਂ C ਦਾ ਪਤਾ ਕਰਨ ਦੇ ਲਈ ਅਸੀਂ ਕੀ ਕਰਾਂਗੇ? ਪਹਿਲਾਂ A ਅਤੇ B ਦੋਵਾਂ ਦਾ ਕੰਮ ਕੱਢਾਂਗੇ ਕਿ ਉਹ ਕਿੰਨਾ ਕੰਮ ਕਰ ਰਿਹਾ ਹੈ, ਕਿਉਂਕਿ ਅਸੀਂ ਸਾਨੂੰ ਗਿਵਨ ਆ ਕਿ A B C ਤਿੰਨੋਂ ਮਿਲ ਕੇ 12 ਦਿਨਾਂ ਦੇ ਵਿੱਚ ਕੰਮ ਕਰਨਗੇ। ਤਾਂ ਟਾਈਮ ਐਂਡ ਵਰਕ ਇੱਕ ਦੂਜੇ ਦੇ ਆਪੋਜ਼ਿਟ ਹੁੰਦੇ ਆ, ਤਾਂ ਜਿਹੜੇ ਇਹਨਾਂ ਦਾ ਇੱਕ ਦਿਨ ਦਾ ਕੰਮ ਉਹ ਕਿੰਨਾ ਬਣ ਗਿਆ? 1/12। ਤਾਂ ਹੁਣ ਤੁਸੀਂ ਦੇਖੋ ਜੇਕਰ ਮੈਂ A + B ਕੱਢ ਲੈਂਦੀ ਹਾਂ ਤਾਂ ਇਹਦੇ ਚੋਂ ਮਾਈਨਸ ਕਰ ਦਵਾਂਗੀ A + B ਮਤਲਬ 1/40 + 1/60। ਇਹਨਾਂ ਦਾ LCM ਕਿੰਨਾ ਬਣੇਗਾ? 120 ਜਦੋਂ ਇਸ ਦਾ LCM ਬਣ ਗਿਆ ਤਾਂ ਇੱਥੇ ਬਣ ਜਾਣਾ ਉੱਪਰ 3 ਤੇ ਉੱਪਰ ਬਣ ਜਾਣਾ 2, ਤਾਂ ਇਹ ਬਣ ਗਿਆ 5/120। ਜਦੋਂ ਇਹਨੂੰ ਮੈਂ ਕੱਟ ਕਰਾਂਗੀ ਤਾਂ ਇੱਥੇ ਬਣ ਜਾਣਾ 1, ਪਹਿਲਾਂ 2 ਤੇ ਜਾਊਗਾ 5 ਤੋਂ ਵੀ 10 ਹੁੰਦੇ ਆ, ਫਿਰ 4, ਤਾਂ ਇਹ ਬਣ ਗਿਆ 1/24। ਵੀ A ਤੇ B ਆ ਜਿਹੜੇ ਉਹ 24 ਦਿਨਾਂ ਵਿੱਚ ਰਲ ਕੇ ਕੰਮ ਪੂਰਾ ਕਰਨਗੇ। ਠੀਕ ਹੈ, ਹੁਣ ਮੈਂ A + B + C, ਇਹਦਾ ਮੈਨੂੰ ਪਤਾ, ਜਿਵੇਂ ਇਹਦੇ ਵਿੱਚੋਂ A + B ਮਾਈਨਸ ਕਰ ਦਵਾਂਗੀ, ਯਾਨੀ ਕਿ ਇਹਨਾਂ ਦਾ ਕਿੰਨਾ ਬਣਿਆ? A + B + C, ਇਹਦੀ ਜਗ੍ਹਾ ਤੇ ਲਿਖ ਦਿੰਦੇ ਆ 1/12 ਮਾਈਨਸ A + B, ਯਾਨੀ ਕਿ -1/24। ਇਹਦਾ ਜਦੋਂ LCM ਲਵਾਂਗੇ ਤਾਂ ਇਹ ਬਣ ਜਾਣਾ 24। ਦੇਖੋ ਹੁਣ A + B ਤੇ A - B ਇਹਦੇ ਲਈ ਕੈਂਸਲ ਹੋ ਜਾਊਗਾ ਕਿਉਂਕਿ ਇਹ ਪਲੱਸ ਦੇ ਆ ਤੇ ਇਹ ਦੋਨੋਂ ਮਾਈਨਸ ਦੇ ਆ। ਠੀਕ ਹੈ, ਇਕੱਲਾ C ਰਹਿ ਜਾਣਾ ਤੇ ਉਹੀ ਸਾਡੇ ਕੋਲੇ C ਦੀ ਜਿਹੜੀ ਐਫੀਸ਼ੀਐਂਸੀ ਆ ਜਾਣੀ ਆ। ਤਾਂ ਇਹਦੇ ਵਿੱਚ ਤੁਹਾਡੇ ਕੋਲ ਬਣ ਜਾਣਾ 2 - 1 ਯਾਨੀ ਕਿ 1/24। ਹੁਣ C ਆ ਜਿਹੜਾ ਟਾਈਮ ਐਂਡ ਵਰਕ ਇੱਕ ਦੂਜੇ ਦੇ ਆਪੋਜ਼ਿਟ ਹੁੰਦੇ ਆ, ਇਹ ਤਾਂ C ਦਾ ਇੱਕ ਦਿਨ ਦਾ ਕੰਮ ਆਇਆ, ਯਾਨੀ ਕਿ C ਆ ਜਿਹੜਾ ਉਹ 24 ਦਿਨਾਂ ਦੇ ਵਿੱਚ ਇੱਕ ਖੁੱਡ ਪੱਟ ਸਕਦਾ। ਪਰ ਇੱਥੇ ਕਿੰਨੀਆਂ ਪੁੱਛਿਆ? 2, ਕਿ C ਇਕੱਲਾ 2 ਖੁੱਡਾਂ ਕਿੰਨੇ ਦਿਨਾਂ ਵਿੱਚ ਖੋਦੇਗਾ? ਤਾਂ 24 ਦਾ ਦੁੱਗਣਾ ਕਰ ਦਿੰਦੇ ਆ ਕਿਉਂਕਿ 2 ਖੁੱਡਾਂ ਪੱਟਣੀਆਂ ਵਾ, ਤਾਂ 24 ਦਾ ਦੁੱਗਣਾ ਹੋ ਜਾਏਗਾ 48। ਤੇ ਆਪਸ਼ਨ ਨੰਬਰ B ਇੱਥੇ ਸਾਡਾ ਰਾਈਟ ਆਨਸਰ ਹੈ। ਹਾਂਜੀ, ਜੇਕਰ ਤੁਹਾਨੂੰ ਇੱਥੇ ਤੱਕ ਵੀਡੀਓ ਚੰਗੀ ਲੱਗੀ ਹੈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਜੀ ਅਗਲਾ ਸਵਾਲ ਤੁਸੀਂ ਦੇਖ ਸਕਦੇ ਹੋ, ਜੇ 20 ਔਰਤਾਂ 5 ਦਿਨਾਂ ਵਿੱਚ 2000 ਰੁਪਏ ਕਮਾਉਂਦੀਆਂ ਹਨ ਤਾਂ 30 ਔਰਤਾਂ 8 ਦਿਨਾਂ ਵਿੱਚ ਕਿੰਨੇ ਰੁਪਏ ਕਮਾਉਣਗੀਆਂ? ਦੇਖੋ ਜੇ 20 ਔਰਤਾਂ 5 ਦਿਨਾਂ ਵਿੱਚ 2000 ਰੁਪਏ ਕਮਾਉਂਦੀਆਂ, 20 ਔਰਤਾਂ ਵਾ ਇਹ 5 ਦਿਨਾਂ ਦੇ ਵਿੱਚ 2000 ਰੁਪਏ ਕਮਾਉਂਦੀਆਂ ਵਾ। ਠੀਕ ਹੈ, ਤਾਂ ਇਹ 5 ਦਿਨਾਂ ਦਾ 2000 ਕਮਾਉਂਦੀਆਂ ਵਾ, ਇੱਕ ਦਿਨ 'ਚ ਕਿੰਨਾ ਕਮਾਉਣਗੀਆਂ 20 ਔਰਤਾਂ? ਠੀਕ ਹੈ, ਅਸੀਂ ਇਹ ਵੀ ਤਾਂ ਕੱਢ ਸਕਦੇ ਹਾਂ ਨਾ ਇੱਕ ਦਿਨ ਦੇ ਵਿੱਚ, ਪਰ ਇੱਕ ਦਿਨ ਦੇ ਨਾਲ ਵੀ ਕੱਢਣ ਦੇ ਲਈ ਆਪਾਂ ਇਹ ਦੇਖ ਲੈਂਦੇ ਹਾਂ ਕਿ ਇਹ ਔਰਤਾਂ ਇੱਕ ਦਿਨ ਦੇ ਵਿੱਚ ਕਿੰਨਾ ਕਮਾਉਣਗੀਆਂ। ਠੀਕ ਹੈ, 20 ਔਰਤਾਂ 5 ਦਿਨਾਂ ਵਿੱਚ 2000 ਰੁਪਏ ਕਮਾਉਂਦੀਆਂ ਹਨ। 5 ਦਿਨਾਂ ਦੇ ਵਿੱਚ 2000 ਰੁਪਏ ਕਮਾਉਂਦੀਆਂ, ਤਾਂ 20 ਔਰਤਾਂ ਇੱਕ ਦਿਨਾਂ ਦਾ ਕੱਢਦੇ ਆ ਪਹਿਲਾਂ ਆਪਾਂ ਕਿ ਇੱਕ ਦਿਨ ਦੇ ਵਿੱਚ ਕਿੰਨਾ ਕਮਾਉਣਗੀਆਂ। ਤਾਂ ਇੱਕ ਦਿਨ ਦੇ ਵਿੱਚ ਕਿੰਨਾ ਕਮਾਉਣਗੀਆਂ? ਇਹ 5 ਤੇ ਅਸੀਂ ਡਿਵਾਈਡ ਕੀਤਾ 400। ਮੈਂ ਤੁਹਾਨੂੰ ਪ੍ਰੋਪਰਲੀ ਲਿਖ ਕੇ ਕਰਵਾ ਦਿੰਦੀ ਹਾਂ ਜਿਹੜੇ ਸਟੂਡੈਂਟਸ ਨੂੰ ਮਤਲਬ ਕਿ ਬੇਸਿਕ ਥੋੜੇ ਜਿਹੇ ਬੇਸਿਕ ਚ ਪ੍ਰੋਬਲਮ ਆ,
ਤਾਂ ਜੋ ਉਹਨਾਂ ਨੂੰ ਪਤਾ ਲੱਗ ਸਕੇ। देखो 20 औरतां 5 ਦਿਨਾਂ ਵਿੱਚ 2000 रुपए कमाਉਂਦੀਆਂ ਹਨ। एक दिन का कढ लेंगे हैं कि 20 औरतां एक दिन ਵਿੱਚ किन्ने रुपए कमाਉਣਗੀਆਂ ਤਾਂ ਇਹ 5 ਦਿਨਾਂ ਦਾ 2000 ਆ। एक दिन का ਕੱਢਣ ਲਈ मैं 5 ਤੇ ਕਰਤਾ डिवाइड ਤਾਂ ਇਹ ਬਣ ਗਿਆ 400 रुपया। ठीक है, कितना बन गया 400 रुपया। यानी कि एक दिन ਦੇ ਵਿੱਚ 20 ਔਰਤਾਂ 400 रुपए कमाਉਂਦੀਆਂ ਹਨ। ठीक है, 20 औरतां। ਹੁਣ ਜੇਕਰ ਆਪਾਂ ਗੱਲ ਕਰੀਏ ਇੱਥੇ ਅਸੀਂ 30 ਦੱਸਣਾ, 20 ਦਾ ਤਾਂ ਲੱਗ ਗਿਆ ਪਤਾ, ਰਹਿ ਗਏ ਮਗਰ 10। ਜੇ 20 ਔਰਤਾਂ 400 रुपए कमाਉਂਦੀਆਂ, मैं 2 ਤੇ ਡਿਵਾਈਡ ਕਰ ਦਿੰਨੀ ਆ, 10 ਔਰਤਾਂ ਮਿਲ ਜਾਣਗੀਆਂ ਮੈਨੂੰ ਹੋਰ। 10 ਔਰਤਾਂ ਇੱਕ ਦਿਨ ਦੇ ਵਿੱਚ 200 रुपए ਕਮਾਉਂਦੀਆਂ ਹੋਣਗੀਆਂ। ਤੁਸੀਂ ਆਪ ਸੋਚੋ, ਜੇ 20 400 ਕਮਾ ਰਹੀਆਂ ਤਾਂ 10 ਕਿੰਨੀਆਂ ਕਮਾਉਣਗੀਆਂ 200, ਤਾਂ ਇਹ ਹੋ ਗਿਆ 30 ਦਿਨਾਂ ਦਾ। ठीक है, 30 औरतां क्योंकि ਅਸੀਂ 30 ਔਰਤਾਂ ਨੂੰ ਦੱਸਣਾ ਸੀ। 30 ਔਰਤਾਂ ਕਿੰਨੇ ਰੁਪਏ ਕਮਾਉਣਗੀਆਂ ਇੱਕ ਦਿਨ 'ਚ? 30 ਔਰਤਾਂ ਕਿੰਨੇ ਕਮਾਉਣਗੀਆਂ? ਇਹਨਾਂ ਦੋਨਾਂ ਦਾ ਜੋੜ ਕਰ ਦਿੰਨੀ ਆ, ਕਿਉਂਕਿ 20 400 ਕਮਾਉਂਦੀਆਂ, 10 ਵਿੱਚੋਂ 200 ਕਮਾਉਂਦੀਆਂ, ਟੋਟਲ ਕਿੰਨਾ ਹੋ ਗਿਆ 30 ਔਰਤਾਂ। 30 ਔਰਤਾਂ ਕਿੰਨੇ ਕਮਾਉਣਗੀਆਂ 600। ਹੁਣ ਇਹਦਾ ਇੱਕ ਦਿਨ ਦਾ ਕਮਾਉਂਦੀਆਂ, 30 ਔਰਤਾਂ ਇੱਕ ਦਿਨ ਦਾ 600 ਰੁਪਏ ਕਮਾਉਂਦੀਆਂ, ਅਸੀਂ 8 ਦਿਨਾਂ ਦਾ ਦੱਸਣਾ। ਤਾਂ 30 ਔਰਤਾਂ 8 ਦਿਨਾਂ ਦੇ ਵਿੱਚ ਕਿੰਨੇ ਪੈਸੇ ਕਮਾਉਣਗੀਆਂ? 8 6 48, ਨਾਲ 2 6 4800 रुपया। 30 औरतां 8 दिनों के विच 4800 कमाउणगीਆਂ, क्योंकि एक दिन च 600 कमा रही हैं। तो राइट आंसर है इत्थे ऑप्शन नंबर सी। अगले सवाल मैं बोर्ड ते लिख दिते हुए हैं, तुसीं अपना हल कर सकते हो जिहड़े स्टूडेंट्स आप हल करना चाहते हैं। तो सब तो पहले देखो तुसीं औसत पता करनी है, तुहानूं नंबर दिते हुए हैं 245 452 729 ਤੇ 927 121 208। ਜਦੋਂ ਵੀ ਔਸਤ ਆ ਜਾਏ ਤਾਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਔਸਤ ਦਾ ਫਾਰਮੂਲਾ ਕੀ ਹੁੰਦਾ, ਸੰਖਿਆਵਾਂ ਦਾ ਜੋੜ। ਯਾਨੀ ਕਿ ਸੰਖਿਆਵਾਂ ਦਾ ਜੋੜ ਜੋ ਗਿਵਨ ਆ ਉਹਨਾਂ ਸੰਖਿਆਵਾਂ ਦਾ ਜੋੜ ਕਰ ਦੋ ਬਟਾ ਸੰਖਿਆਵਾਂ ਦੀ ਗਿਣਤੀ, ਕਿ ਕਿੰਨੀਆਂ ਸੰਖਿਆਵਾਂ ਦਾ ਜੋੜ ਕੀਤਾ ਹੋਣਗੇ, ਜਿੰਨੀਆਂ ਸੰਖਿਆਵਾਂ ਦਾ ਜੋੜ ਕੀਤਾ ਉਹਨਾਂ ਦੀ ਗਿਣਤੀ ਹੇਠਾਂ ਲਿਖ ਦੋ, ਸੰਖਿਆਵਾਂ ਦੀ ਗਿਣਤੀ। ਹਾਂਜੀ, ਇਹਦੇ ਲਈ ਤੁਸੀਂ ਸੰਖਿਆਵਾਂ ਦਾ ਜੋੜ ਕਰਨਾ 245 + 452 + 729 + 927 + 121 + 208 ਬਟਾ ਕਿੰਨੀਆਂ ਸੰਖਿਆਵਾਂ ਦਾ ਜੋੜ ਕੀਤਾ 1 2 3 4 5 6, ਤਾਂ 6 से मैं डिवाइड कर दिंदी हां ते जोड़ बनया मेरे कोले 2682 बटा 6। जोड़ करके देख लेना 2682 ही बनूगा बटा 6 ਕੀਤਾ ਤਾਂ 6 ਚੌਕਾ 24, मगर बच के 2 ਉੱਪਰੋਂ ਉਤਾਰਾਂਗੇ ਅਸੀਂ 8 डिवाइड करके भी देख सकते हो। ठीक है, ਤਾਂ ਸਭ ਤੋਂ ਪਹਿਲਾਂ 6 ਦੇ ਕਰਾਂਗੇ 6 ਚੌਕਾ 24, मगर बच के 2 ਉੱਪਰੋਂ ਉਤਾਰੇ 8, 6 ਚੌਕਾ 24 7 ਚੌਕਾ 28, ਸੌਰੀ 6 ਚੌਕਾ 24। ठीक है, ਤੇ ਉਸ ਤੋਂ ਬਾਅਦ 6 5 ਕਿੰਨੇ ਹੁੰਦੇ 30, ਫਿਰ 4 ਤੇ ਜਾਊਗਾ 6 ਚੌਕਾ 24, मगर फिर कितने बच गए 4 7 6 42, ਤਾਂ 42 मतलब पूरा ਕੱਟਿਆ ਗਿਆ ਤੇ ਇਹ ਬਣ ਗਿਆ ਜੀ 447 ਆਨਸਰ। औसत आ गई 447, ऑप्शन सी इत्थे राइट आंसर है। ठीक है जी, संख्या हुण तुहानूं इह सम बहुत लेंथी लग रहा होवेगा, पर जेकर तुहाडा बेसिक क्लियर तुहानूं फार्मूला पता, तुसीं थोड़ी ना ये लिखना पेपर दे विच संख्यावां दा जोड़ बटा संख्यावां दी गिनती, उत्थे किहड़े किस ने लिखिया चेक करना, असीं तां राइट ऑप्शन चूज करनी है ना। तो तुसीं की करोगे डायरैक्ट जोड़ कर दोगे, उन्नियां संख्यावां दे डायरैक्ट डिवाइड कर दोगे, टोटल 2-3 सैकंड दे विच हो जाना तुहाडा सम। ठीक है, अगला प्रश्न असीं करदे हां जी। अगले दे विच दित्ता होया तुहानूं 39वां सम कि हेठां दित्तिआं नूं हल करो। हाँ जी, 39 ते 44 दी सेम स्टेटमेंट सी कि हेठां दित्तिआं नूं हल करो, इस करके मैं एक ही लिख दित्ती स्टेटमेंट हेठां दित्तिआं नूं हल करो। ठीक है जी, तो 39 दे विच जेकर असीं गल करिए 1.2 दी पावर 3 माइनस 0.8 दी पावर 2 दित्ती आ। हुण 1.2 दित्ता, ठीक है, तो ये मैं पहला पॉइंट रिमूव कर लेनी है, पॉइंट दिता होया तो आफ्टर पॉइंट एक डिजिट आ तो असं एक 0 हेठां लगा ली, सेम एज इट इज दिस इत्थे कर लेते हैं। ठीक है, 8.10 अपॉन पावर 2। हुण पावर 3 का मतलब की है कि नंबर 3 बार गुना हो रहा, पावर 2 का मतलब आ कि नंबर 2 बार गुना हो रहा। ठीक है जी, जो भी फ्रैक्शंस गुना होंदियां ऊपर वाला नंबर ऊपर वाले नाल गुना होवेगा। ठीक है जी, ऊपर वाला नंबर ऊपर
फिर मल्टीप्लाई कर देंगे हैं, ये ਤੁਹਾਡੇ ਕੋਲੇ बन गया 288, ठीक है। ਤੇ 12 ਨੂੰ ਜਦੋਂ ਅਸੀਂ ਮਲਟੀਪਲਾਈ ਕਰ ਰਹੇ ਹਾਂ, ਇੱਥੇ ਤੁਹਾਡੇ ਕੋਲੇ 144 ਹੈ, ਇੱਥੇ ਬਣ ਜਾਣਾ 8 4 12 ਤੇ 4 ਤੇ 2 6 ਤੇ 1 7 1728, ਉੱਪਰ ਬਣ ਗਿਆ ਤੁਹਾਡੇ ਕੋਲੇ 1728, ਹੇਠਾਂ ਬਣ ਜਾਣਾ 1000, ठीक है। माइनस 8 8 64 बटा 100। ਹੁਣ ਜਦੋਂ ਮੈਂ ਇਹਨੂੰ ਹੱਲ ਕਰਨਾ, ਇਹਦੇ ਹੇਠਾਂ 3 0 ਇਹਦੇ ਹੇਠਾਂ 2 ਆ, ਤਾਂ ਮੈਂ ਕੀ ਕਰਦੀ, ਇੱਕ 0 ਉੱਪਰ ਪਾ ਲੈਣੀ ਹੈ, ਇੱਕ ਹੇਠਾਂ ਲਗਾ ਦਿੰਦੀ ਆ, ਕਿਉਂਕਿ 0 ਨਾਲ 0 ਕੈਂਸਲ ਰਹਿ ਤਾਂ ਹੋ ਹੀ ਜਾਣਾ। ਹੁਣ ਆਪਾਂ ਐਲਸੀਐਮ ਸੇਮ ਹੀ ਆ ਗਿਆ, ਤਾਂ ਆਪਾਂ 1000 ਰੁਪਏ ਐਲਸੀਐਮ ਲੈ ਲੈਂਦੇ ਆ। 1700 ਸੌਰੀ ਮੈਂ ਰੁਪਇਆ ਬੋਲਦਾ, 1728 ਮਾਈਨਸ 640, 640 ਮਾਈਨਸ ਕਰਦੇ ਆ, ਤੇ ਇੱਥੇ ਤੁਹਾਡੇ ਕੋਲ ਬਣੇ 8 12 ਚੋਂ 8 ਗਏ, 12 ਚੋਂ 4 ਗਏ 8, ठीक है। फिर इत्थे ਤੁਹਾਡੇ ਕੋਲ ਰਹਿ ਜਾਣਾ 16, ਤੇ ਇੱਥੇ ਬਣ ਜਾਣਾ ਤੁਹਾਡੇ ਕੋਲ 10, 10 ਚੋਂ ਇੱਥੇ ਬਣ ਗਿਆ 1088 ਬਟਾ 1000। ਹੁਣ ਦੇਖੋ ਹੇਠਾਂ 3 0 ਆ, ਹੇਠਾਂ 3 0 ਆ, ਤਾਂ ਮੈਂ 3 ਡਿਜਿਟ ਛੱਡ ਕੇ ਪੁਆਇੰਟ ਲਾ ਦਿੰਦੀ ਆ, 1 2 3 ਪਿੱਛੋਂ ਡਿਜਿਟ ਕਾਊਂਟ ਕਰੀਦੇ ਆ, ਤਾਂ 1.088 ਆਨਸਰ ਆ ਆਪਸ਼ਨ ਸੀ ਦੇ ਵਿੱਚ। ਆਪਸ਼ਨ ਸੀ ਇੱਥੇ ਰਾਈਟ ਆਨਸਰ ਹੈ। ਹਾਂਜੀ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ। ਹਾਂਜੀ ਅੱਗੇ ਤੁਸੀਂ ਦੇਖ ਸਕਦੇ ਹੋ 4/21 ਦਾ, ਜਿੱਥੇ ਵੀ ਦਾ ਹੋਵੇਗਾ ਉੱਥੇ ਅਸੀਂ ਗੁਣਾ ਲਗਾ ਦੇਣਾ, 1092, ਫਿਰ ਉਸ ਦਾ 7/13। ਤੁਸੀਂ ਦੇਖੋ 1 ਤੀਆ 7 ਤੀਆ 21, 7 ਨਾਲ 7 ਕੈਂਸਲ, ठीक है। फिर 1 चौका 14, 2 चौके 8, फिर जो 2 ਤੇ ਇਹਨੂੰ ਡਿਵਾਈਡ ਕਰਾਂਗੇ, ਇੱਥੇ ਤੁਹਾਡੇ ਕੋਲੇ ਬਣ ਜਾਣਾ ਜੀ 5, ਫਿਰ 4, ਫਿਰ 6, ठीक है। 54 6, ਤੇ ਉਸ ਤੋਂ ਬਾਅਦ ਤੁਸੀਂ 13 ਤੇ ਦੇਖੋ 13 ਚੌਕ 52 ਤੇ 13 ਦੂਣਾ 26, ਇਹ ਆਨਸਰ ਆਏਗਾ ਸਾਡੇ ਕੋਲੇ 42, 42 ਆਪਸ਼ਨ ਬੀ ਪਈ ਹੈ, ਆਪਸ਼ਨ ਬੀ ਇਸ ਦਾ ਰਾਈਟ ਆਨਸਰ ਹੈ। ਅੱਗੇ ਅਸੀਂ ਕਰਦੇ ਹਾਂ ਨੈਕਸਟ ਸਮ। ਜੀ ਅਗਲਾ ਸਵਾਲ ਤੁਸੀਂ ਦੇਖ ਸਕਦੇ ਹੋ, ਜੇਕਰ 0.42a बराबर लिखा जाए 0.042a is equals to 0.00224b, then ਤੁਸੀਂ b minus a ਅਤੇ b plus a ਪਤਾ ਕਰਨਾ। ਤਾਂ ਸਭ ਤੋਂ ਪਹਿਲਾਂ ਤੁਸੀਂ ਦੇਖੋ ਮੈਂ ਇਹਨੂੰ ਰੇਸ਼ੀਓ ਚ ਬਣਾ ਲੈਣੀ ਆ, ਜਿਵੇਂ ਇੱਧਰ a ਆ, a ਇੱਧਰ b ਗੁਣਾ ਹੋ ਰਿਹਾ ਤੇ ਇੱਧਰ ਆ ਕੇ ਡਿਵਾਈਡ ਹੋ ਜਾਊਗਾ, ਠੀਕ ਹੈ। ਸੇਮ ਇਸੇ ਤਰ੍ਹਾਂ 0.00224, ठीक है। ਤੇ ਇਹ ਇਧਰ 42 ਹੈ ਜਿਹੜਾ, ਜੇ ਆਪਾਂ ਗੱਲ ਕਰੀਏ ਆਪਾਂ ਇੱਥੇ ਪੁਆਇੰਟ ਹੀ ਹਟਾ ਲੈਂਦੇ ਹਾਂ, ਇੱਥੇ ਕਿੰਨਾ ਬਚ ਜਾਣਾ 100, ਕਿਉਂਕਿ ਆਫਟਰ ਪੁਆਇੰਟ 2 ਡਿਜਿਟ ਆ ਨਾ, a ਨੂੰ ਨਹੀਂ ਲੈਣਾ ਵਿੱਚ ਆਪਾਂ, ਆਫਟਰ ਪੁਆਇੰਟ 2 ਡਿਜਿਟ ਆ, ਤਾਂ ਮੈਂ ਹੇਠਾਂ 1 ਨਾਲ 2 0 ਲਗਾ ਲਿਆ, ਤਾਂ ਇਹ 2 ਜ਼ੀਰੋਜ਼ ਇੱਧਰ ਜਾ ਕੇ ਕੀ ਹੋਣਗੀਆਂ, ਮਲਟੀਪਲਾਈ, ਕਿਉਂਕਿ ਇੱਧਰ ਡਿਵਾਈਡ ਹੋ ਰਹੀਆਂ ਨੇ। ਸੇਮ ਇਸੇ ਤਰ੍ਹਾਂ ਇਹਦਾ ਪੁਆਇੰਟ ਹਟਾ ਲੈਂਦੇ ਆ, ਤੇ ਇਹ ਤੁਹਾਡੇ ਕੋਲੇ ਕਿੰਨੇ ਡਿਜਿਟ ਆ 0 ਤੋਂ ਬਾਅਦ 5, तो इतने ਤੁਹਾਡੇ ਕੋਲੇ ਬਣ ਜਾਊਗਾ 1 ਲੱਖ, क्योंकि ਤੁਸੀਂ 5 0 लगाओगे 1 ਦੇ ਨਾਲ, ठीक है। 1 ਲੱਖ ਹੀ ਬਣਿਆ ਨਾ। ਹੁਣ ਦੇਖੋ ਅੱਗੇ, ਤੇ ਉਸ ਤੋਂ ਬਾਅਦ ਇਹ 42 ਇੱਧਰ ਗੁਣਾ ਹੋ ਰਿਹਾ, ਇੱਧਰ ਆ ਕੇ ਕੀ ਹੋਵੇਗਾ ਡਿਵਾਈਡ, ठीक है ਜੀ। ਹੁਣ ਜਦੋਂ ਆਪਾਂ ਇਹਨੂੰ ਕੱਟ ਕਰਾਂਗੇ, ਤੁਸੀਂ ਸਿੰਪਲ ਵੇ ਦੇ ਵਿੱਚ ਆਪਣੀ ਨੋਟਬੁੱਕ ਉਠਾ ਕੇ ਨਾਲ ਨਾਲ ਸੋਲਵ ਕਰ ਸਕਦੇ ਹੋ। ਤਾਂ ਦੇਖੋ 2 0 ਨਾਲ ਤਾਂ 2 0 ਕੱਟ ਹੋ ਗਈਆਂ। ਉਸ ਤੋਂ ਬਾਅਦ ਜੇ ਅਸੀਂ 42 ਤੇ 224 ਨੂੰ ਡਿਵਾਈਡ ਕਰੀਏ, ਤਾਂ ਆਪਾਂ ਛੋਟੇ ਪਹਾੜੇ ਤੇ ਕਰਕੇ ਦੇਖ ਲੈਂਦੇ ਆ, ਇੱਥੇ ਤੁਹਾਡੇ ਕੋਲੇ ਕਿੰਨਾ ਬਣ ਜਾਣਾ ਜਦੋਂ ਤੁਸੀਂ ਡਿਵਾਈਡ ਕਰੋਗੇ 2, ਠੀਕ ਹੈ। ਫਿਰ ਇੱਥੇ 1 21 ਬਣ ਗਿਆ, ਤੇ ਇਹਨੂੰ ਜਦੋਂ ਡਿਵਾਈਡ ਕਰਾਂਗੇ 2 ਦੇ ਪਹਾੜੇ ਤੇ, ਤਾਂ ਇੱਥੇ ਤੁਹਾਡੇ ਕੋਲੇ ਬਣ ਜਾਣਾ 1 1 2 112, ਫਿਰ ਇੱਥੇ ਬਣ ਜਾਣਾ 7 ਆ 21 7 ਤੇ ਡਿਵਾਈਡ ਕਰ ਰਹੀ ਆ, ਤੇ ਇੱਥੇ 1 7 7, ਠੀਕ ਹੈ। ਕਿੰਨਾ ਬਣੂਗਾ ਤੁਹਾਡੇ ਕੋਲ 1 7 7 7 6 42, ਯਾਨੀ ਕਿ ਇੱਥੇ ਤੁਹਾਡੇ ਕੋਲੇ ਬਣ ਜਾਣਾ 16/3000, ठीक है। 16/3000। ਹੁਣ ਆਪਾਂ ਕੀ ਕਰਦੇ ਆ ਕਿ ਇਹਦੇ ਕੋਰਸਪੋਂਡਿੰਗ a ਮੰਨ ਲੈਂਦੇ ਆ 16 ਆ, b ਮੰਨ ਲੈਂਦੇ ਆ 3000 ਆ, ठीक है। 3000 ਇੱਥੇ ਮੈਂ ਵੱਧ ਜ਼ੀਰੋ ਲਗਾ ਦੇ, ਜਾਂ ਇਹਨੂੰ ਅੱਗੇ ਵੀ ਡਿਵਾਈਡ ਕਰ ਲਓ। ਜੇ ਅੱਗੇ ਡਿਵਾਈਡ ਕਰਾਂਗੇ ਤਾਂ ਇਹ ਮੇਰੇ ਕੋਲੇ ਆਪਣੇ ਕੋਲੇ ਟਫ ਰਕਮ ਬਣ ਜੂਗੀ ਇੱਕ ਤਰ੍ਹਾਂ ਨਾਲ, ਕਿਉਂਕਿ ਅਸੀਂ b - a b + a ਪਤਾ ਕਰਨਾ ਵਾ, ठीक है। ਆਪਾਂ ਇੱਥੋਂ ਹੀ ਇਹਨੂੰ ਸੋਲਵ ਕਰ ਲੈਂਦੇ ਆ। ਜੇ ਤੁਸੀਂ ਇੱਥੋਂ ਵੀ ਸੋਲਵ ਕਰਕੇ ਕਰਦੇ ਹੋ, ਜ਼ਿਆਦਾਤਰ ਕੋਸ਼ਿਸ਼ ਕਰਨਾ ਇਹਦੇ ਕੋਰਸਪੋਂਡਿੰਗ a 16 ਲੈ ਲਓ, b 3000 ਲੈ ਲਓ, ਕਿਉਂਕਿ b ਹੇਠਾਂ ਪਿਆ ਵਾ, ठीक है। ਜੇ ਤੁਸੀਂ ਇਸ ਤਰ੍ਹਾਂ ਨਹੀਂ ਲੈਣਾ ਚਾਹੁੰਦੇ, ਤੁਸੀਂ ਚਾਹੁੰਦੇ ਹੋ ਕਿ ਡਿਵਾਈਡ ਕਰਨਾ, ਡਿਵਾਈਡ ਕਰਕੇ ਵੀ ਲੈ ਸਕਦੇ ਹੋ, ਆਨਸਰ ਸੇਮ ਬਣੂਗਾ। ਕੈਲਕੂਲੇਸ਼ਨ ਜ਼ਰੂਰ ਥੋੜੀ ਟਫ ਹੋਊਗੀ। ਤਾਂ ਹੁਣ ਆਪਾਂ ਦੇਖੋ, ਆਪਾਂ ਪਹਿਲਾਂ b - a b + a ਲੈਣੇ ਆ, ਕਿਉਂਕਿ ਇਹ ਫਾਈਂਡ ਆਊਟ ਕਰਨਾ। ਇਹਦੇ ਕੋਰਸਪੋਂਡਿੰਗ b ਹੈਗਾ 3000, a ਹੈਗਾ 16, ਤੇ ਫਿਰ ਉਸ ਤੋਂ ਬਾਅਦ ਤੁਸੀਂ ਦੇਖੋ
3000 प्लस 16 ਇਹ ਤੁਹਾਡੇ ਕੋਲੇ ਬਣ ਜਾਣਾ 3016 ਤੇ ਇਹਦੇ ਵਿੱਚ ਜਦੋਂ ਤੁਸੀਂ 16 ਮਾਈਨਸ ਕਰੋਗੇ ਦਸਾਂ ਚੋਂ 6 ਗਏ 4 ठीक है। उस तो बाद मगर आए ने 9 इथे बने ना ਤੁਹਾਡੇ ਕੋਲੇ 8 84 ਹੀ ਬਣੂਗਾ ਨਾ ਕਿੰਨਾ 84 ਬਣੂਗਾ 2984 ठीक है। ਹੁਣ ਆਪਾਂ ਇਹਨੂੰ ਡਿਵਾਈਡ ਕਰਦੇ ਹਾਂ 2 ਦੇ ਪਹਾੜੇ ਤੇ ਹੁਣ ਛੋਟੇ ਤੋਂ ਛੋਟੇ ਤੇ ਡਿਵਾਈਡ ਕਰਨਾ ਕਿਉਂਕਿ ਆਨਸਰ ਤਾਂ ਸਾਡਾ ਬਟਿਆਂ 'ਚ ਹੀ ਆਉਣਾ ठीक है। ਤਾਂ ਬਟਿਆਂ 'ਚ ਆਉਣ ਦੇ ਲਈ ਆਨਸਰ ਆਪਾਂ ਉੱਪਰ ਵਾਲਾ ਪਹਿਲਾਂ ਰਫ ਕਰ ਦਿੰਦੇ ਹਾਂ ਇੱਥੇ ਤੱਕ ਤਾਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਸਮਝ ਆ ਗਿਆ ਹੋਣਾ। ਹੁਣ ਆਪਾਂ ਇਹਨੂੰ ਪਹਿਲਾਂ ਇੱਥੇ ਡਿਵਾਈਡ ਕਰ ਲੈਂਦੇ ਹਾਂ ਇੱਥੇ ਤੁਹਾਡੇ ਕੋਲੇ ਦੇਖੋ ਜਦੋਂ मैं 2 ਦੇ ਪਹਾੜੇ ਤੇ ਕੱਟ ਕੀਤਾ ਤਾਂ ਇਹ ਬਣ ਗਿਆ ਤੁਹਾਡੇ ਕੋਲੇ 1508 ठीक है। 3016 ਦਾ ਅੱਧ 1508 ਹੋ ਗਿਆ। ਫਿਰ ਜਦੋਂ ਇਹਨੂੰ ਅੱਧ ਕਰਾਂਗੇ 1 दूनी 2 4 दूनी 8 9 दूनी 18 ਤੇ ਇੱਥੇ ਬਣ ਗਿਆ ਤੁਹਾਡੇ ਕੋਲੇ 2 ठीक है। 1 दूनी 2 4 दूनी 8 डिवाइड करके देख लेना तो ये ਤੁਹਾਡੇ ਕੋਲ ਬਣ ਗਿਆ 1492 ठीक है। 1492 बटा 1508 एक बार इन्हू चेक करो 1 दूनी दूनी फिर 4 दूनी 8 फिर मगर एक बार जाना 8 दूनी 9 दूनी 18 ते फिर 2 आ गया ठीक है। फिर इन्हू डिवाइड करते हैं 7 दूनी 14 5 दूनी 10 4 दूनी 8 ठीक है। फिर इन्हू डिवाइड करते हैं तो इत्थे तुहाडे कोल बनेगा 7 इत्थे तुहाडे कोल बनेगा जी पहला जाएगा 4 ते ठीक है फिर 6 ते फिर इन्हू डिवाइड करते हैं इत्थे तुहाडे कोल बनेगा 3 पहला 3 ते ही जाओगा फिर 7 चौका 28 सॉरी 7 दूनी 14 7 दूनी 14 फिर ये 3 ते जाऊगा ते ये जाऊगा 7 ते 3 ते 373 बटा 377 केड़ी ऑप्शन है देखो 373 बटा 377 ऑप्शन ए राइट आंसर है। तो ऑप्शन ए साडा इथे राइट आंसर है। अगला सवाल भी तुसी देख सकते हो तो अगले ਨੂੰ ਉਨੀ ਦੇਰ ਆਪ ਕਰੋ। ਹਾਂਜੀ स्टेटमेंट पढ़ो की ਦਿੱਤੀ ਹੋਈ ਹੈ स्टेटमेंट तो समझो औसत का फार्मूला मैं ਤੁਹਾਨੂੰ ਪਹਿਲਾਂ ਦੱਸ ਚੁੱਕੀ ਹਾਂ ਇਹਦੇ ਵਿੱਚ औसत ਗਿਵਨ ਆ देखो औसत का फार्मूला ਤਾਂ ਮੈਂ ਤੁਹਾਨੂੰ ਦੱਸਿਆ ਹੀ ਆ ਪਰ ਮੋਸਟਲੀ ਸਾਨੂੰ ਜਦੋਂ औसत ਗਿਵਨ ਹੁੰਦੀ ਹੈ ਤਾਂ ਅਸੀਂ ਕਿਹੜਾ ਫਾਰਮੂਲਾ ਲਗਾਉਂਦੇ ਆ देखो औसत ਦਾ ਫਾਰਮੂਲਾ ਹੁੰਦਾ ਸੰਖਿਆਵਾਂ ਦਾ ਜੋੜ ਬਟਾ ਸੰਖਿਆਵਾਂ ਦੀ ਗਿਣਤੀ ਠੀਕ ਹੈ। ਇਹੀ ਫਾਰਮੂਲਾ ਹੁੰਦਾ ਨਾ औसत ਦਾ। ਤਾਂ ਅਸੀਂ ਕੀ ਕਰਦੇ ਆ कि औसत ਦੇ ਨਾਲ संख्यावां की गिनती प्लस कर गुणा कर देंगे हैं क्योंकि इधर डिवाइड हो रही है ना गिनती उधर जाके की होती है प्लस सॉरी इधर डिवाइड हो रही है उधर जाके माइनस। तो संख्यावां का जोड़ बराबर है औसत गुणा संख्यावां की गिनती ठीक है। संख्यावां की गिनती ये भी फॉर्मूला बनता ना देखो ध्यान नाल संख्यावां का जोड़ बराबर है औसत गुणा संख्यावां की गिनती। तो संख्यावां का जोड़ हुण आपां पहली लाइन पढ़दे हां कि की गिवन आ सानू एक हफ्ते दे पहले 4 दिनां दा औसत तापमान एक हफ्ता वा ओदे पहले 4 दिन उन्हां दी औसत तापमान पता सानू किन्नी आ 37 डिग्री सेल्सियस। हुण सानू औसत तापमान दा पता होना कि 37 डिग्री सेल्सियस आ। संख्यावां दी गिनती किन्नी आ कितना तापमान पता पहले 4 दिनां दा संख्यावां दी गिनती भी तो 4 होगी ना। तो ऑप्शन इथे ਅਸੀਂ ਕੀ ਲਾਵਾਂਗੇ कि इथे जो भी मतलब साडे कोल फार्मूला वा ਉਹਦੇ ਅਕੋਰਡਿੰਗ मैं फिल करता तो इथे मेरे कोल आ गया 4 दिनां दे तापमान दा जोड़ 4 दिनां दे तापमान दा जोड़ ठीक है। यही ਤਾਂ ਬਣਿਆ जेकर ਤੁਹਾਨੂੰ क्लियर होगा तो यही ਤੁਹਾਡੇ ਲਈ शॉर्ट ट्रिक बन जानी है। मैं तो ਤੁਹਾਨੂੰ समझा रही हूं ठीक है करा रही हूं स्टेप बाय स्टेप सॉल्व कर रही हूं इस करके टाइम लग रहा है। तो हम देखो 7 चौका 28 2 गए हासिल 4 3 12 ਦੇ 14 बन गया 148 डिग्री सेल्सियस। 4 दिनों के तापमान का जोड़ 148 डिग्री सेल्सियस बनया। सेम इसी तरह 2 दिनों के तापमान का जोड़ कट लांगे 2 दिनों के तापमान का जोड़ इत्थे तुहाडे कोल बनेगा 39 गुणा 2 39 गुणा 2 करोगे 9 9 18 3 3 6 ਤੇ 1 7 ਇਹ ਬਣੂਗਾ 78 डिग्री सेल्सियस। ਹੁਣ ਤੁਹਾਨੂੰ ਕਿੰਨਾ ਪਤਾ ਲੱਗ ਗਿਆ 4 ਤੇ 2 6 ਦਿਨਾਂ ਦਾ ਤਾਂ ਪਤਾ ਲੱਗ ਗਿਆ ठीक है। 6 ਦਿਨਾਂ ਦਾ ਜੋੜ ਪਤਾ ਲੱਗ ਗਿਆ ਨਾ 6 ਦਿਨਾਂ ਦਾ ਇਥੋਂ ਸਾਨੂੰ ਪਤਾ ਲੱਗ ਗਿਆ ਕਿ 6 ਦਿਨਾਂ ਦੇ ਤਾਪਮਾਨ ਦਾ ਜੋੜ ਕਿੰਨਾ ਬਣੂਗਾ। ਇਹਨਾਂ ਨੂੰ ਜੋੜ ਦੋ 8 8 16 ठीक है 7 4 11 ਤੇ 1 12 ਤੇ 226 डिग्री सेल्सियस बन गया। देख लो आप भी ਤੁਹਾਡੇ ਸਾਹਮਣੇ ਬਣਿਆ 4 ਦਿਨਾਂ ਦਾ ਜੋੜ ਵੀ ਪਤਾ ਲੱਗ ਗਿਆ 2 ਦਾ ਵੀ ਪਤਾ ਲੱਗ ਗਿਆ ਤਾਂ ਮੈਂ 6 ਦਾ ਕੱਟ ਲਿਆ। लास्ट जेकर हफ्ते दे औसत तापमान 38 डिग्री सेल्सियस आ हफ्ते दा औसत तापमान 38 डिग्री सेल्सियस आ मतलब कि
हफ्ते 'ਚ 7 दिन ਹੁੰਦੇ ਆ 7 ਦਿਨਾਂ ਦਾ ਤੁਹਾਨੂੰ ਪਤਾ ਵਾ 7 ਦਿਨਾਂ ਦਾ औसत तापमान 38 डिग्री सेल्सियस आ। देन ਤੁਸੀਂ फाइंड करना अंतिम दिन ਦਾ तापमान। अंतिम दिन ਦਾ पता करना ਵਾ ਤਾਂ देखो औसत बराबर है संख्यावां ਦਾ जोड़ की है इत्थे हफ्ते ਦੇ 7 दिन पर ਇਹ ਤਾਂ 6 ਹੀ ਆ 6 ਦਿਨਾਂ ਦਾ तापमान पता ना 7वां मैं संडे एज इट इज रख लेनी है एस पा लेनी है ठीक है। टोटल हो गया 7 ਤੇ ਇੱਥੇ ਤੁਹਾਡੇ ਕੋਲੇ औसत तापमान भी ਤਾਂ ਤੁਹਾਨੂੰ ਕੀ ਬਣਾ 38 डिग्री सेल्सियस ठीक है। 38 ਨੂੰ 7 ਨਾਲ ਮਲਟੀਪਲਾਈ ਕੀਤਾ 38 ਨੂੰ 7 ਨਾਲ ਮਲਟੀਪਲਾਈ ਕਰੋਗੇ 8 7 56 ਹੁੰਦੇ ਆ ठीक है। 8 7 या 21 21 ਤੇ 5 26 ਤਾਂ ਇਹ ਬਣ ਗਿਆ 266। ਇੱਧਰ ਤੁਹਾਡੇ ਕੋਲੇ ਆ 226 डिग्री सेल्सियस प्लस संडे ठीक है। ਤਾਂ ਇੱਧਰ 226 ਆ ਜਿਹੜਾ ਕੀ ਹੋ ਰਿਹਾ ਵਾ ਪਲੱਸ ਅਸੀਂ ਮਾਈਨਸ ਕਰਤਾ ਤੇ ਇੱਧਰ ਆ ਗਿਆ ਤੁਹਾਡੇ ਕੋਲ ਕੱਲਾ s। ਤਾਂ ਦੇਖੋ 6 ਚੋਂ 6 ਗਏ 0 26 ਚੋਂ 22 ਗਏ 4 ਤਾਂ ਇਹ ਆ ਗਿਆ 40 डिग्री सेल्सियस। ਤਾਪਮਾਨ ਸਾਨੂੰ ਸੈਲਸੀਅਸ ਚ ਦਿੱਤਾ ਤੇ ਆਪਸ਼ਨ A ਤੁਹਾਨੂੰ ਫਾਰਨਹੀਟ ਚ ਦਿੱਤੀ ਹੋਈ ਆ ਤਾਂ ਤੁਸੀਂ ਆਪਸ਼ਨ A ਜਲਦੀ ਚ ਕਦੇ ਵੀ ਟਿਕ ਨਹੀਂ ਕਰੋਗੇ ਧਿਆਨ ਦਿਓ ਆਪਸ਼ਨ B ਲਗਾਓਗੇ ਕਿਉਂਕਿ ਸੈਲਸੀਅਸ ਪਿਆ ਵਾ ਠੀਕ ਹੈ। ਹਾਂਜੀ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ। ਅਗਲਾ ਸਵਾਲ ਤੁਸੀਂ ਦੇਖ ਸਕਦੇ ਹੋ ਜੇ ਦਿੱਤੀ ਸੰਖਿਆ 45/96 ਗੁਣਾ 400 45/96 ਗੁਣਾ 400 ਇਸ ਨੂੰ ਤੁਸੀਂ 2 ਪਾਵਰ n ਗੁਣਾ 5 ਪਾਵਰ m ਦੇ ਵਿੱਚ ਐਕਸਪ੍ਰੈਸ ਕਰਨਾ ਠੀਕ ਹੈ। ਉਹਨੇ ਬੋਲਿਆ ਕਿ ਜੇ ਦਿੱਤੀ ਸੰਖਿਆ ਨੂੰ 45/96 ਗੁਣਾ 400 ਨੂੰ ਸਭ ਤੋਂ ਆਸਾਨ ਰੂਪ ਦੇ ਵਿੱਚ ਪ੍ਰਦਰਸ਼ਿਤ ਕੀਤਾ ਜਾਵੇ ਜਿਵੇਂ ਕਿ 2 ਪਾਵਰ n ਗੁਣਾ 5 ਪਾਵਰ m ਦੈਨ ਤੁਸੀਂ ਫਾਈਂਡ ਕਰਨਾ ਵੀ n ਦਾ ਮੁੱਲ ਕੀ ਹੋਵੇਗਾ। ਤਾਂ ਤੁਸੀਂ ਦੇਖੋ ਇੱਥੇ ਸੇਮ ਐਜ਼ ਇਟ ਇਜ਼ ਅਸੀਂ ਇਸ ਨੂੰ ਇਸ ਐਕਸਪ੍ਰੈਸ਼ਨ ਦੇ ਵਿੱਚ ਲਿਖਣਾ ਵਾ ਠੀਕ ਹੈ ਜਾਂ ਐਕਸਪ੍ਰੈਸ ਕਰਨਾ ਵਾ। ਤਾਂ ਤੁਸੀਂ ਦੇਖੋ ਸਭ ਤੋਂ ਪਹਿਲਾਂ ਮੈਂ 45 ਨੂੰ ਕੱਟ ਕਰ ਦਵਾਂ 15 ਤੇ 45 ਤੇ 32 ਦੀ ਆ 96 फिर उस तो बाद ਤੁਹਾਡੇ ਕੋਲ ਬਣੇਗਾ 80 ਤੇ ਇਹਨੂੰ ਜਦੋਂ ਮੈਂ ਕੱਟ ਕਰੂੰਗੀ ਇੱਥੇ ਤੁਹਾਡੇ ਕੋਲ ਬਣ ਜਾਣਾ 5 ਤੇ 15 5 ਤੇ ਡਿਵਾਈਡ ਕੀਤਾ ਠੀਕ ਹੈ। ਹੁਣ ਦੇਖੋ ਕੋਈ ਹੋਰ ਕੱਟ ਹੋ ਰਿਹਾ ਨਹੀਂ ਤਾਂ ਇਹ ਬਣ ਗਿਆ 3/32 ਗੁਣਾ 80 ਤੇ ਇਹਨੂੰ ਜਦੋਂ ਮੈਂ ਸੋਲਵ ਕਰੂੰਗੀ ਇਹ ਤੁਹਾਡੇ ਕੋਲੇ ਬਣ ਜਾਣਾ ਵੈਸੇ ਤਾਂ ਤੁਸੀਂ ਦੇਖੋ 32 ਕੀ ਹੁੰਦਾ 2 ਦੀ ਪਾਵਰ 5 ਠੀਕ ਹੈ ਤੇ 80 ਕੀ ਹੋਊਗਾ 2 ਦੀ ਪਾਵਰ 3 ਗੁਣਾ 10 2 ਦੀ ਪਾਵਰ 3 ਗੁਣਾ 10 ਇਹ 80 ਵੀ ਬਣੂਗਾ ਨਾ ਕਿਉਂਕਿ 80 ਨੂੰ ਮੈਂ ਲਿਖ ਸਕਦੀ ਹਾਂ 8 ਗੁਣਾ 10। ਹੁਣ ਮੈਂ 10 ਨੂੰ ਵੀ ਤਾਂ ਲਿਖ ਸਕਦੀ ਹਾਂ ਕੀ ਲਿਖਾਂਗੀ 2 ਗੁਣਾ 5। ਤਾਂ ਦੇਖੋ ਜਦੋਂ ਸੇਮ ਨੰਬਰ ਮਲਟੀਪਲਾਈ ਹੁੰਦੇ ਆ ਤਾਂ ਪਾਵਰਸ ਕੀ ਹੁੰਦੀਆਂ ਐਡ ਹੋ ਜਾਂਦੀਆਂ 5 + 3 + 1 5 ਤੇ 9 ਤੇ 1 9 ਮਤਲਬ 2 ਦੀ ਪਾਵਰ ਬਣ ਗਈ 9 ਠੀਕ ਹੈ ਤੇ 5 ਦੀ ਪਾਵਰ ਬਣ ਗਈ 1। ਤਾਂ ਹੁਣ ਜੇ ਉਹਨੇ ਸਾਨੂੰ n ਪੁੱਛਿਆ ਹੁੰਦਾ ਤਾਂ ਅਸੀਂ 1 ਦੱਸ ਦਿੰਦੇ ਉਹਨੇ ਕੀ ਪੁੱਛਿਆ n ਕਿੰਨਾ ਵਾ 9 ਆਪਸ਼ਨ C ਇੱਥੇ ਰਾਈਟ ਆਨਸਰ ਹੈ। ਹੁਣ ਇਹ ਕਹਿੰਦਾ ਹੋਰ ਮੈਥਡ ਆ ਜੇ ਤੁਹਾਨੂੰ ਨਹੀਂ ਪਾਵਰ ਚ ਲਿਖਣਾ ਆਉਂਦਾ ਤਾਂ ਪਾਵਰ ਚ ਲਿਖਣ ਦੇ ਲਈ ਤੁਸੀਂ ਕੀ ਕਰੋਗੇ ਤੁਹਾਡੇ ਕੋਲ ਐਂਡ ਤੇ ਇਹ ਬਣ ਗਿਆ ਸੀ ਇਹ ਤਾਂ ਸਾਡੇ ਕੋਲ ਬਣ ਗਿਆ ਨਾ ਇੱਥੇ ਤੱਕ ਪਤਾ ਲੱਗਿਆ। ਫਿਰ 8 2 16 8 3 24 ਤੇ 1 25 ਇਹ ਬਣ ਗਿਆ ਤੁਹਾਡੇ ਕੋਲੇ 25 60 ਠੀਕ ਹੈ। ਇੱਕ ਵਾਰ ਚੈੱਕ ਕਰ ਲੈਂਦੇ ਆ 0 ਦੀ 0 8 2 16 ਤੇ 8 3 24 ਤੇ 1 25 ਇਹ ਬਣ ਗਿਆ ਤੁਹਾਡੇ ਕੋਲੇ 2560 ठीक है। 2560 ਨੂੰ ਜਿਵੇਂ ਆਪਾਂ ਐਲਸੀਐਮ ਲੈਂਦੇ ਹੁੰਦੇ ਆ ਤੁਸੀਂ ਉਹੀ ਮੈਥਡ ਲਗਾ ਲਓ। ਹੁਣ ਇਹਨੂੰ ਕੀ ਅਸੀਂ ਕਰਾਂਗੇ 2 ਤੇ ਡਿਵਾਈਡ 1 2 2 2 2 4 8 2 16 ਨਾਲ 0 ਫਿਰ 2 ਤੇ ਡਿਵਾਈਡ ਕਰਾਂਗੇ ਜਦੋਂ 2 ਤੇ ਡਿਵਾਈਡ ਕੀਤਾ ਇੱਥੇ ਬਣ ਗਿਆ 640 ਫਿਰ 2 ਤੇ ਡਿਵਾਈਡ ਕਰਾਂਗੇ 320 ਫਿਰ 2 ਤੇ ਡਿਵਾਈਡ ਕਰਾਂਗੇ ਤਾਂ ਇਹ ਤੁਹਾਡੇ ਕੋਲੇ ਬਣੇਗਾ ਜੀ 160 ठीक है 160 ही बनेगा। फिर 2 ਤੇ ਡਿਵਾਈਡ ਕਰਾਂਗੇ ਇਹ ਤੁਹਾਡੇ ਕੋਲੇ ਬਣੇਗਾ 80 ਫਿਰ 2 ਤੇ ਡਿਵਾਈਡ ਕਰਾਂਗੇ 40 ਫਿਰ 2 ਤੇ ਡਿਵਾਈਡ ਕਰਾਂਗੇ 20 ਫਿਰ 2 ਤੇ ਡਿਵਾਈਡ ਕਰਾਂਗੇ 10 ਫਿਰ 2 ਤੇ ਡਿਵਾਈਡ ਕਰਾਂਗੇ 5 ਫਿਰ 2 ਤੇ ਡਿਵਾਈਡ ਫਿਰ 5 ਤੇ ਜਾਏਗਾ ठीक है। ਹੁਣ ਦੇਖ ਲਓ ਕਿੰਨੇ ਵਾਰ ਮਲਟੀਪਲਾਈ ਹੋ ਰਿਹਾ 1 2 2 2 2 4 4 2 8 8 2 16 16 2 32 32 2 64 64 2 128 128 256 यानी कि बन रही है तो देखो कितनी पावर दोनों आपस में मल्टीप्लाई होंगे ना एक यानी कि सारे नंबर आपस में मल्टीप्लाई हो रहा है 1 2 3 4 5 6 7 8 9 9 बार मल्टीप्लाई होगा 2 तो 9 ही ऑप्शन में लगाई सी ना तो की पावर 9 बनूगी तो 2 की पावर बन गई 9
5 ਦੀ ਪਾਵਰ ਇੱਥੇ 1 ਹੀ ਹੈ। ਹਾਂਜੀ, जेकर इत्थे तक वीडियो चंगी लगी हो तो प्लीज़ वीडियो को लाइक और शेयर जरूर कर देना। अगला प्रश्न असीं करते हैं जी। अगला सवाल तुसीं देख सकते हो, जे x नूं 0.00458 ਅਤੇ y ਨੂੰ 0.00542 लिखिया जाए तो x स्क्वायर y स्क्वायर प्लस 2xy का मान पता करो। हुण देखो x स्क्वायर प्लस y स्क्वायर प्लस 2xy जिवें इहदा मान पता करना होवे इहनूं विच फिल करांगे इस स्टेटमेंट ਨੂੰ जो वैल्यू ਦਿੱਤੀ ਹੋਈ ਆ ਤਾਂ ਕਿੰਨਾ ਜ਼ਿਆਦਾ ਸਮ ਲੈਂਥੀ ਹੋ ਜਾਵੇਗਾ। ਤਾਂ ਇਸ ਤੋਂ ਚੰਗਾ ਮੈਨੂੰ ਇਸ ਦਾ ਰਿਜ਼ਲਟ ਪਤਾ ਹੈ ਕਿ x y ਦਾ ਹੋਲ ਸਕੁਅਰ ਹੁੰਦਾ ਹੈ। ਫਾਰਮੂਲਾ ਕੀਤਾ ਸੀ 10th ਕਲਾਸ 'ਚ x y ਦਾ ਹੋਲ ਸਕੁਅਰ x ਸਕੁਅਰ y ਸਕੁਅਰ 2ab। ਤਾਂ ਦੇਖੋ ਜਦੋਂ ਇਹਨੂੰ ਫਾਰਮੂਲਾ ਸਾਨੂੰ 6th ਕਲਾਸ ਤੋਂ ਸਟਾਰਟ ਹੋ ਜਾਂਦਾ ਤੇ 10th ਤੱਕ ਅਪ ਟੂ ਸੋਨ ਹਰੇਕ ਕਲਾਸ ਤੱਕ ਹੀ ਆਉਂਦਾ ਸਾਨੂੰ ਇਹ ਜਿਹਦਾ ਇਸਤੇਮਾਲ ਹੁੰਦਾ। ਤਾਂ ਦੇਖੋ ਹੁਣ ਇਹਦਾ ਰਿਜ਼ਲਟ x y ਦਾ ਹੋਲ ਸਕੁਅਰ ਤਾਂ x ਕਿੰਨੀ ਹੈ 0.00458 प्लस 0.00542 इसका होल स्क्वायर। ठीक है, तो होल स्क्वायर करता। हुण देखो इन्हां नूं मैं ऐड कर दिंदी हां 5 ते 2 8 ते 2 10। ठीक है, पॉइंट वाले का पता ना पॉइंट दे हेठां पॉइंट को बाकी सारे डिजिट दे हेठां लिखते जाओ जो पॉइंट तो बाहर आ। ठीक है, फिर 5 4 9 ते 1 10, फिर 5 5 5 5 10। ठीक है, फिर नाल की लग जाना एक ਤੁਹਾਡੇ ਕੋਲੇ 0 पॉइंट। ठीक है, 0.0100 एक बार देखो तुसीं जेडे स्टूडेंट्स ਨੂੰ नहीं ऐड करना ਹੁੰਦਾ 0.00458 इस दे विच ਅਸੀਂ ऐड करना 0.00542। ਇਹਨੂੰ ਜਦੋਂ ਮੈਂ ਡਿਵਾਈਡ ਕਰੂੰਗੀ 5 ਤੋਂ 10 ਇੱਥੇ ਵੀ ਤੁਹਾਡੇ ਕੋਲ 10 ਬਣ ਜਾਣਾ, ਇੱਥੇ ਵੀ ਤੇ ਤੁਹਾਡੇ ਕੋਲੇ ਬਣ ਗਿਆ 0.100। ठीक है, ਹੁਣ ਇਹਦਾ ਕੀ ਆ ਹੋਲ ਸਕੁਅਰ ਆ ਇੱਧਰ। ठीक है, ਹੁਣ ਅਸੀਂ ਪੁਆਇੰਟ ਹਟਾ ਲੈਣੇ ਆ। ਆਫਟਰ ਪੁਆਇੰਟ ਕਿੰਨੇ ਡਿਜਿਟ ਆ ਆਫਟਰ ਪੁਆਇੰਟ ਜਿੰਨੇ ਡਿਜਿਟ ਹੋਣਗੇ 0 ਲਾ ਦਿਓ 1 2 3 4 5 5 ਡਿਜਿਟ ਸੀ ਤਾਂ ਮੈਂ ਕੀ ਲਾ ਦਿਆਂ 5 0 ਲਗਾ ਦਿਆਂ। ठीक है, ਆਫਟਰ ਪੁਆਇੰਟ 5 ਡਿਜਿਟ ਬਣੇ ਨਾ 1 2 3 4 5 ਤਾਂ ਮੈਂ ਹੇਠਾਂ ਕੀ ਕਰਦੀ ਆ 5 0 ਲਗਾ ਦਿਆਂ ਲੱਖ ਪਾਤਾ ਤਾਂ 3 0 ਨਾਲ ਤਾਂ 3 0 ਕੈਂਸਲ ਮੇਰੇ ਕੋਲੇ ਬਣ ਗਿਆ 1/100। ਹੁਣ ਇਹਦੀ ਪਾਵਰ ਵੀ ਤਾਂ 2 ਦਿੱਤੀ ਆ, ਪਾਵਰ 2 ਹੋਣ ਦਾ ਮਤਲਬ नंबर 2 बार गुणा हो रहा है। ठीक है, जो इनू गुणा होगा 100 नाल 100 गुणा करांगे तो यह बन जाऊगा जी 10,000। 10,000 ही बनेगा ना, 10,000 बन गया। तो 10,000 हुण मैनू पॉइंट्स लिखना हेठा कितनियां जीरो आ 10,000 दे नाल हेठा 4 जीरो आ तो ਅਸੀਂ ਕੀ ਕਰਾਂਗੇ पॉइंट्स लिखण दे लई मैं ਜਦੋਂ ਪਿੱਛੋਂ ਕਾਊਂਟ ਕਰਦੇ ਪਏ ਨਾ ਇੱਕ ਤਾਂ ਲਗਾਤਾ ਨਾਲ 4 ਅੱਖਰ ਛੱਡ ਕੇ ਪੁਆਇੰਟ ਲਾਉਂਗੀ ਕਿਉਂਕਿ 0 ਕਿੰਨੀਆਂ ਨੇ 4 ਦਿੱਤੀਆਂ ਹੋਈਆਂ ਨੇ। ਠੀਕ ਹੈ, ਤਾਂ 0.301 ਆਨਸਰ ਆਪਸ਼ਨ ਡੀ ਚ ਪਿਆ ਵਾ ਤਾਂ ਆਪਸ਼ਨ ਡੀ ਇੱਥੇ ਰਾਈਟ ਆਨਸਰ ਹੈ। ਅੱਗੇ ਤੁਹਾਨੂੰ ਦਿੱਤਾ ਹੋਇਆ ਹੈ ਗ੍ਰਾਫ ਵਾਲੇ ਸਮ ਤੁਹਾਡੇ ਲਈ ਇੰਪੋਰਟੈਂਟ ਆ। ਤੁਹਾਨੂੰ ਲਾਈਨ ਗ੍ਰਾਫ ਦਿੱਤਾ ਹੋਇਆ ਹੈ ਤੇ ਲਾਈਨ ਗ੍ਰਾਫ ਦੇ ਵਿੱਚ ਉਹਨਾਂ ਨੇ ਤੁਹਾਨੂੰ ਵਿਦਿਆਰਥੀਆਂ ਦੇ ਅੰਕ ਦਿੱਤੇ ਹੋਏ ਆ। ਮੇਨ ਗੱਲ ਇਹ ਹੈ ਕਿ ਇਹ ਸਮ ਪ੍ਰਤੀਸ਼ਤ ਜਾਂ ਔਸਤ ਦੇ ਵਿੱਚ ਆਉਂਦੇ ਆ। ਤੁਸੀਂ ਟੋਟਲ ਜ਼ਰੂਰ ਦੇਖੋ ਉਹਨਾਂ ਨੇ ਵਿਦਿਆਰਥੀਆਂ ਦੇ ਅੰਕ ਪ੍ਰਦਰਸ਼ਿਤ ਕੀਤੇ ਇਸ ਗ੍ਰਾਫ ਦੇ ਵਿੱਚ ਅੰਕ ਤੇ ਹਰੇਕ ਮਹੀਨੇ ਸਕੂਲ ਦੇ ਕੋਈ 2 ਮਹੀਨਿਆਂ ਬਾਅਦ ਪੇਪਰ ਹੁੰਦੇ ਆ। ਪਹਿਲਾਂ ਜੂਨ ਚ ਹੋ ਗਏ, ਫਿਰ ਅਗਸਤ ਚ, ਫਿਰ ਅਕਤੂਬਰ ਚ, ਫਿਰ ਦਸੰਬਰ ਚ, ਫਿਰ ਫਰਵਰੀ ਚ ਤੇ ਫਿਰ ਮਾਰਚ ਚ। ਸਾਰੇ ਵਿਦਿਆਰਥੀਆਂ ਦਾ ਟੋਟਲ ਕਰਕੇ ਇੱਥੇ ਨੰਬਰ ਦੱਸੇ ਹੋਏ ਆ ਕਿ 355 ਨੰਬਰ ਜੂਨ ਚ ਲਏ ਆ ਵਿਦਿਆਰਥੀਆਂ ਨੇ, ਅਗਸਤ ਚ 365, ਦਸੰਬਰ ਚ 380, ਦਸੰਬਰ ਚ 385। ठीक है, फरवरी च 395 ਤੇ ਮਾਰਚ ਚ 400 ਤੇ ਟੋਟਲ ਜਿਹੜਾ ਹਰੇਕ ਪੇਪਰ ਆ ਇਹਦੇ ਹਾਈਐਸਟ ਨੰਬਰ 500। ਠੀਕ ਹੈ, ਕਿੰਨੇ ਆ ਹਾਈਐਸਟ 500। ਅੱਗੇ ਤੁਸੀਂ ਪ੍ਰਸ਼ਨਾਂ ਦੇ ਗ੍ਰਾਫ ਦਾ ਅਧਿਐਨ ਕਰਨਾ। ਪ੍ਰਸ਼ਨਾਂ ਦੇ ਉੱਤਰ ਦੋ ਜੋ ਪੁੱਛੇ ਆ ਉਹਨਾਂ ਨੇ ਕਿਹਾ ਦਸੰਬਰ ਅਤੇ ਫਰਵਰੀ ਦੀਆਂ ਮਹੀਨਾਵਾਰ ਪ੍ਰੀਖਿਆਵਾਂ ਨੂੰ ਮਿਲਾ ਕੇ ਪ੍ਰਾਪਤ ਅੰਕਾਂ ਦਾ ਪ੍ਰਤੀਸ਼ਤ ਪਤਾ ਕਰੋ। ਦਸੰਬਰ ਅਤੇ ਫਰਵਰੀ ਇਹਨਾਂ ਦੀਆਂ ਪ੍ਰੀਖਿਆਵਾਂ ਨੂੰ ਮਿਲਾ ਕੇ ਦਸੰਬਰ ਚ ਕਿੰਨੇ ਨੰਬਰ ਲਏ ਆ? ਹਾਂਜੀ, ਦਸੰਬਰ ਚ ਨੰਬਰ ਆਏ ਆ ਤੁਸੀਂ ਦੇਖ ਸਕਦੇ ਹੋ। ਦਸੰਬਰ ਦੇ ਜੇਕਰ ਅਸੀਂ ਨੰਬਰ ਕਾਊਂਟ ਕਰੀਏ ਤਾਂ ਇਹ ਬਣ ਰਹੇ ਆ 385 ਦਸੰਬਰ ਚ ਲਏ ਆ। ਅੱਗੇ ਫਰਵਰੀ ਚ ਹਾਂਜੀ ਦਸੰਬਰ ਚ 385 ਨੰਬਰ ਲਏ ਆ ਤੇ ਫਰਵਰੀ ਚ ਕਿੰਨੇ ਨੰਬਰ ਲਏ ਆ ਵਿਦਿਆਰਥੀਆਂ ਨੇ 395। ਫਰਵਰੀ ਚ 395 ਲਏ ਆ। ਇਹਨਾਂ ਦਾ ਅਸੀਂ ਪਰਸੈਂਟੇਜ ਕੱਢਣਾ ਵਾ ਮਿਲਾ ਕੇ ਮਤਲਬ ਟੋਟਲ ਕਰਕੇ। ਤਾਂ ਇਹਨਾਂ ਦਾ ਟੋਟਲ ਦੇਖੋ ਕਿੰਨਾ ਹੋ ਗਿਆ 5
ठीक है 3 3 6 ਤੇ 1 7 780 बन गया। ਹੁਣ ਜਿਹੜੇ ਸਾਡੇ ਕੋਲੇ परसेंटेज ਕੱਢਣ ਦਾ ਕੀ ਫਾਰਮੂਲਾ ਹੁੰਦਾ ਕਿ ਟੋਟਲ ਨੰਬਰ ਹੇਠਾਂ ਲਿਖੋ, ਤਾਂ ਇੱਥੇ ਮੇਰੇ ਕੋਲ ਟੋਟਲ 1000 ਬਣ ਗਿਆ। ਕਿਵੇਂ 1000 ਬਣਿਆ? ਕਿਉਂਕਿ ਜਿਹੜੇ ਉਸਤਮ ਅੰਕ ਆ ਉਹ 500 ਆ, ਦਸੰਬਰ ਦੇ ਵੀ 500 ਆ, ਫਰਵਰੀ ਦੇ 500 ਆ, ਟੋਟਲ ਕਿੰਨੇ ਬਣ ਗਏ 1000। ਤਾਂ ਟੋਟਲ ਨੰਬਰ ਮੈਂ ਲਿਖੇ ਆ ਹੇਠਾਂ, ਜਿੰਨੇ ਨੰਬਰ ਆਏ ਆ ਉਹਨੇ ਉੱਪਰ ਗੁਣਾ ਕਰਦੇ ਆ ਅਸੀਂ 100 ਨਾਲ। ਠੀਕ ਹੈ 2 0 ਨਾਲ 2 0 ਕੱਟ, 1 0 ਨਾਲ 1 0 ਕੱਟ, ਇੱਥੇ ਆ ਗਿਆ 78% ਆਨਸਰ ਕਿ ਵਿਦਿਆਰਥੀਆਂ ਨੇ 78% ਨੰਬਰ ਲਏ ਆ। ऑप्शन सी इथे राइट आंसर है। हाँ जी अगला सवाल ਅਸੀਂ ਕਰਦੇ ਹਾਂ। हाँ जी 30 ਫਲੈਟਾਂ ਦੀ ਲਾਗਤ 60 ਲੱਖ ਰੁਪਏ ਪ੍ਰਤੀ ਫਲੈਟ ਸੀ। ਕਿਸੇ ਬਿਲਡਰ ਨੇ 1/3 ਫਲੈਟਾਂ ਨੂੰ 15% ਲਾਭ ਅਤੇ 1/6 ਫਲੈਟਾਂ ਨੂੰ 6% ਹਾਨੀ ਤੇ ਵੇਚਿਆ। ਜੋ ਬਾਕੀ ਰਹਿੰਦੇ ਫਲੈਟਾਂ ਨੂੰ ਵੇਚਣ ਤੋਂ ਬਾਅਦ ਕੁੱਲ 10% ਹਾਨੀ ਸਹਿਣ ਕਰਦਾ ਹੈ ਤਾਂ ਬਾਕੀ ਫਲੈਟਾਂ ਵਿੱਚ ਉਸ ਦੀ ਹਾਨੀ ਪ੍ਰਤੀਸ਼ਤ ਦਾ ਪਤਾ ਕਰੋ। ਤੁਸੀਂ ਦੇਖੋ 30 ਫਲੈਟਾਂ ਦੀ ਜਿਹੜੀ ਲਾਗਤ ਆ ਉਹ ਕਿੰਨੀ ਆ? ਇੱਕ ਫਲੈਟ ਦੇ ਹਿਸਾਬ ਨਾਲ ਦੱਸੀ ਹੋਈ ਆ ਕਿ 60 ਲੱਖ ਆ। ठीक है 60 लाख प्रति फ्लैट आ तो टोटल जी कॉस्ट प्राइस आ कितना होगा? जे 160 का वा तो 30 किन्ने दे होणगे 1800 लाख दे। ठीक है किन्ने दे होणगे 1800 लाख दे, क्योंकि 30 गुणा 60 1800 ये हैगा जी टोटल कॉस्ट प्राइस। सेम इस तरह कॉस्ट प्राइस मेरे को आ जाएगा 1/3 का 1/3। ठीक है 1/3 का जो कॉस्ट प्राइस फाइंड आउट करांगे तो वो आऊगा 600, क्योंकि 3 ते असी डिवाइड कर देवांगे। 6 × 18 होंगे। ठीक है क्योंकि वो विचों तीजा हिस्सा विचे आने तो उन्होंने कॉस्ट प्राइस हो गया 6 लाख। ठीक है जी खरीदे आ कॉस्ट प्राइस होंदा खरीदना। इस दे कोरस्पोंडिंग सेलिंग प्राइस कड्डांगे, क्योंकि तुहानूं पता है जदों उसने ए वाले जिहड़े फ्लैट आ विचों 1/3 हिस्सा जिहड़ा बेचिया वा जां खरीदिया वा। ठीक है तो जदों इहनूं बेचूगा तो उन्होंने 15% का लाभ होया, 15% का लाभ ही होया ना, तो यह बन गया जी 100 + 15, क्योंकि लाभ 15 का होया बटा 100 गुणा 600, यानी कि कितना बनिया गुणा 600 करके ये बन गया जी 690। जो तुम इनू हल करोगे कापी उठा लो नाल दी नाल करी चलो। ठीक है ये सी 1/3 की गल हुई। फिर अगे सानू कंडीशन दिती आ कि उहदे विचों उहने 1/6 हिस्सा भी तो बेचिया। ਉਹ ਜਦੋਂ ਵੇਚਿਆ ਤਾਂ 1800/6, क्योंकि टोटल प्राइस कितना वा? ठीक है टोटल प्राइस कितना वा 1800 आ कॉस्ट प्राइस। सेलिंग प्राइस कितना दिता होया वा वो असीं फाइंड आउट करना, क्योंकि उहनूं 6% दी 6 हिस्सा बेचण ते 6% दी ही हानि होई आ। ठीक है जदों हानि हुंदी आ तां सेलिंग प्राइस दा फॉर्मूला की बन जांदा 100 - लॉस। हुण 100 - 6 यानी कि 94 बटा 100 गुणा कॉस्ट प्राइस। असी तो 6 का कढ़ रहे हैं तो 6 का कॉस्ट प्राइस की होगा? तो देखो 1800 तो 6 का कॉस्ट प्राइस 300 ही होगा ना, तो 6 का कॉस्ट प्राइस होया 300। दैट मीनस ये तो आ गया तुहाडे कोले जिहड़ा कॉस्ट प्राइस आ 282 रुपए उन्हां 6 का। हुण ओवरऑल जे देखिए तो उन्हें दसिया होया कि 10% की हानि हुई आ। किन्ने परसेंट की हुई आ? 10% की। तो ओवरऑल सेलिंग प्राइस देखिए ओवरऑल कॉस्ट प्राइस तो सानू पता ही 1800 है तो गुणा 1800 ही करांगे। ठीक है पर 10% की की हुई है लॉस होया बटा 100 गुणा 1800। जो तुसीं इहनूं हल करोगे ओवरऑल सेलिंग प्राइस आ गया तुहाडा 1620। हुण उहने तां बोलिया कि जिहड़े बाकी बच गए तुसीं उन्हां पिछे हानि दसनी है किन्नी होई आ, तां बाकी बचे किन्ने आ 1620। तो उन्हें पहले ही 1620 उनका ओवरऑल आ गया सेलिंग प्राइस, जिहदे तो 10% का घाटा खा गया। ठीक है उहदे विचों 282 का घाटा पिया उहनूं 6% हानि ते जदों उहनूं लाभ होया इहदे ते किन्ना पिया उहनूं लाभ होया ते तां ये 690 रुपया जिहड़ा सेलिंग प्राइस सीगा। ओवरऑल कड्ढीए असीं तां मगर बच गया 648 रुपए। इहनूं हल करन तो बाद ये हैगा रिमेनिंग सेलिंग प्राइस। मतलब की आ क्योंकि इस तां बाकी बचे हुए फ्लैटां दे देखना ना कि किन्नी हानि होई आ उहनूं 15 इहदे विचों 3 तां उहने 15% लाभ ते बेचिया, तीजा हिस्सा 6वां हिस्सा उहने 6% हानि ते बेचता। सारा बेचण मगरों उहनूं 10% दी हानि हो गई। हुण जिहड़े बाकी रह गए उन्हां पिछे असीं हानि पता करनी आ। हजे उहदे 648 रिमेनिंग सेलिंग प्राइस आ जिहड़ा ये बच गए सी, इहदे ते असीं हानि कढनी आ। जेकर असीं गल करिए इत्थे हानि दी तां तुसीं देखो हानि किन्नियां ते होई आ, किन्ने बेच चुकिया वा वो टोटल 6वां हिस्सा इत्थे बेचे आने, तीजा हिस्सा इत्थे बेचिया, यानी कि टोटल
900 कॉस्ट प्राइस ਉਹਦਾ ਹੋ ਚੁੱਕਿਆ ਵਾ, ਜਾਨੀ ਕਿ ਜਿਹੜਾ ਉਹਦਾ ਕਾਸਟ ਪ੍ਰਾਈਸ ਸੀਗਾ ਇਹਦੇ ਕੋਰਸਪੋਂਡਿੰਗ ਉਹ 900 ਬਣਦਾ ਵਾ, ਕਿਉਂਕਿ 600 ਦੇ ਉਹਨੇ ਪਹਿਲਾਂ ਵੇਚੇ ਆ, 300 ਦੇ ਬਾਅਦ ਚ 900 ਦੇ ਵਿੱਚੋਂ ਮੈਂ ਸੇਲਿੰਗ ਪ੍ਰਾਈਸ ਮਾਈਨਸ ਕਰ ਦੂੰਗੀ, ਫੇਰ ਹੀ ਪਤਾ ਲੱਗੂਗਾ ਨਾ ਹਾਨੀ ਕਿੰਨੇ ਦੀ ਹੋਈ। ਤਾਂ ਹਾਨੀ ਹੋ ਗਈ ਇੱਥੇ ਜੀ 252 ਦੀ, ਠੀਕ ਹੈ। ਹਾਨੀ ਕਿੰਨੇ ਦੀ ਹੋ ਗਈ 252 ਦੀ। 252 ਦੀ ਜਦੋਂ ਹਾਨੀ ਹੋ ਗਈ, ਓਵਰਆਲ 252 ਦੀ ਹਾਨੀ ਹੋਈ ਹੈ ਨਾ, ठीक है। ਜਿਹੜੇ ਬਾਕੀ ਬਚ ਗਏ ਤਾਂ ਬਟਾ ਕੀ ਲੱਗਦਾ ਹੁੰਦਾ ਟੋਟਲ, ਕਿਉਂਕਿ ਅਸੀਂ ਪਰਸੈਂਟੇਜ ਪਤਾ ਕਰਨੀ ਆ, ਗੁਣਾ 100। ਤਾਂ 2 0 ਨਾਲ 2 0 ਕੱਟ, ਜਦੋਂ ਤੁਸੀਂ ਇਸ ਨੂੰ ਡਿਵਾਈਡ ਕਰੋਗੇ 9 ਤੇ ਤਾਂ ਇਹ ਤੁਹਾਡੇ ਕੋਲ ਬਣ ਜਾਵੇਗਾ 28%, ਠੀਕ ਹੈ। 28% ਆਪਸ਼ਨ 28% ਇੱਥੇ ਸਹੀ ਆ, ਠੀਕ ਹੈ। ਦੇਖਦੇ ਹਾਂ ਕਿਹੜੀ ਆਪਸ਼ਨ ਹੈ 28, ਤਾਂ ਇਹ ਹੈਗੀ ਹੈ ਜੀ ਸੀ ਆਪਸ਼ਨ, ਠੀਕ ਹੈ। ਇਹ ਤੁਸੀਂ ਯਾਦ ਰੱਖਣਾ, ਆਪਸ਼ਨ ਨੰਬਰ ਸੀ ਇੱਥੇ ਰਾਈਟ ਆਂਸਰ ਹੈ। 6% ਆਪਸ਼ਨ ਨੰਬਰ ਸੀ ਇੱਥੇ ਰਾਈਟ ਆਂਸਰ ਹੈ 28%, ਠੀਕ ਹੈ। ਹੁਣ ਜੇਕਰ ਇਸ ਦੀ ਸ਼ਾਰਟ ਟ੍ਰਿਕ ਦੇਖਣੀ ਹੋਵੇ, 10% ਓਵਰਆਲ ਗਿਆ ਉਹਨੂੰ ਜਿਹੜਾ ਹਾਨੀ ਹੋਈ ਆ, ਠੀਕ ਹੈ। 6% ਉਹਨੂੰ ਪਹਿਲਾਂ ਹੋਈ ਆ, ਠੀਕ ਹੈ ਜੀ। ਤੇ ਕਿੰਨੇ ਵਾਰੀ ਹਾਨੀ ਹੋ ਗਈ 2 ਵਾਰੀ ਹੋ ਗਈ, ਤਾਂ ਇਹ ਬਣ ਗਿਆ ਟੋਟਲ 28%, ਠੀਕ ਹੈ। ਇਹ ਹੈ ਸ਼ਾਰਟ ਟ੍ਰਿਕ। ਤਾਂ ਸ਼ਾਰਟ ਟ੍ਰਿਕ ਆ ਮੈਂ ਤੁਹਾਨੂੰ ਹਮੇਸ਼ਾ ਕਹਿੰਦੀ ਹਾਂ ਕਿ ਐਗਜ਼ਾਮ ਦੇ ਵਿੱਚ ਆ ਜਿਹੜੀ ਇਹ ਯਾਦ ਨਹੀਂ ਰਹਿੰਦੀ, ਤਾਂ ਮੈਂ ਤੁਹਾਨੂੰ ਇਸ ਕਰਕੇ ਆਪਾਂ ट्रेडिशनल मैथड करते हैं। अगला प्रश्न, एक राशि सधारण ब्याज ते 5 सालों विच 9000 एक राशि सधारण ब्याज ते 5 सालों विच 9015 ਅਤੇ 6 ਸਾਲਾਂ ਦੇ ਵਿੱਚ 10054 ਹੋ ਜਾਂਦੀ ਹੈ, ਤਾਂ ਉਹ ਰਾਸ਼ੀ ਤੁਸੀਂ ਪਤਾ ਕਰਨੀ ਆ। ਹਾਂਜੀ, ਰਾਸ਼ੀ ਦਾ ਟਾਈਮ ਕਿੰਨਾ ਦਿੱਤਾ ਹੋਇਆ ਤੁਸੀਂ ਦੇਖੋ, ਟਾਈਮ ਦਿੱਤਾ 6 ਸਾਲ, ਠੀਕ ਹੈ। ਪਰ ਹੁੰਦੀ ਕਿੰਨੇ ਸਾਲਾਂ ਦੇ ਵਿੱਚ ਆ 5 ਸਾਲਾਂ ਦੇ ਵਿੱਚ। ਹੁਣ ਦੇਖੋ ਇੱਕ ਰਾਸ਼ੀ ਆ ਜਿਹੜੀ 6 ਸਾਲਾਂ ਦੇ ਵਿੱਚ 10054 ਹੋ ਜਾਂਦੀ ਆ, ਠੀਕ ਹੈ। ਫਿਰ ਉਹ 5 ਸਾਲਾਂ ਦੇ ਵਿੱਚ ਕਿੰਨੀ ਹੋਈ ਸੀ, 5 ਸਾਲਾਂ ਦੇ ਵਿੱਚ 9015 ਹੋਈ ਸੀ। ਇੱਥੇ ਮੈਂ 1 ਸਾਲ ਦਾ ਵਿਆਜ ਕੱਢ ਲੈਂਦੀ ਆ, 1 ਸਾਲ ਦਾ ਹੀ ਵਿਆਜ ਕੱਢੂੰਗੀ ਨਾ, ਮਾਈਨਸ ਕਰਕੇ 1 ਸਾਲ ਦਾ ਵਿਆਜ ਕਿੰਨਾ ਲੱਗਿਆ 1039 ਰੁਪਏ। ਇਹ ਆ 1 ਸਾਲ ਦਾ ਵਿਆਜ, ਤੇ 5 ਸਾਲਾਂ ਦਾ ਵਿਆਜ ਕਿੰਨਾ ਵਾ, ठीक है। 5 सालों का ब्याज देख लो, क्योंकि ब्याज ही लग्या ना, कोई राशि आ जिहड़ी ब्याज लग के 9015 हुई आ, 6 सालों के 10054 हो गई आ, जानी कि 1 साल का 1039 रुपए ब्याज लग रहा, ते 5 सालों का कितना लग्या 5 सालों का लगूगा 5195 रुपए जो तुसी मल्टीप्लाई करोगे। हुण जो राशि सीगी वो ब्याज लग के 9015 हुई सी ना, तो 5 सालों का ब्याज बनता वा 5195। जो तुसी ये माइनस करोगे विचों, ठीक है, की करोगे माइनस करोगे, तो ये तुहाडे कोले की बनेगी देखो तुसी कितना बनूगा माइनस करन तो बाद, ये बनेगा जी 3820। मतलब वो राशि कितनी आ, वो राशि है जी 3820 रुपए, ठीक है। तो देखो उम्मीद करती हैं कि तुहानू समझ आ गया होवेगा। ऑप्शन नंबर इत्थे राइट आंसर है ऑप्शन सी। अगला प्रश्न, ਦਿੱਤਾ ਗਿਆ ਬਾਰ ਗ੍ਰਾਫ ਮੁਕਾਬਲੇ ਦੇ ਪਹਿਲੇ 6 ਓਵਰਾਂ ਵਿੱਚੋਂ ਹਰੇਕ ਟੀਮ ਵਿੱਚ ਇੱਕ ਟੀਮ ਵੱਲੋਂ ਵਧਾਈਆਂ ਗਈਆਂ ਦੌੜਾਂ ਦੀ ਸੰਖਿਆ ਨੂੰ ਦਰਸਾਉਂਦਾ ਹੈ। ਇਹ ਬਾਰ ਗ੍ਰਾਫ ਆ ਜਿਹੜਾ ਕਿ ਓਵਰਸ ਦੇ ਵਿੱਚੋਂ ਹਰੇਕ ਟੀਮ ਦੀਆਂ ਬਣਾਈਆਂ ਗਈਆਂ ਦੌੜਾਂ ਨੂੰ ਦਰਸਾਉਂਦਾ ਹੈ। ਓਵਰ 1 4 ਦੌੜਾਂ, ਓਵਰ 2 ਇਹ 14 ਤੋਂ ਉੱਪਰ ਆ ਤੇ 16 ਤੋਂ ਹੇਠਾਂ ਯਾਨੀ ਕਿ 15 ਹੋ ਗਈਆਂ, ਓਵਰ 3 8 ਇਸ ਤਰ੍ਹਾਂ। ਤਾਂ ਹੁਣ ਇਹਦੇ ਵਿੱਚ ਉਹਨਾਂ ਨੇ ਪੁੱਛਿਆ ਕਿ ਟੀਮ ਨੇ किस ओवर विच 10 दौड़ां बनाईयां। हाँ जी, केड़ी टीम ने इहदे विच उन्होंने यही पूछा कि टीम ने किस ओवर दे विच 10 दौड़ां बनाईयां। 10 कित्थे पिया ग्राफ च देखो, ये 10 पिया, इहदे देखो कोरसपोंडिंग ये बन रहा ओवर 5, ठीक है। तो ओवर 5 टीम इस तरह दी आ जिन्हें ओवर 5 ने 10 दौड़ां बनाईयां। ऑप्शन डी इत्थे राइट आंसर है, ठीक है जी। अगला प्रश्न, एक धन राशि ते 5 सालां विच 9% प्रति साल की दर से 5409 का सधारण ब्याज प्राप्त होया, तो धन राशि पता करो। हाँ जी, हुण देखो तुहानू सेलिंग सिंपल इंटरस्ट पता जिहदे ते ब्याज लग्या 5409 रुपए, 5 सालों के विच लग्या 9% ते लग्या, ठीक है। हुण इत्थे जिहड़े स्टूडेंट्स नू पता कि सिंपल इंटरस्ट का फॉर्मूला हुंदा प्रिंसीपल इंटू रेट इंटू टाइम बटा 100
ਕਿਹਦਾ ਫਾਰਮੂਲਾ ਹੁੰਦਾ ਇਹ ਵਿਆਜ ਦਾ, ਜਾਣੀ ਕਿ ਸਿੰਪਲ ਇੰਟਰਸਟ ਦਾ। ਇੱਥੇ ਉਹਨੂੰ ਵਿਆਜ ਮਿਲ ਗਿਆ 5409 रुपए। ठीक है, प्रिंसीपल असी हजे पता करना क्योंकि सानू नहीं पता हैगा। उस तो बाद रेट तुहानू दिता होया, रेट हमेशा परसेंटेज दे विच हुंदा, तां कितना रेट दिता होया इत्थे 9% दा, टाइम दिता 5 साल दा बटा 100। 100 की है इधर, की हो रहा इधर 100 इधर हो रहा वा, डिवाइड उधर जाके हो गया मल्टीप्लाई, इत्थों असी पी कढ लैंदे आ। ठीक है, 9 ते 5 इधर गुणा हो रहे से, इधर आके हो गए डिवाइड। पहला मैं 5 नूं ही कट करता, इत्थे बन गए 20। ठीक है, उस तो बाद मैं 9 ते जदों कट किया 6 नाम 54, 9 ते जदों आपां कट किया तां इह तुहाडे कोले बन गए जी 6 नाम 54। ठीक है, तां उस तो बाद 0 1 9 आया 601 गुणा 20, 601 गुणा 20 जदों तुसीं इस नूं गुणा करोगे तो यह तुहाडे कोले बनेगा 12020 रुपए। ठीक है, 12020 रुपए वो राशि आ जिहदे ते 5 सालां दे विच 5409 रुपए का सधारण ब्याज प्राप्त होया। हाँ जी, अपनी नोटबुक चक लो, जिवें जिवें मैं बोल रही हाँ तुसीं उस तरह करोगे तो उम्मीद करदी हाँ तुहानूं बहुत ज़्यादा समझ आवेगा। तो ऑप्शन बी इत्थे राइट आंसर है। अगला प्रश्न, हेठ दित्तियां भिन्नां विचों सब तो वड्डी भिन्न किहड़ी है। हाँ जी, भिन्नां वाला मैं तुहानूं बहुत बार बार करवाया होया कि भिन्न लई असीं किवें देखना। देखो भिन्न दित्ती हुई है 6/7, फिर 2/3, उस तो बाद 20/21, फिर तुहानूं दित्ती है 18/5। पहलां तुसीं पहलियां दो भिन्नां चक लो 6/7 ते 2/3, इन्हां दोनां नूं करो क्रॉस मल्टीप्लाई, 6 18, 7 दूनी 14, इन्हां चों वड्डा किहड़ा 18, 18 इहदे तो बनिया तो तुसीं रख लो 6/7। ठीक है, जे छोटी पूछा तो छोटा नंबर रखी चलो, जे वड्डी पूछा तो वड्डा नंबर। फिर इहदे नाल कंपेयर करो तीजी भिन्न दा, तीजी भिन्न सीगी मेरे कोले 20/21। ठीक है, हुण 21 नूं 6 नाल मल्टीप्लाई करोगे 6 एकम 6, 6 दूनी 12, ये बन गया 126। ठीक है, उस तो बाद 7 नूं 20 नाल करोगे 140। वड्डी भिन्न किहड़ी आ गई ए वाली, क्योंकि 140 इहदे तो बनिया, क्रॉस मल्टीप्लाई करके तुसीं उपर वाला जो उपर वाला अंक लै रहे हो ना उहदे उपर ही रखना, तो 140 हो गया। हुण इस तो बाद तुसीं अगला जिहड़ा 20/21 आया इहदा कंपैरिजन करो जो रह गई उहदे नाल 18/5 दे नाल। ठीक है, जदों असीं इन्हां दोनां दा कंपैरिजन करांगे तां तुसीं देख सकदे हो इन्हां दे कंपैरिजन करन तो बाद 20 नूं 5 20 5 किन्ने हुंदे आ 100। ठीक है, 20 5 किन्ने हुंदे आ 100, इन्हां दा कंपैरिजन करके लिखता। 21 नूं 18 नाल गुणा करोगे ये हुंदा 378, किन्ना हुंदा 378, तां वड्डा किहड़ा बनिया 378, किहदे तो बनिया ये 18/5 तो। ऑप्शन नंबर देख लो इत्थे किहड़ी राइट है, 18/5 भिन्न वड्डी आ। जे छोटी पूछिया तो तुसीं इदां ही छोटी रखदे जाना। ऑप्शन सी इज द राइट आंसर। अगला प्रश्न, जे एक संख्या दे 3/5 का 60% तो रेट है तो वह संख्या पता करो। हाँ जी, कोई संख्या वा, ठीक है, आपां नूं नहीं पता किहड़ी संख्या वा, तो मैं लिख ली वो संख्या x आ। जे x दे दा जिथे भी लिखिया हुंदा असीं उत्थे गुणा लैंदे आ, x दे 3/5 उस दा अगे दा लिखिया ना, x दा एक संख्या वा उहदा 3/5, मैं x लै ली कि संख्या x आ, दा मतलब गुणा 3/5, फिर उसका अगे 60%, 60 मतलब गुणा। ठीक है, तो 60% का मतलब बटा 100, परसेंटेज का मतलब होंदा बटा 100, किन्ना वा 63, उन्हें लिखिया वा ना 63% है, तो वह संख्या लभो। तो हुण इहनूं आपां हल कर लैंदे आ। देखो x बराबर है तो रेट 5 इधर डिवाइड हो रहा उधर जाके गुणा हो गया, 100 इधर डिवाइड हो रहा उधर जाके गुणा हो गया, बटा 3 इधर गुणा हो रहा उधर जाके डिवाइड, 60 इधर गुणा हो रहा उधर जाके डिवाइड। ठीक है, तुसीं इत्थे भी कट कर सकते सी पर मैं अगे जाके कर रही हाँ। देखो 0 नाल 0 कट करती, जेकर असीं 63 की गल करिए तो 63 किहदे ते कट हो गया 21 ते। ठीक है, 63 किहदे ते कट होया 21 ते कट हो गया। जेकर असीं 6 की गल करिए इहनूं भी असीं 3 ते 2 ते कट कर सकदी हां मैं, एक 3 क्योंकि 3 नहीं 3 ते एक पहाड़े ते कट किया 2 आउंदा ना 6, 2 ते आउंदा 6, 3 दूनी 6, 7 या 21। तो देखो फिर 2 ते मैं 5 नूं कट कर दिनी है, 10 पे आना इत्थे 5 आ जाएगा, 1 दूनी दूनी 5 दूनी 10, 5 5 25 ते 25 7 आ, 5 5 25
25 7 175 मतलब वो संख्या केड़ी आ 175। ऑप्शन डी इज द राइट आंसर है। अगला प्रश्न, दिती गई ब्रह्म वार्ता बहुभुज विद्यार्थियों के ਪ੍ਰੀਖਿਆ अंक दर्शा रही है ਤੇ ਇੱਕ ਸਮੂਹਿਕ ਬ੍ਰਹਮ ਵਾਰਤਾ ਵੰਡ ਤੋਂ ਪ੍ਰਾਪਤ ਅੰਕੜਿਆਂ ਨੂੰ ਪ੍ਰਦਰਸ਼ਿਤ ਕਰਦੀ ਹੈ। ਵਰਗ ਲੇਟਵੀਂ ਧੁਰੀ ਨਾਲ ਅਤੇ ਬ੍ਰਹਮ ਵਾਰਤਾ ਖੜਵੀਂ ਧੁਰੀ ਨਾਲ ਦਿੱਤੀ ਗਈ ਹੈ। ਮਾਰਕਸ ਆਬਟੇਨ ਬਾय 100 ਦੇ ਵਿੱਚੋਂ ਆ ਰਹੇ ਨੇ, ਤਾਂ ਜਿਹੜੇ ਮਾਰਕਸ ਆ ਉਹ ਇਸ ਤਰ੍ਹਾਂ ਦਿੱਤੇ ਹੋਏ ਨੇ। ਉਹਨਾਂ ਨੇ ਬੋਲਿਆ ਕਿ ਸਭ ਤੋਂ ਘੱਟ ਵਿਦਿਆਰਥੀਆਂ ਦੁਆਰਾ ਪ੍ਰਾਪਤ ਅੰਕ ਕਿਸ ਵਰਗ ਅੰਤਰਾਲ ਦੇ ਅੰਤਰਗਤ ਆਉਂਦੇ ਹਨ। ਹਾਂਜੀ, ਸਭ ਤੋਂ ਘੱਟ ਵਿਦਿਆਰਥੀਆਂ ਦੁਆਰਾ ਪ੍ਰਾਪਤ ਅੰਕ ਆ ਜਿਹੜੇ, ਦੇਖ ਲਓ ਕਿਹੜੇ ਵਰਗ ਦੇ ਅੰਤਰਗਤ ਆਉਂਦੇ ਹਨ। ਤਾਂ ਦੇਖੋ ਗ੍ਰਾਫ ਕੀ ਇਹਦੇ ਚ ਡਿੱਗਿਆ ਵਾ, ਗ੍ਰਾਫ 65 ਤੇ ਡਿੱਗਿਆ ਲੱਗ ਰਿਹਾ ਨਾ, 65 ਤੇ ਬਿਲਕੁਲ ਡਿੱਗ ਪਿਆ ਇਹ ਗ੍ਰਾਫ, ਠੀਕ ਹੈ ਜੀ। ਤਾਂ ਇਹ ਜਿਹੜਾ 65 ਤੇ ਡਿੱਗਿਆ ਵਾ, ਉਹਨਾਂ ਨੇ ਬੋਲਿਆ ਕਿ ਸਭ ਤੋਂ ਘੱਟ ਵਿਦਿਆਰਥੀਆਂ ਦੁਆਰਾ ਪ੍ਰਾਪਤ ਅੰਕ ਕਿਸ ਵਰਗ ਅੰਤਰਾਲ ਦੇ ਵਿੱਚ ਹਨ। ਤਾਂ ਇਹ ਕਿਹੜਾ ਵਰਗ ਅੰਤਰਾਲ ਬਣ ਰਿਹਾ ਹੈ, ਇਹ ਬਣ ਰਿਹਾ ਹੈ ਜੀ 60 ਤੋਂ ਕਿਉਂਕਿ 65 ਆ ਨਾ, 60 ਤੋਂ 70 ਦੇਖ ਲੈਨੇ ਆਪਸ਼ਨ ਦੇ ਵਿੱਚ 60 ਤੋਂ 70 ਹੈ ਕੋਈ, ਹਾਂਜੀ ਹੈ, ਤਾਂ ਆਪਸ਼ਨ ਡੀ ਇੱਥੇ ਰਾਈਟ ਆਨਸਰ ਹੈ। ਅਗਲਾ ਪ੍ਰਸ਼ਨ ਆ, ਹਾਂਜੀ ਨਿਮਨਲਿਖਤ ਵਾਰ ਗ੍ਰਾਫ ਦਾ ਅਧਿਐਨ ਕਰੋ ਅਤੇ ਇਸ ਦੇ ਆਧਾਰ ਤੇ ਪੁੱਛੇ ਗਏ ਪ੍ਰਸ਼ਨਾਂ ਦਾ ਉੱਤਰ ਦਿਓ। ਅੱਗੇ ਉਹਨੇ ਦੱਸਿਆ ਕਿ ਨਿਮਨਲਿਖਤ ਵਾਰ ਗ੍ਰਾਫ ਦੇ ਵਿੱਚ ਕਿਹੜੇ ਸਾਲਾਂ ਵਿੱਚ VOT ਪ੍ਰੋਜੈਕਟਾਂ ਨੇ ਮਾਲੀਆ ਇਕੱਤਰੀਕਰਨ ਵਿੱਚ ਵਧੇਰੇ ਯੋਗਦਾਨ ਪਾਇਆ। ਦੇਖੋ ਇਹ ਤੁਹਾਨੂੰ ਦਿੱਤੇ ਹੋਏ ਆ ਦੋ ਵਾਰ ਗ੍ਰਾਫ, ਦੋ ਨਹੀਂ ਇੱਕ ਵਾਰ ਗ੍ਰਾਫ ਆ, ਜਾਨੀ ਕਿ ਇਹਦੇ ਵਿੱਚ ਜਿਹੜੇ ਸਰਕਲ ਆ ਕੰਸਟਰਕਸ਼ਨ ਆ ਉਹ ਦੋ ਬਣ ਰਹੇ ਆ। ਤੁਸੀਂ ਦੇਖੋ BOT ਪ੍ਰੋਜੈਕਟ ਲਾਈਟ ਕਲਰ ਨੂੰ ਦਰਸਾ ਰਹੇ ਆ, ਠੀਕ ਹੈ। BOT ਪ੍ਰੋਜੈਕਟ ਜਿਹੜਾ ਉਹਨੇ ਯੋਗਦਾਨ ਪਾਇਆ ਉਸ ਨੂੰ ਲਾਈਟ ਕਲਰ ਦੇ ਵਿੱਚ ਦਰਸਾਇਆ ਗਿਆ ਵਾ। ਜਿਹੜਾ ਉਸਨੇ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਕੋਈ ਕਲੈਕਸ਼ਨ ਆ ਉਹ ਡਾਰਕ ਕਲਰ ਦੇ ਵਿੱਚ ਆ, ਠੀਕ ਹੈ ਜੀ। ਹੁਣ ਲਾਈਟ ਕਲਰ ਦੀ ਗੱਲ ਹੋ ਰਹੀ ਆ BOT ਦੀ, ਜਾਨੀ ਕਿ ਪ੍ਰੋਜੈਕਟਾਂ ਨੇ, ਉਹਨਾਂ ਨੇ ਪੁੱਛਿਆ ਕਿ ਕਿਹੜੇ ਸਾਲ ਇਹਨਾਂ ਨੇ ਵਧੇਰੇ ਯੋਗਦਾਨ ਪਾਇਆ। ਤਾਂ ਯੋਗਦਾਨ ਪਾਇਆ ਹੀ ਦੱਸਿਆ ਹੋਇਆ ਨਾ, VOT ਸ਼ੇਅਰ ਪ੍ਰੋਜੈਕਟ ਲਾਈਟ ਕਲਰ ਸ਼ੋ ਕਰ ਰਿਹਾ ਹੈ। ਤਾਂ ਕਿਹੜੇ ਸਾਲ ਵੱਧ ਪਾਇਆ, ਦੇਖੋ 1848 ਚ ਹੀ ਵੱਧ ਪਾਇਆ, 1848 ਪਾਇਆ ਨਾ 2013-14 ਚ, ਤਾਂ ਕਿਹੜਾ ਵੱਧਦਾ 1848 ਹੀ ਵੱਧਦਾ ਇਹਨਾਂ ਸਾਰਿਆਂ ਦੇ ਮੁਕਾਬਲੇ। ਤਾਂ ਰਾਈਟ ਆਨਸਰ ਹੈ ਆਪਸ਼ਨ ਏ ਕਿ 2013-14 ਚ ਵੱਧ ਪਾਇਆ। ਅਗਲਾ ਪ੍ਰਸ਼ਨ, ਸੀਮਾ ਨੇ ਇੱਕ ਕਿਤਾਬ ਖਰੀਦੀ ਅਤੇ 20% ਲਾਭ ਦੇ ਨਾਲ ਰੀਮਾ ਨੂੰ ਵੇਚ ਦਿੱਤੀ। ਹੁਣ ਸੀਮਾ ਨੇ ਇੱਕ ਕਿਤਾਬ ਖਰੀਦੀ ਆ ਜਿਹੜੀ ਕਿ 20% ਦੇ ਲਾਭ ਨਾਲ ਰੀਮਾ ਨੂੰ ਦੇ ਦਿੱਤੀ। ਹੁਣ ਉਹਨੂੰ ਕਿੰਨਾ ਲਾਭ ਹੋਇਆ, 20% ਦਾ ਹੋਇਆ, ਠੀਕ ਹੈ ਜੀ। ਕੁਝ ਦਿਨਾਂ ਬਾਅਦ ਉਸ ਨੂੰ ਉਸ ਕਿਤਾਬ ਦੀ ਲੋੜ ਪਈ ਅਤੇ ਰੀਮਾ ਤੋਂ ਉਹਨੇ ਉਹੀ ਕਿਤਾਬ ਫਿਰ ਦੁਬਾਰਾ ਖਰੀਦੀ। ਤਾਂ ਰੀਮਾ ਨੇ ਕੀ ਕੀਤਾ ਕਿ 10% ਦੇ ਲਾਭ ਨਾਲ ਉਹ ਕਿਤਾਬ ਸੀਮਾ ਨੂੰ 396 ਰੁਪਏ ਦੇ ਵਿੱਚ ਵੇਚ ਦਿੱਤੀ। ਤਾਂ ਕਿਤਾਬ ਦਾ ਖਰੀਦ ਮੁੱਲ ਪਤਾ ਕਰੋ। ਹੁਣ ਦੇਖੋ ਗੱਲ ਹੋਈ ਸੀ ਰੀਮਾ ਦੀ, ਠੀਕ ਹੈ। ਤੁਸੀਂ ਨਾਲ ਦੀ ਨਾਲ ਸਟੇਟਮੈਂਟ ਪੜ੍ਹ ਲੈਣਾ, ਆਪਾਂ ਇੱਕ ਸਾਈਡ ਤੇ ਸੋਲਵ ਕਰਦੇ ਹਾਂ। ਰੀਮਾ ਨੂੰ 10% ਦਾ ਲਾਭ ਹੋਇਆ ਜਦੋਂ ਉਹਨੇ ਉਹ ਕਿਤਾਬ ਸੀਮਾ ਨੂੰ 396 ਰੁਪਏ ਦੇ ਵਿੱਚ ਵੇਚੀ। ਤਾਂ ਇੱਥੇ ਵੇਚ ਮੁੱਲ ਕਿੰਨਾ ਬਣ ਗਿਆ 396, ਤੇ ਉਹੀ ਕੀ ਬਣ ਜੂਗਾ, ਉਹੀ ਬਣ ਜੂਗਾ ਸੀਮਾ ਦਾ ਖਰੀਦ ਮੁੱਲ, ਠੀਕ ਹੈ। ਇਹਦਾ ਵੇਚ ਮੁੱਲ ਆ, ਸੀਮਾ ਦਾ ਤਾਂ ਖਰੀਦ ਮੁੱਲ ਬਣਿਆ ਨਾ। ਤਾਂ ਆਪਾਂ ਗੱਲ ਕਰਦੇ ਹਾਂ, ਪਹਿਲਾਂ ਆਪਾਂ ਖਰੀਦ ਮੁੱਲ ਕੱਢਦੇ ਹਾਂ ਰੀਮਾ ਦਾ, ਠੀਕ ਹੈ, ਕਿਉਂਕਿ ਅਸੀਂ ਕਿਤਾਬ ਦਾ ਐਗਜ਼ੈਕਟ ਮੁੱਲ ਕੱਢਣਾ। ਤਾਂ ਆਪਾਂ ਰੀਮਾ ਦਾ ਦੇਖਾਂਗੇ ਕਿ ਉਹਨੇ ਕਿੰਨੇ 'ਚ ਖਰੀਦੀ ਸੀ ਸੀਮਾ ਤੋਂ ਪਹਿਲਾਂ। ਤਾਂ 390, ਕਿਉਂਕਿ ਸੇਲਿੰਗ ਪ੍ਰਾਈਸ ਦਾ ਫਾਰਮੂਲਾ ਹੁੰਦਾ ਸੇਲਿੰਗ ਪ੍ਰਾਈਸ ਬਰਾਬਰ, ਸੇਲਿੰਗ ਪ੍ਰਾਈਸ ਇੱਥੇ ਦਿੱਤਾ ਹੋਇਆ 396, ਤਾਂ ਮੈਂ 396 ਲਿਖ ਲਿਆ, ਪਲੱਸ ਫਿਰ ਆਪਣੇ ਕੋਲੇ ਕੀ ਹੁੰਦਾ ਬਰਾਬਰ ਪਾ ਕੇ ਸੇਲਿੰਗ ਪ੍ਰਾਈਸ ਦਾ ਫਾਰਮੂਲਾ ਪਹਿਲਾਂ ਮੈਂ ਲਿਖ ਦਿੰਨੀ ਆ ਇੱਥੇ। ਸੇਲਿੰਗ ਪ੍ਰਾਈਸ ਦਾ ਫਾਰਮੂਲਾ ਹੁੰਦਾ 100 ਪਲੱਸ ਲਾਭ, ਜਦੋਂ ਲਾਭ ਹੋਵੇ ਉਸ ਟਾਈਮ, ਠੀਕ ਹੈ, ਜਾਨੀ ਕਿ ਪ੍ਰੋਫਿਟ ਵਟਾ 100 ਗੁਣਾ ਕੋਸਟ ਪ੍ਰਾਈਸ। ਹੁਣ ਆਪਾਂ ਇਹਦੇ 'ਚ ਜੋ ਵੈਲਿਊ ਦਿੱਤੀ ਉਹ ਪੁੱਟ ਕਰਨੀ ਹੈ, ਠੀਕ ਹੈ ਜੀ। ਤਾਂ ਆਪਣੇ ਕੋਲ ਜੋ ਸੇਲਿੰਗ ਪ੍ਰਾਈਸ ਦਾ ਫਾਰਮੂਲਾ ਹੁੰਦਾ ਉਹ ਹੁੰਦਾ ਹੈ, ਹਾਂਜੀ 396 ਬਰਾਬਰ, ਕਿਉਂਕਿ ਉਹਨੂੰ ਲਾਭ ਹੋਇਆ ਤਾਂ 10% ਦਾ ਹੋਇਆ 100 ਪਲੱਸ 10 ਬਟਾ 100 ਗੁਣਾ ਕੋਸਟ ਪ੍ਰਾਈਸ ਜਾਨੀ ਕਿ ਖਰੀਦ ਮੁੱਲ, ਠੀਕ ਹੈ ਜੀ। 0 ਨਾਲ 0 ਕੱਟ ਤੇ 10 ਇੱਧਰ ਕੀ ਹੋ ਰਿਹਾ ਸੀ डिवाइड इधर आके मैं गुणा करता, 11 इधर गुणा हो रहा सी, इधर आके हो गया डिवाइड। इनू जो तुसी कट करोगे इत्थे बनूगा 36 नाल 0 है तो 0 लगा दो, जानी कि 360 रुपए। जानी कि सीमा ने 360 रुपए दे विचों किताब आ जिहड़ी खरीदी आ रीमा तो, ठीक है। पर आपां तां एग्जैक्ट वेच मुल लभना उहदा की आ
ठीक है। एग्जैक्ट कॉस्ट प्राइस लभना, खरीद मुल लभना है ना। एग्जैक्ट की सी, ये तो गां दी गां बेची गई सी क्योंकि सीमा ने ये किताब खरीदी अते 20% के लाभ नाल रीमा नूं दित्ती सी। जदों उहने ये किताब खरीदी सी जानी कि खरीदी सी तो 20% के लाभ नाल रीमा नूं दे दित्ती सी। जानी कि सीमा ने जे 360 रुपए दे विच खरीदी आ तो उहने 20% के लाभ नाल सीमा नूं दे दित्ती। तो अपने को आ गया सेम यही फॉर्मूले तो 360 बराबर है 120 गुणा 100 कॉस्ट प्राइस असी पता करना जिन्हों आप एक्स मान लें। ठीक है। इधर आके 3600 जोड़ा 100 डिवाइड हो गुणा हो जाऊगा क्योंकि उधर डिवाइड हो रहा, इधर की हो जाऊगा भाग 120 क्योंकि इधर की हो रहा सी गुणा हो रहा सी। जीरो नाल जीरो कट 12 एकम 12 12 तीया 36 तो इथों पता लग गया कि ਉਹਦਾ कॉस्ट प्राइस कितना सी 300 सीगा 300। ठीक है। बुक का एग्जैक्ट मुल है जो खरीद मुल कितना सीगा 300। तो ऑप्शन ए इत्थे राइट आंसर है। देखो सीमा ने जी किताब खरीदी सीगी उन्हें 20% के लाभ से रीमा नूं वेच दित्ती सी। कुछ दिनों बाद उसनूं जरूरत पई उसने रीमा तो दोबारा खरीदी 10% के लाभ नाल ते रीमा तो खरीदी उन्हें 396 च। असीं पहलां 396 के कोरसपोंडिंग कॉस्ट प्राइस पता कर लिया जिहड़ा कि 360 आया जानी कि सीमा ने 360 दे विचों खरीदी सीगी। ठीक है। किहदे तो खरीदी आ सीमा ने हुण रीमा तो खरीदी आ पर एग्जैक्ट पता करन दे लई असीं आ 20% दा यूज करांगे। ठीक है। तो इस करके जिहड़ा कॉस्ट प्राइस आ सानूं 300 मिलिया। अगला प्रश्न नगर पालिका स्कूल दी 9वीं क्लास विच सैक्शन ए अते सैक्शन बी दे कुल विद्यार्थियों का अनुपात 6:11 है। हाँ जी ऑब्जैक्शन भी लगी सी सम दे उपर जे सैक्शन ए दे विच 40% कुड़ियां अते सैक्शन बी दे विच 48% मुंडे हैं तो दोवें सैक्शनां विच विद्यार्थियों का किन्ने प्रतिशत मुंडे हैं। देखो ऑब्जैक्शन लगन का कारण की सीगा कि जेकर असी 40% कुड़ियां लैके चलते हैं 40% कुड़ियां तो 60% मुंडे होणगे। ठीक है। ऑब्जैक्शन लगन का कारण यही होया सी कि इत्थे मुंडियां दी गिणती सीगी 40 क्योंकि उस दे कोरसपोंडिंग इस स्टेटमेंट्स दे कोरसपोंडिंग आंसर नहीं सही आ रहा। इस दे कोरसपोंडिंग आंसर आ रहा 52% जो ये स्टेटमेंट बोल रही है। ठीक है। इस दे कोरसपोंडिंग आंसर आया 52% जबकि इसदा एग्जैक्ट आंसर सीगा कितना सी इसदा एग्जैक्ट आंसर वो आपां कढ के फिर आपां नूं पता चले। हाँ जी नगर पालिका स्कूल की 9वीं क्लास विच सैक्शन ए अते सैक्शन बी के कुल विद्यार्थियों का अनुपात 6:11 है जानी कि सैक्शन ए दे विच 6 गुणा विद्यार्थी ने सैक्शन बी दे विच 11 गुणा विद्यार्थी ने। जे सैक्शन ए दे विच 40% कुड़ियां ने ते सैक्शन बी दे विच 48% मुंडे ने तो दोवां सैक्शनां विच विद्यार्थी किन्ने प्रतिशत मुंडे हन। हाँ जी किन्ने प्रतिशत विद्यार्थी है जिहड़े मुंडे हन। तो सब तो पहला तुसी देखो आप इस स्टेटमेंट्स के कोरसपोंडिंग जे चलीए तो स्टेटमेंट के अकॉर्डिंग टोटल जे साडे कोले टोटल सैक्शन ए दे विच किन्ने विद्यार्थी है 6x आ। ठीक है। उहदे विचों किन्नियां कुड़ियां ने 40 आपां तां टोटल मुंडे पता करने आ ना दोवें सैक्शनां विच किन्ने मुंडे हन तो मुंडे किन्ने होणगे 60%। जे 40% कुड़ियां तो 60% मुंडे होणगे। ठीक है। परसेंटेज का मतलब हुंदा बटा 100 तो शिकम 36 नाल 0 बटा 100 मैं कट नहीं कर रही क्यों नहीं कर रही क्योंकि अगे जाके असी सैक्शन ए अते बी दे स्टूडेंट्स कंबाइन करने आ। जदों असी कंबाइन करांगे तो फिर साडे कोल की होवेगा कि असी प्लस करने आ फिर सानू एलसीएम लैन की जरूरत पवेगी। जेकर असी 100 एज इट इज़ रख लेने तो ईजी सॉल्व हो जाएगा। ठीक है। फिर अगले सैक्शन दे विच उहने कहा 48 मुंडे आ। ठीक है। 11x टोटल विद्यार्थी होणगे क्योंकि 11 गुणा मा। ठीक है। तो 48% मुंडे आ बटा हो गया 100। जो तुसी 48 नूं 11 दे नाल मल्टीप्लाई करोगे। हाँ जी जो तुसी 48 नूं 11 नाल मल्टीप्लाई करोगे ये बनूगा तुहाडे कोले 528। ठीक है जी बटा 100x। हुण तुसी जदों इन्हां नूं जोड़ करोगे तो तुहाडे कोले बन गया। ठीक है। इन्हां दोनों का जोड़ करोगे जोड़ कितना बनूगा जी देखो इत्थे अपने आप तुसी इक्वेशन 1 ते इक्वेशन 2 का जोड़ कर दो तो ये तुहाडे कोले बनूगा 360। हाँ जी 360 बटा 100 प्लस 528 बटा 100। ठीक है जी। ते नाल एक्स आ बराबर किहदे आ जाएगा
888 बटा हाँ जी 888 बटा 100 एक्स दे। ठीक है, हुण 888 बटा 100 ये तुहाडे कोल की आ गए टोटल विद्यार्थी आ गए 888 बटा 100। हुण तुहानूं पता लग गया कि जिहड़ा परसेंटेज आ वो कड्ढण लई तां गुणा 100 ही करांगे, तां टोटल विद्यार्थी लैके चलो तुसीं इत्थे 888 बटा 17 क्योंकि 6 प्लस कितना होगा 17x 88x गुणा कर देवांगे असीं 100 दे नाल। ठीक है जी, हुण जदों आपां 100 दे नाल गुणा करके इस नूं डिवाइड करांगे 1788 नूं, ठीक है, जां 888 नूं, तां इह तुहाडे कोले बनेगा 888 नाल 2 जीरोज़। ठीक है, फिर आपां लै लैंदे आ इत्थे 17 17 एकम 17 पहलां तुसीं देखो 17 5 किन्ने हुंदे आ 17 5 85 हुंदे आ, तां 17 5 ते गया, फिर इहदे विचों असीं माइनस करांगे, इत्थे आ गया 3 उपर उतारिया 8 17 एकम 17 17 दूणा। ठीक है, 17 दूणा किन्ने होणगे 17 दूणा होणगे जी इत्थे तुहाडे कोले 34। हुण देखो 52% आ गया, जिवें कि मैं तुहानूं स्टार्टिंग दे विच दस्सिया सी कि जेकर असीं स्टेटमेंट्स दे अकॉर्डिंग चलीए तां आंसर साडा 52% आऊगा, ਜਿਹੜਾ ਕਿ ਇਹ ਰਿਹਾ ਵਾ क्योंकि दोवें सैक्शनां ਦੇ ਵਿੱਚ ਅਸੀਂ ਮੁੰਡੇ ਦੱਸਣੇ ਸੀ ਤੇ 52% ਦੀ ਇਹਦੇ ਵਿੱਚ ਆਪਸ਼ਨ ਨਹੀਂ ਸੀ, क्योंकि ਆਪਸ਼ਨ ਸੀਗੀ ਕਿ ਜਾਂ ਇੱਥੇ ਜੋ ਤੁਹਾਡੇ ਕੋਲੇ ਕੁੜੀਆਂ ਗਿਣਤੀ ਦੱਸੀ ਆ ਇਹ ਮੈਟਰ ਨਹੀਂ ਕਰਦਾ ਕਿ ਕਿਉਂਕਿ ਮੁੰਡੇ ਤਾਂ ਸਾਨੂੰ ਪਤਾ ਲੱਗ ਗਿਆ ਸੀ ਕਿ 60% ਆ, ਜੇਕਰ ਇੱਥੇ ਤੁਹਾਡੇ ਕੋਲੇ 52% ਹੋਣਗੇ ठीक है मुंडे, फिर उस हिसाब नाल आंसर ऑप्शन ए आऊगा 54.8 जिहड़ी कि बोर्ड वालों आंसर की कड्ढी गई आ ओहदे ते आ। ठीक है, तो हुण तुसीं अपने हिसाब नाल देख लेना, तो इस ते ऑब्जैक्शन भी लगी सी। अगला प्रश्न हेठां दित्तिआं विचों दो कथनां नूं दावा अते कारण, ए दावा करदा वा आर दा मतलब आ कारण, इस दे वजों चिंतन किया गया मतलब दर्शाए गए आ ਅਤੇ ਆਪਣੇ ਉੱਤਰ ਨੂੰ ਵਿਕਲਪਾਂ ਦੇ ਵਿੱਚ ਦਿੱਤੇ ਕੋਡ ਨਾਲ ਚਿੰਨ੍ਹਿਤ ਕਰਨਾ। ਤੁਸੀਂ ਦਾਵਾ ਕੀ ਕਹਿੰਦਾ ਵਾ ਕਿ ਕਸ਼ਮੀਰ ਦਿੱਲੀ ਤੋਂ ਠੰਡਾ ਹੈ। ਹਾਂਜੀ, ਦਾਵਾ ਕੀ ਆ ਕਿ ਕਸ਼ਮੀਰ ਦਿੱਲੀ ਤੋਂ ਠੰਡਾ ਹੈ ਤੇ ਉਹਦਾ ਕਾਰਨ ਆ ਕਿ ਕਸ਼ਮੀਰ ਦਿੱਲੀ ਦੀ ਤੁਲਨਾ ਵਿੱਚ ਜ਼ਿਆਦਾ ਉਚਾਈ ਤੇ ਹੈ। ਹੁਣ ਆਪਾਂ ਦੇਖਣੇ ਆ ਕਿ ਇਹਨਾਂ ਦੇ ਵਿੱਚ ਕਿਹੜੀ ਆਪਸ਼ਨ ਫੋਲੋ ਕਰਦੀ ਆ। ਹਾਂਜੀ, ਦਾਵਾ ਕੀ ਆ ਏ ਅਤੇ ਆਰ ਸੱਚ ਹਨ। ਹਾਂਜੀ, ਏ ਅਤੇ ਆਰ ਬਿਲਕੁਲ ਸੱਚ ਹਨ। आर ए दी सही व्याख्या है। हाँ जी, आर आ जिहड़ा ओ ए दी सही व्याख्या है, बिल्कुल सही आ। ऑप्शन ए इत्थे राइट आंसर है। जीके दे पॉइंट ऑफ व्यू तो ये तुहानू मैंटल एबिलिटी दे विच पाया होया है। अगे आ जी, हाँ जी, इत्थे तुहानू हुण कथन अते छिट्टे दिते होए आ। ठीक है, जानी कि स्टेटमेंट एंड कनक्लूजन दे टॉपिक दे विचों ये जिहड़े सवाल आ तुहानू पाए गए आ। जेकर असीं इस नूं देखीए तो इहदे विच की कंडीशन बन रही है, चलो देखते हैं, चैक करते हैं। उन्हें बोलिया कुछ देवते शैतान हन ते कोई भी शैतान दैंत नहीं है। आपां स्ट्रक्चर बना लैंदे आ, कुछ देवते बना ले जिहड़े की आ शैतान आ। ठीक है, कुछ देवते शैतान हन मतलब इन्ना पोर्शन आ जिहड़े की आ शैतान आ। अगे उन्हें बोलिया कि कुछ दैंत आ जिहड़े की आ कुछ दैंत तुहानू बोलिया कोई भी शैतान दैंत नहीं है, कोई भी शैतान की आ दैंत नहीं है, तो ये बना लिया। फिर अगे दे उन्हें क्या वो मैं अलग बनाता। ठीक है, कि सारे दैंत रब हन, सारे दैंत की आ रब आ, किते भी ये तो नहीं लिखिया कि देवते ते शैतान रब नहीं है। एक तो स्ट्रक्चर ये बन गया, दूसरे दे विच की बनिया दूसरा स्ट्रक्चर तुसीं देख सकते हो। ठीक है, एक स्ट्रक्चर मैं तुहानू पहला बना के दसता, दूसरा स्ट्रक्चर तुहाडे कोले ए वाला बनेगा। ठीक है जी, इत्थे आ गया देवते, इत्थे आ गया शैतान, इत्थे आ जाएगा दैंत विच ते बाहर आ गया रब। कथन देखो की निकलदा, उन्हें बोलिया सारे शैतानां दे रब होने की संभावना है। हाँ जी, पहले कथन तो हो सकता सी भी सारे शैतान रब होण, दूजे कथन तो असी कह सकते हैं कि नहीं भी हो सकता तो नहीं भी हो सकता नूं असीं की बोलते हैं संभावना। जे संभावना ना लिखी हुंदी तां मैं गलत कर देना सी, पर हुण संभावना लिखी आ तां मैं कथन 1 आ जिहड़ा सही करता कि कथन 1 सही आ। अगे कुछ शैतान रब हन, कि इस कथन तो देखो कुछ शैतान रब हन, इस स्ट्रक्चर तो देखिए तां बिल्कुल भी नहीं, शैतान ते रब दा तां आपस च कोई रिलेशन भी नहीं बन रहा, सिर्फ कंध सांझी आ। ठीक है, तो असीं की कह देवांगे कित्था सिट्टा 2 आ जिहड़ा वो नहीं निकलदा,
पर जे पहला स्ट्रक्चर लैके जिथे संभावना दिती हुंदी तां शायद ये भी निकल जांदा। ठीक है, हुण असीं कहांगे नहीं, सिर्फ ऑप्शन ए जिहड़ा नतीजा 1 आ ओह पालना कर रहा है पर 2 नहीं कर रहा। ऑप्शन ए इज द राइट आंसर। अगला प्रश्न, हेठां दित्ती अखर लड़ी विच लुप्त पद पता करो। हाँ जी, हुण तुहानूं अखर लड़ी दित्ती आ, इहदे विच तुसीं लुप्त पद पता करना। जेकर तुसीं देखो पी क्यू तो बाद असीं दूसरा पता करना वा। ठीक है, वी डबल्यू ते वाई जैड। हुण आपां जदों लिखदे आ तां मैनूं इत्थों पता लग रहा कि वी डबल्यू एक्स वाई जैड, क्योंकि मैं पहले तो दूजे का अंदाजा इन्नी जल्दी नहीं लगा सकती जे तां मैनूं पहले 2 लैटर दिते हुंदे। ठीक है, जदों मैं देखिया तां इत्थों मैनूं पता लग्या कि उन्होंने पेयर ले लिया पर सेंटर वाला अखर छड्ड दिता। ठीक है, पेयर ले लिया पर सेंटर वाला अखर छड्ड दिता। सेम इसे तरह मैं लिखांगी पी क्यू आर एस टी। यही प्रोसैस असीं लगाउंदे होए जो प्रोसैस इत्थे लग्या, सेंटर वाला अखर छड्ड दिता, क्योंकि पी क्यू दिता होया सी, मैं 5 अखर लिख ले, सेंटर वाला छड्डिया। पहला तो पी क्यू पेयर बन गया, दूसरा एस टी का बनिया, तो राइट आंसर है ऑप्शन ए एस टी। अगला प्रश्न, सी एच एम। देखो हुण पहला सी दिता, उस तो बाद सी तो बाद में एग्जैक्ट असीं दूसरा नहीं दस सकते, पर लास्ट वाला तो देख सकते हैं ना। ई तो बाद एफ आ, ई तो बाद एफ आ, तो सी तो बाद की हुंदा डी, मतलब डी वाली ऑप्शन आनी आ, पर डी वाली ऑप्शन 2 दित्तियां हुई, तो अगला भी चैक कर लेने आ। ठीक है, एच। हुण देखो जदों एच लिया, एच तो बाद की आंदा वा आई, मतलब इत्थे आई वाला आना, ते डी आई देख लो किहड़ी ऑप्शन आ, ऑप्शन सी है, तो आप टाइम नहीं खराब करना, ऑप्शन सी लगाती। ठीक है, मतलब एच आई, आई तो बाद जे, जे तो बाद के। सेम इसे तरह एम एन, एम तो बाद देखो एम तो बाद एन। ठीक है, फिर एन तो बाद ओ ते पी, ए भी बन रहा वा, मतलब ऑप्शन सी इत्थे राइट आंसर है। अगे आ जी, हाँ जी, जेकर एम एन दे पुत्र दी मां दा भरा है तो एम दा एन नाल की रिश्ता है। हुण देखो आप शुरू कर लेने आ एम एन तो, क्योंकि एन दे पुत्र, पुत्र हो गया हेठां दी जनरेशन। ठीक है, पुत्र हो गया हेठां दी जनरेशन, उस तो बाद पुत्र दी मां की हुई, एन दी तो वाइफ ही हुई ना, एन दी की हुई वाइफ, प्लस का निशान पाता, क्योंकि इन्हां दे विच मजबूत रिश्ता वा, एक पेयर आ ये। ठीक है, हुण एन दे पुत्र, एन भी की है एक मेल है, इत्थों पता लग गया, क्योंकि ये किसी का पति आ, एन दा पुत्र, ओदी मां अगे ओदा भरा वा एम। ठीक है, हुण उन्हें पूछा कि एम दा एन नाल की रिश्ता है, तो एम दा एन नाल असीं रिश्ता दसना है। तो एम दा एन नाल की रिश्ता होया कि ओह एम दे भरा दा पति है, एम दी भैन दा पति है, एम दी भैन दा पति है, तो भैन दा पति ऑप्शन ए च पई है, राइट आंसर। ठीक है, एम दा दसना ना, एम दा एन नाल की रिश्ता है, तो भैन दा पति होया, एम दा एन नाल रिश्ता। ठीक है जी, अगे दिते हुए तरतीब का ध्यान नाल अध्ययन करो। ए गुणा, गुणा का मतलब इत्थों पता लग गया पिता, यानी कि फादर। ठीक है, फिर प्लस बी, ए प्लस बी का मतलब आ, प्लस का मतलब आ धी, यानी कि डॉटर। ठीक है, डिवाइड का मतलब है माता, तो पता लग रहा है आप पढ़ के, मदर यानी कि मदर, एम लिख रही हूँ मैं इतने। ठीक है, फिर ए माइनस, माइनस का अर्थ है भरा, यानी कि ब्रदर, भरा अर्थ है ना माइनस का, तो भरा लिख लिया। अगे उन्हें बोलिया व्यंजक ए डिवाइडेड बी माइनस सी गुणा डी विच ए दा डी नाल की रिश्ता है। हाँ जी, हुण ए डिवाइड बी लिखिया, यानी कि ए। ठीक है, ए डिवाइड बी, डिवाइड का मतलब की है मदर, ए माता। ठीक है, ए माता, क्योंकि डिवाइड का मतलब है बी, डिवाइड का मतलब है माता, माइनस का मतलब है सी। ठीक है, माइनस का मतलब की है भरा, ए माता बी, फिर भरा सी, उस तो बाद गुणा डी, गुणा का मतलब है फादर, ए फादर है डी का। ठीक है, फादर पिता। हुण देखो ए माता है बी दी, ए की आ माता मां, बी दी हेठां वाली जनरेशन च बी रख लेने आ, ते अगे बी भरा है सी दा, तो मैं सी रख लिया। ठीक है जी, फिर सी अगे पिता है, सी पिता है डी दा,
सी पिता है, डी दा तो एदा की होया पोता, ठीक है। तो हुण उहने बोलिया कि ए दा डी नाल की संबंध है, तो ए दा डी नाल की संबंध आ कि जेड़ा ए आ ओह डी डी की आ कि पिता दी, डी दे पिता दी माता मां ए, डी दे पिता दी माता मां ना ए, तो ऑप्शन देखो डी दे पिता दी माता है ए, ऑप्शन ए इत्थे राइट आंसर है। अगे आ जी, हेठां दित्ती आकृति नूं घण बनाउण लई मोड़िया गया है। हुण घण बनाया गया, ठीक है, घण बनाउण दे लई असीं मोड़ांगे, डाइस बनावांगे एक। हेठां दित्ते गए चिन्ह जोड़ियां विचों किहड़ा चिन्ह विरोधी दिशा विच होवेगा? विरोधी दिशा मतलब ओपोजिट साइड्स। ओपोजिट साइड्स दे विच तुसीं देखो, जदों मैं डॉलर नूं डॉलर वाली साइड चक्कांगी तो किहदे बराबर आ जाऊगी? बराबर दे, मतलब डॉलर ते बराबर की आ ओपोजिट होणगे, वो ऑप्शन नहीं गी। फिर इधरों एट दी रेट ते परसेंटेज ओपोजिट होणगे, एट दी रेट ते परसेंटेज वाली ऑप्शन हैगी आ? हाँ जी बिल्कुल हैगी, ऑप्शन डी इत्थे राइट आंसर है, ठीक है। चक के देख लियो, तो ओपोजिट साइड्स दसनियां वा कि एक दूजे दे आमो सामने किहड़े होणगे। अगे तुहानूं पुछिया गया, हेठां दित्ती आकृति नूं एक घण बनाउण लई मोड़िया गया है। अगे दित्ते विकल्पां विचों घण दा किहड़ा निरूपण सही होवेगा? हाँ जी, जदों इन्हां नूं घण बनाउण लई मोड़िया गया वा तां देखो ਜਿਹੜੇ फलक ਹੁੰਦੇ ਆ ਨਾ, ਇਹ ਜਿਹੜੇ फलक ਹੁੰਦੇ ਆ ਤਾਂ ਇਹਨਾਂ ਦੇ ਵਿੱਚ ਕੀ ਲੱਗਦਾ ਕਿ ਜਦੋਂ ਇਹਨਾਂ ਨੂੰ ਮੋੜਦੇ ਆ ਕਿ ਜਿਹੜੀਆਂ ਓਪੋजिट ਸਾਈਡਸ ਆ ਉਹ ਕਦੇ ਵੀ ਸਾਡੇ ਕੋਲੇ ਕੀ ਨਹੀਂ ਹੁੰਦੀਆਂ ਗੀਆਂ, ਓਪੋजिट ਸਾਈਡਸ ਆ ਜਿਹੜੀਆਂ, ਜਿਵੇਂ ਮੈਂ ਤੁਹਾਨੂੰ ਦੱਸਿਆ ਹੈਸ਼, ਜਦੋਂ ਮੈਂ ਐਟ ਦੀ ਰੇਟ ਨੂੰ ਮੋੜਾਂਗੀ ਤੇ ਇਧਰੋਂ ਪਰਸੈਂਟੇਜ ਨੂੰ ਮੋੜਾਂਗੀ, ਇਹ ਆਮੋ ਸਾਹਮਣੇ ਆ ਗਏ, मतलब एक साइड तो एट दी रेट हो सकता, ठीक है। ਇਹਦੇ ਨਾਲ ਹੁਣ ਕਦੇ ਵੀ ਇਹਦੇ ਨਾਲ ਵਾਲਾ ਫਲਕ ਆ, ਇੱਥੋਂ ਦੇਖੋ ਜੇ ਇੱਥੇ ਐਟ ਦੀ ਰੇਟ ਆ ਤਾਂ ਇਹਦੇ ਨਾਲ ਵਾਲਾ ਫਲਕ ਕਦੇ ਵੀ ਪਰਸੈਂਟੇਜ ਨਹੀਂ ਹੋਊਗਾ, ठीक है, क्योंकि ये की है ਇਹਦੇ opposite sides ਆ, ਯਾਨੀ ਕਿ ਜਿਹੜੀ opposite sides ਹੁੰਦੀ ਆ ਉਹਦੇ ਫਲਕ ਦੇ ਨਾਲ ਕਦੇ ਵੀ ਨਹੀਂ ਹੋਊਗੀ, क्योंकि ਇਹ ਤਾਂ opposite ਆ ਗਈ ਆ ਤਾਂ ਉਹਦੇ ਨਾਲ ਨਹੀਂ ਹੋਊਗੀ, ਉਹਦਾ ਫੇਸਿਸ ਨਾਲ ਨਹੀਂ ਲੱਗਣਗੇ। ਤਾਂ ਸੇਮ ਇਦਾਂ ਦੀ ਤਰ੍ਹਾਂ ਹੈਸ਼ ਦੇ ਨਾਲ ਬਰਾਬਰ ਨਹੀਂ ਹੋਊਗਾ। ਇਹਦੇ ਚ ਦਿੱਤਾ ਹੋਇਆ ਆਪਸ਼ਨ ਏ ਬਿਲਕੁਲ ਵੀ ਬਿਲਕੁਲ ਗਲਤ ਆ, ਕਿਉਂਕਿ ਹੈਸ਼ ਤੇ ਆਪੋਜ਼ਿਟ ਹੈ, ਬਰਾਬਰ ਇੱਕ ਦੂਜੇ ਦੇ ਕੀ ਆ, ਆਪੋਜ਼ਿਟ ਆ। ਐਟ ਦੀ ਰੇਟ ਤੇ ਪਰਸੈਂਟੇਜ ਆਪੋਜ਼ਿਟ ਆ, ਆਪਸ਼ਨ ਬੀ ਵੀ ਨਹੀਂ ਸਹੀ ਹੋਣਗੇ, ਠੀਕ ਹੈ। ਫਿਰ ਉਸ ਤੋਂ ਬਾਅਦ ਜੇ ਪਲੱਸ ਦੀ ਗੱਲ ਕਰੀਏ, ਪਲੱਸ ਆਪੋਜ਼ਿਟ ਆ ਕਿਹਦੇ ਆ, ਡਾਲਰ ਦੇ, ठीक है। तो प्लस आ जिहड़ा इकल्ला आया, डॉलर नहीं आया। एट रेट ते परसेंटेज यानी कि ऑप्शन इत्थे सी ही राइट आंसर है। किहड़ी ऑप्शन सी राइट आंसर है, सी, ठीक है। तो ऑप्शन नंबर सी इत्थे राइट आंसर है, क्योंकि वो सामने नहीं आएगे। अगला प्रश्न है जी, 6 दोस्त पी क्यू आर एस टी अते यू दी उम्र वख-वख सी। हाँ जी, इन्हां दी उम्र दसाई गई अगे, वख-वख उम्र उन्हें बोलिया इन्हां 6 दोस्तां दी, ठीक है जी। इन्हां दी जदों उम्र दसाई गई उन्हें बोलिया कि क्यू तो वड्डे व्यक्तियों की संख्या, हाँ जी, क्यू तो जिहड़े वड्डे व्यक्ति आ उन्हां दी संख्या कितनी आ, उन्हां दी संख्या इस तो छोटे व्यक्तियों की संख्या का 3 गुणा है। जानी कि जेकर मैं इत्थे एस लै रही हाँ तो क्यू तो वड्डे जिहड़े व्यक्ति आ उन्हां दी संख्या कितनी आ, 3 गुणा, मतलब कि 3 गुणा, 3 उपर रख जे क्यू तो एस, एस मतलब कि सब तो हेठा ही आ एक तरह नाल, क्योंकि एस तो उपर 3 व्यक्ति आ। हुण सानू नहीं पता किहड़े हो, असीं अगे देख के पढ़दे हां। इत्थे आ 3 व्यक्ति होर, क्योंकि जिहड़े क्यू तो वड्डे व्यक्ति है ना उन्हां दी संख्या एस तो छोटे व्यक्तियों की संख्या का 3 गुणा है। तो इस तरह स्ट्रक्चर बन गया, ठीक है। हुण देखो अगे क्यू तो वड्डे व्यक्तियों की संख्या तो लाइन आप पढ़ ली अगे, पी एस तो छोटा है, मतलब पता लग गया कि पी तो बिल्कुल भी नहीं होगा एस तो वड्डा, क्योंकि पी तो एस तो छोटा आ गया, ठीक है। अगे देखो जिहड़े क्यू तो वड्डे व्यक्ति है वो की है, एस का 3 गुणा है, मतलब की आ क्यू तो वड्डे 3 व्यक्ति होर पए आ। हाँ जी, अगे यू आर तो छोटा है पर टी तो वड्डा है। हुण ये कंडीशन दित्ती आ कि यू आ जिहड़ा वो आर तो छोटा वा पर टी तो वड्डा वा, हो गए पूरे, जिन्ने उम्र जिन्नियां दी दित्ती हुई है ना वो पूरे करते असीं, एक लाइन बन गई, जो कंडीशन उन्हें दित्ती सी वो लगाती। हुण दूजा सब तो वड्डा व्यक्ति कौन आ, दसो दूजे नंबर ते वड्डा कौन आ, सब तो वड्डा हैगा आर, उस तो छोटा यू, उस तो छोटा टी, ठीक है। तो सब तो दूजे नंबर ते जिहड़ा वड्डा व्यक्ति है वो हैगा सी यू। अगला प्रश्न आ, हेठां दित्ती आकृति विच, हाँ जी हेठां आकृति दित्ती हुई है तुहानूं, तुसीं देख सकदे हो। दित्ती आकृति नूं तुसीं पूरा करना है, जानी कि प्रश्न चिन्ह की जगह ते देखो की आऊगा। जदों मैं इहनूं देख रही हाँ तो मैनूं पता लग रहा है कि एंटी क्लॉकवाइज चल रहा है,
ठीक है। एंटी क्लॉकवाइज सॉरी क्लॉकवाइज चल रहा है, क्लॉकवाइज चल रहा है तो एक बारी ये जो असी घुमाया इनू तो ये निशान इधर आ गया, फिर घुमाया ये इधर आ गया, फिर जो घुमावांगे तो ये निशान इत्थे नहीं आऊगा। ठीक है, कुछ इस तरह जो ये निशान इत्थे आया तुसी देखो नाल ही पिछले भी रोटेट हो रहे हैं तो स्टार इत्थे आ जाऊगा, क्योंकि ये निशान इधर आया तो ट्रायंगल इधर आ जाऊगी। ठीक है जी, तो उस तो बाद जिहड़ा सर्कल आ वो की करेगा उपर चलिया जाएगा, तो सर्कल का पानी भी उपर ही आ। ठीक है, सर्कल च जो पानी है वह भी उपर ही आ, तो वैसे तो सारिया ऑप्शन च उपर ही पिया वा, तुसीं आप देख सकते हो। तो इत्थे दसो हुण फिर किहड़ी ऑप्शन राइट होगी। जो स्ट्रक्चर मैं बनाया सी वो देखो किहड़ी ऑप्शन च बन रहा है, वो ऑप्शन च बन रहा ए च, क्योंकि ऑप्शन सी भी वैसे नाल दी आ, पर ऑप्शन सी च जिहड़ा चक्कर च पानी है उपर नहीं गा, टेढ़ा हो गया। ठीक है, तो किहड़ी राइट आंसर बन रहा, ऑप्शन ए ही बन रहा है। ठीक है जी, अगला प्रश्न असीं करदे हां, उस संख्या की चोण करो जो हेठां दित्ती लड़ी विचों खाली जगह ते आवेगी। हाँ जी, खाली जगह ते देखो इन्हां दे विचों किहड़ा आवेगा, देखो 5 तो बाद 6, 6 तो बाद 14, 14 तो बाद 45 किवें बन रहे हैं, 5 6 14 45 अगला नंबर पता करना। ठीक है, 5 6 14 45 अगला नंबर तुसी पता करना। हुण जेकर मैं गल करा 5 गुणा 1 प्लस 1 कितना बन गया 6, फिर मैं 6 ही ले लवांगी, 6 गुणा 2 प्लस 2 कितना बन गया 14, फिर आप 14 ही ले लवांगे, 14 गुणा 3 प्लस 3 ये बन गया जी 45। ठीक है, कितना बनया 45, क्योंकि 14 ती 42, 42 प्लस 3 45। हुण यही प्रोसैस असी दूसरे मैथड ते लगावांगे जो इत्थे है। देखो पहला एक ऐड, एक नाल गुणा किया एक ऐड, फिर 2 नाल गुणा किया 2 ऐड, 3 नाल गुणा किया 3 ऐड, तो 45 नूं असी 4 नाल गुणा करांगे प्लस 4 ही ऐड करांगे। जो तुसी 45 नूं 4 नाल गुणा करोगे तो ये तुहाडे कोले बनूगा जी 180, क्योंकि 4 5 20 हुंदे आ। ठीक है, उस तो बाद चौकम चौकी 16 ते 2 18 प्लस 4 184, यानी कि अगला नंबर 184 आएगा। तो देख लें कि ऑप्शन चा, ऑप्शन डी चा। ठीक है, अगला प्रश्न हाँ जी, अगले दे विच तुसी वो नंबर पूरा करना जिहड़ा प्रश्न चिन्ह की जगह लै सके। FGIL, FGIL दिता होया तुहानूं, तो तुसी देखो FGIL जदों असीं लैना तो सब तो पहला आप FGIL की गल करिए, FGIL अगला नंबर तुसी पता करना। F किन्ने ते हुंदा 6 ते, G 7 ते, I 9 ते, L 12 ते। ठीक है, अगला नंबर तो असीं पता ही करना। जो मैं डिफरेंस चैक करदी हाँ इन्हां दोनों का तो यह बनता +1, इन्हां दा करूँगी 2, इन्हां दा अंतर चैक किया तो 3 बन गया। मतलब जो अगला नंबर वह अंतर कितना होगा 4 होगा। मतलब 4 अंतर किहदे नाल होगा इहदा 16 नाल, क्योंकि देखो 6 ते 1 7 बन गया, 7 + 2 9, 9 + 3 12, 12 + 4 16, 16 ते किहड़ा नंबर आउंदा 16 ते आउंदा है P ABC दे विच। ठीक है, तो हुण 16 ते किहड़ा नंबर आया P, ऑप्शन डी इत्थे राइट आंसर है। अगला प्रश्न है जी, हाँ जी अगे देखो YXWVUT ते प्रश्न चिन्ह की जगह तुसीं दसना की आना ते PON। जेकर आप पिछों काउंट करिए की बन रहा N ABC के अकॉर्डिंग चलिए NOPQRSTUVWXY। देखो पूरी सीरीज नहीं बन रही तुहाडे सामने। ठीक है, की बन रहा वा देखो इत्थे असीं फाइंड आउट करना सी, तो जे असीं इहदे तो अकॉर्डिंग अंदाजा लगाइए कि TUVWXYZ मगर नूं आ रहे हैं सारे, पिछों सीरीज स्टार्ट हुई है, तो राइट आंसर की बनूगा SRQ, ऑप्शन बी इत्थे राइट आंसर है। ठीक है, SRQ ही बनया ना इस दे कॉरस्पॉन्डिंग, तो राइट आंसर है जी ऑप्शन नंबर बी। ठीक है, अगला प्रश्न जी अगे है DJPV CHMR VFJN ते अगला नंबर तुसी पता करना। ठीक है, हुण जेकर असीं इत्थों देखिए तो तुसी देखो पहला DCV फिर ए वाला आवेगा, पर ए वालियां तो सारियां ही ऑप्शनस आ। ठीक है, तो ए वालियां सारियां ऑप्शन आ, तो इत्थों फिर असीं की अंदाजा लगावांगे। फिर तुसी देखो जे दिता होया, जे किन्ने ते आउंदा वा 10 ते,
एच दिता होया, एच किन्ने ते आउंदा वा 8 ते। उस तो बाद वाला अखर तुहानू एफ दिता होया, एफ किन्ने ते आउंदा 7 ते। एफ किन्ने ते आउंदा वा 6 ते, सॉरी 6 ते आउंदा, जानी कि 2 दा डिफरेंस आ। फिर अगला नंबर है जिहड़ा 4 ते आउंदा डी, मतलब इन्हां दे विचों कोई डी ऑप्शन वाला, तो डी ऑप्शन वाले सी ते डी पे आ। हुण ये भी सानू 2 ऑप्शन मिल रही हैं, तो आपां तीजा डिजिट देखो, तीजे डिजिट तो चैक कर लैंदे आ। तीजा हैगा तुहाडे कोले पी, ठीक है। तीजा डिजिट की आ, सारियां दे विच देखो, तीजा हैगा पी, इत्थे हैगा एम, दूसरे च हैगा जे, ठीक है। हुण तीजे डिजिट की गल हो रही आ, पी हुंदा जी 16 नंबर ते, ठीक है। एम हुंदा 13 नंबर ते, जे हुंदा 10 नंबर ते। किन्ना किन्ना डिफरेंस आ गया, 3 दा। फिर अगला केड़ा नंबर होगा, 3 दा ही अगला होगा, 7 दा। 7 ते केड़ा हुंदा वा, तां 7 दी जेकर असीं गल करिए, 7 ते हुंदा साडे कोल जी, तो ऑप्शन नंबर सी इत्थे राइट आंसर है, ठीक है जी। अगे ਉਹ संख्या चुनो जो दिती हुई लड़ी विच प्रश्न चिन्ह की जगह लै सके। हाँ जी, प्रश्न चिन्ह की जगह लै सके। सब तो पहला असीं मैथड लाउणा हुंदा कि तुसीं डिफरेंस चेक कर लो। मोस्टली डिफरेंस नाल सम हो जाते हैं, ठीक है। तो आपां चेक करते हैं, जिवें 32 ते 37 का डिफरेंस ही लिख लैंदे आ कल्ला करके। 32 ते 37 विच 5 दा है, ठीक है। उस तो बाद 44 ते 37 की जेकर असीं गल करिए, तो इन्हां दे विच डिफरेंस आ गया जी 14 चों 7 जाणगे, तो इत्थे आऊगा तुहाडे कोले 14 चों 7 गए 7 ही, 7 का डिफरेंस, ठीक है। फिर 44 तो बाद 49 आ, तो इसका डिफरेंस जेकर असीं देखिए तो ये बन रहा है जी, चेक करो ध्यान नाल। 49 तो बाद तुहाडे कोले बनेगा जिहड़ा डिफरेंस आ, ये बनेगा 5 का, ठीक है। 44 + 5 49 होणगे। फिर इसका जो डिफरेंस चेक करिए 56 दे नाल, तो वह किन्ने दा बनेगा 7 का। फिर उस तो बाद असीं 61 का चेक करिए, 61 ते 56 का डिफरेंस, तो यह बनेगा 5 का, जानी कि 5 7 5 7 5 7 का डिफरेंस बन रहा। तो अगला नंबर है जिहड़ा 7 का डिफरेंस होगा। हुण देखो तुसीं 32 + 5 37, 37 + 7 44, 44 + 5 49, 49 + 7 56, 56, ठीक है। 56 + 5 61, तो 61 + 7, 61 + 7 कितना होगा 68। तो ऑप्शन नंबर इत्थे सी ही राइट आंसर है, ठीक है। अगला नंबर होगा 68, ऑप्शन सी राइट आंसर है। अगला 5 6 10 18 20 ते 40, फिर 162, इसका तुसी डिफरेंस दसना है, सॉरी डिफरेंस नहीं, इसका तुसी सही आंसर दसना है कि की बनेगा। देखो किमें सीरीज़ है जिहड़ी कंप्लीट हो रही है। पहला तुसी मैथड लगाओ डिफरेंस वाला, ठीक है। देखो लग रहा कि नहीं, तो 5 ते 1 6, देखो 5 दूनी जेकर आप गल करिए तो ये तुहानू 2 सीरीज़ नहीं बनिया दिख रही। 5 दूनी 10, 10 दूना 20, 20 दूना 40, ठीक है। एक छड्ड के देखो 5 दूनी 10, 10 दूना 20, 20 दूना 40, ठीक है। फिर अगे 40 दूना इदा ही सीरीज़ बनूगी। जे हल आप देखिए 6 का 6 तीए 18, फिर 18 तीया देख लो किन्ना हुंदा, 18 तीया किन्ना हुंदा, 18 नूं 3 नाल मल्टीप्लाई करो, 8 तीया 24, ते फिर तुसी देखोगे 3 ते 1 4, ते 4 ते 2 5, यानी कि 54, मतलब 54 ऑप्शन बन रही है। 54 ऑप्शन है, हाँ जी बिल्कुल है ऑप्शन ए च, तो ऑप्शन ए इत्थे राइट आंसर होगा। 2 सीरीज़ बन रही हैं, ठीक है। अगे आ जी हेठां दित्तियां विचों किहड़ियां संख्यावां इन्हां दे चित्र यह 3 जियोमैट्रिकल फिगर्स दे विच आ रहा। देखो फिगर्स तुहानूं की दित्तियां होईयां, एक सर्कल दिता, एक आयत टाइप दिता, एक ट्रायंगल दित्ती, एक रिक्टेंगल दित्ती आ, ठीक है। तो इस दे विच तुहानूं टोटल 4 डायग्राम्स बन रही हैं। उन्हें कहा कि तुसी ओही नंबर दसना वा जिहड़ा 3 दे विच आवे, 3 दे विच आवे। किसे 3 दे विच किहड़े नंबर आ रहे हैं, देखो एक तो 25 आ रहा वा, 25 आ रहा नहीं, 25 3 च नहीं आ रहा, 25 डायग्राम सर्कल 25 4 च ही आ रहा। 25 की गल करा मैं, 25 4 च आ रहा,
ਉਹਨੇ ਸਾਨੂੰ ਕੰਡੀਸ਼ਨ ਦਿੱਤੀ ਆ ਕਿ 3 ਜਿਓਮੈਟ੍ਰੀਕਲ ਫਿਗਰ ਦੇ ਵਿੱਚ ਆਉਣਾ ਚਾਹੀਦਾ ਨੰਬਰ, ਤਾਂ ਤਿੰਨਾਂ ਦੇ ਵਿੱਚ 25 ਤਾਂ ਚਾਰਾਂ ਚ ਆ ਰਿਹਾ, ਤੇ ਇਹਨਾਂ ਚ ਕਿਹੜਾ ਆ ਰਿਹਾ, ਇੱਕ 26 ਆ ਰਿਹਾ ਤੇ ਇੱਕ 52 ਆ ਰਿਹਾ। 26 ਦੀ ਜੇ ਅਸੀਂ ਗੱਲ ਕਰੀਏ ਟ੍ਰਾਇੰਗਲ 'ਚ ਨਹੀਂ ਆ ਰਿਹਾ, ਬਾਕੀ ਸਾਰਿਆਂ 'ਚ ਆ ਰਿਹਾ। 52 ਦੀ ਜੇ ਅਸੀਂ ਗੱਲ ਕਰੀਏ ਉਹ ਇਸ 'ਚ ਨਹੀਂ ਆ ਰਿਹਾ, ਬਾਕੀ ਸਾਰਿਆਂ 'ਚ ਆ ਰਿਹਾ। ਤਾਂ ਆਪਸ਼ਨ ਬੀ ਇੱਥੇ ਰਾਈਟ ਆਨਸਰ ਹੈ। ਅਗਲਾ ਪ੍ਰਸ਼ਨ, ਉਸ ਚਿੱਤਰ ਦੀ ਚੋਣ ਕਰੋ ਜੋ ਦਿੱਤੇ ਚਿੱਤਰਾਂ ਵਿੱਚ ਦਿੱਤੀ ਗਈ ਲੜੀ ਦੇ ਵਿੱਚ ਪ੍ਰਸ਼ਨ ਚਿੰਨ੍ਹ ਦੀ ਥਾਂ ਲੈ ਸਕਦਾ। ਤੁਸੀਂ ਦੇਖੋ ਇਹ ਜੋ ਡਾਇਗਰਾਮ ਆ, ਇਹਦੇ ਵਿੱਚ ਜੇ ਮੈਨੂੰ ਐਂਟੀ ਕਲੌਕਵਾਈਜ਼ ਰੋਟੇਟ ਕਰਾਂ ਤਾਂ ਇਹ ਡਾਇਗਰਾਮ ਇੱਥੇ ਆ ਗਈ, ਠੀਕ ਹੈ। ਇਹੀ ਕੱਲੀ ਇਸ ਵਸ ਕੁੰਡੀ ਨੂੰ ਹੀ ਦੇਖ ਲਓ ਜੋ ਇਹ ਬਣ ਰਹੀ ਆ, ਕੁਐਸਚਨ ਪੁੱਠਾ ਕੁਐਸਚਨ ਮਾਰਕ ਇੱਕ ਤਰ੍ਹਾਂ ਨਾਲ ਉਲਟ ਜਾ, ਠੀਕ ਹੈ। ਫਿਰ ਇਸ ਨੂੰ ਮੈਂ ਰੋਟੇਟ ਕਰਾਂ ਤਾਂ ਇਸ ਸਾਈਡ ਆ ਗਈ, ਫਿਰ ਇਸ ਨੂੰ ਰੋਟੇਟ ਕਰਾਂਗੇ ਉੱਪਰ ਚਲਿਆ ਗਿਆ, ਫਿਰ ਇਸ ਨੂੰ ਰੋਟੇਟ ਕਰਾਂਗੇ ਤਾਂ ਇੱਥੇ ਆ ਜਾਵੇਗਾ, ਠੀਕ ਹੈ। ਤਾਂ ਇੱਥੇ ਆਉਣ ਜਾਣੀ ਕਿ ਪਹਿਲਾਂ ਵਾਲੀ ਸਥਿਤੀ 'ਚ ਆਪਸ਼ਨ ਏ ਵਾਲੀ ਸਥਿਤੀ 'ਚ ਆ ਜਾਵੇਗਾ। ਤਾਂ ਆਪਸ਼ਨ ਏ ਵਾਲੀ ਸਥਿਤੀ ਕਿਹੜੀ ਆਪਸ਼ਨ 'ਚ ਪਈ ਆ, ਦੇਖੋ ਜਲਦੀ, ਇਹ ਆਪਸ਼ਨ ਡੀ 'ਚ ਪਈ ਆ। ਆਪਸ਼ਨ ਡੀ ਇੱਥੇ ਰਾਈਟ ਆਨਸਰ ਹੈ। ਅੱਗੇ ਆ ਜੀ, ਹਾਂਜੀ, ਸਹੀ ਵਿਕਲਪ ਦੀ ਚੋਣ ਲਈ ਕਰੋ ਜੋ ਕਿਰਤੀ ਨੂੰ ਪੂਰਾ ਕਰ ਸਕਦਾ ਹੋਵੇ। ਸਹੀ ਵਿਕਲਪ ਦੀ ਚੋਣ ਲਈ ਤੁਸੀਂ ਦੇਖੋ ਜਿਵੇਂ ਆਪਸ਼ਨ ਏ ਫਿਲ ਕਰਦੀ ਆ, ਉਹ ਜਿੱਥੇ ਕੱਟੇ ਹੋਏ ਭਾਗ ਦੇ ਵਿੱਚ ਕੀ ਇਹ ਪੂਰਾ ਹੋਊਗਾ। ਆਪਸ਼ਨ ਏ ਦੇ ਤੁਸੀਂ ਦੇਖੋ ਤਿੰਨ ਹੀ ਲੱਗੇ ਹੋਏ ਆ, ਜੋ ਕਿਰਨਾਂ ਜੀਆਂ ਨਿਕਲ ਰਹੀਆਂ 3 ਆ। ਬਾਕੀ ਜੇ ਅਸੀਂ ਦੇਖੀਏ ਤਾਂ 4 ਤਾਂ ਮਤਲਬ ਉੱਥੇ ਵੀ 4 ਵਾਲਾ ਆਊਗਾ। 4 ਆਪਸ਼ਨ ਪਈ ਆ, 4 ਵਾਲੇ ਪਈ ਆ ਬੀ 'ਚ, ਤਾਂ ਰਾਈਟ ਆਨਸਰ ਆਪਸ਼ਨ ਬੀ ਬਣੇਗਾ, ਠੀਕ ਹੈ ਜੀ। ਆਪਸ਼ਨ ਬੀ, ਆਪਸ਼ਨ ਬੀ, ਤਾਂ ਆਪਸ਼ਨ ਬੀ ਕਿਹੜੀ ਆਪਸ਼ਨ 'ਚ ਪਿਆ ਵਾ, ਆਪਸ਼ਨ ਏ 'ਚ, ਤਾਂ ਆਪਸ਼ਨ ਏ ਇਜ਼ ਦਾ ਰਾਈਟ ਆਨਸਰ, ਠੀਕ ਹੈ ਜੀ। ਅਗਲਾ ਪ੍ਰਸ਼ਨ, ਉੱਤਰ ਕਿਰਤੀ ਤੋਂ ਇੱਕ ਢੁਕਵੀਂ ਆਕ੍ਰਿਤੀ ਚੁਣੋ ਜੋ ਪ੍ਰਸ਼ਨ ਚਿੰਨ੍ਹ ਦੇ ਸਥਾਨ ਤੇ ਆਵੇਗੀ, ਠੀਕ ਹੈ। ਸਭ ਤੋਂ ਪਹਿਲਾਂ ਤੁਸੀਂ ਦੇਖੋ ਹਿੰਟ ਲਓ, ਪਹਿਲਾਂ ਤੁਹਾਨੂੰ ਦਿੱਤਾ ਹੋਇਆ ਇਹ ਟ੍ਰਾਇੰਗਲ ਇਸ ਤਰ੍ਹਾਂ, ਫਿਰ ਉਸ ਤੋਂ ਬਾਅਦ ਉਹਦਾ ਉਲਟ ਕੀਤਾ ਹੋਇਆ। ਸੇਮ ਇਸੇ ਤਰ੍ਹਾਂ ਤੁਹਾਨੂੰ ਇਹ ਜੋ ਦਿੱਤਾ ਹੋਇਆ ਹੈ, ਠੀਕ ਹੈ, ਇਹ ਸ਼ੇਪ ਦਿੱਤੀ ਹੋਈ ਆ। ਜੇਕਰ ਮੈਂ ਇਸ ਦਾ ਉਲਟ ਕਰਾਂ, ਤਾਂ ਇਹਦਾ ਉਲਟ ਕੀ ਬਣੂਗਾ, ਦੇਖੋ ਇਸ ਧਿਆਨ ਨਾਲ, ਜੇਕਰ ਮੈਂ ਇਸ ਦਾ ਉਲਟ ਕਰਾਂ ਤਾਂ ਇਸ ਦਾ ਉਲਟ ਬਣੇਗਾ ਕੁਝ ਇਸ ਤਰ੍ਹਾਂ ਦਾ। ਤਾਂ ਇਹ ਕਿਹੜੀ ਆਪਸ਼ਨ 'ਚ ਆ, ਇਹ ਹੈਗਾ ਜੀ ਸੀ 'ਚ, ਠੀਕ ਹੈ। ਤਾਂ ਸੀ ਕਿਹੜੀ ਆ, ਸੀ ਆਪਸ਼ਨ ਹੀ ਆ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਅੱਗੇ ਅਸੀਂ ਪ੍ਰਸ਼ਨ ਕਰਦੇ ਹਾਂ। ਅੱਗੇ ਸਾਡਾ ਇੰਗਲਿਸ਼ ਦਾ ਪੋਰਸ਼ਨ ਸ਼ੁਰੂ ਹੋ ਚੁੱਕਿਆ ਹੈ। ਹਾਂਜੀ, ਅੱਗੇ ਤੁਸੀਂ ਦੇਖ ਸਕਦੇ ਹੋ 76 ਦੀ ਜੇਕਰ ਅਸੀਂ ਗੱਲ ਕਰੀਏ ਤਾਂ ਇਹਦੇ ਵਿੱਚ ਕੀ ਆ, ਤੁਹਾਡਾ ਇੰਗਲਿਸ਼ ਪੋਰਸ਼ਨ ਆ ਜਿਹੜਾ ਸ਼ੁਰੂ ਹੋ ਚੁੱਕਿਆ ਹੈ। ਤਾਂ ਜਾਣੀ ਕਿ ਆਪਾਂ ਕਰੀਏ ਗੱਲ ਤਾਂ ਲੈਂਗੁਏਜ ਦੇ ਨਾਲ ਸੰਬੰਧਿਤ ਪੋਰਸ਼ਨ ਆ ਸਾਡਾ ਹੁਣ ਜੋ ਆਇਆ ਹੈ। ਇਸ ਦੇ ਵਿੱਚ ਤੁਸੀਂ ਕੀ ਕਰਨਾ ਹੈ ਕਿ ਗ੍ਰਾਮਿਕਲੀ ਪੋਰਸ਼ਨ ਤੁਹਾਨੂੰ ਦਿੱਤਾ ਹੋਇਆ, ਇਹਦੇ ਵਿੱਚ ਕੋਈ ਐਰਰ ਆ ਜਿਸ ਨੂੰ ਤੁਸੀਂ ਫਾਈਂਡ ਆਊਟ ਕਰਨਾ ਹੈ। ਤਾਂ ਸਭ ਤੋਂ ਪਹਿਲਾਂ ਦੇਖੋ ਜੇਕਰ ਅਸੀਂ ਗੱਲ ਕਰੀਏ ਇਸ ਦੀ, ਤਾਂ ਜਦੋਂ ਆਈ ਡੂ ਨਾਟ, ਠੀਕ ਹੈ, ਇਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਜਿਹੜਾ ਇਹ ਸੈਂਟੈਂਸ ਬਣ ਰਿਹਾ ਹੈ ਤਾਂ ਇਸ ਦੇ ਵਿੱਚ ਐਰਰ ਕਿਹੜੀ ਆ, ਤਾਂ ਇਹਦੇ ਵਿੱਚ ਐਰਰ ਆ ਜੀ ਐਗਰੀ ਟੂ ਦੀ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ, ਐਗਰੀ ਟੂ, ਠੀਕ ਹੈ। ਐਗਰੀ ਟੂ ਆ ਜਿਹੜਾ ਇਸ ਸੈਂਟੈਂਸ ਦੇ ਵਿੱਚ ਐਰਰ ਆ। ਅਗਲਾ ਵਾ ਜੀ ਸਿਲੈਕਟ ਦਾ ਮੋਸਟ, ਹਾਂਜੀ, ਇਸ ਦੇ ਵਿੱਚ ਕੀ ਆ ਕਿ ਤੁਸੀਂ ਕੀ ਕਰਨਾ ਵਾ, ਬਲੇਅਰ ਤੁਹਾਨੂੰ ਦਿੱਤਾ ਹੋਇਆ, ਇਸ ਦਾ ਸਮਾਨਾਰਥਕ ਸ਼ਬਦ ਲਿਖਣਾ ਹੈ। ਤਾਂ ਇਸ ਦਾ ਸਮਾਨਾਰਥਕ ਸ਼ਬਦ ਕਿਹੜਾ ਹੋਊਗਾ ਇਸ ਦੇ ਵਿੱਚ, ਸਕਰੀਮ, ਠੀਕ ਹੈ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ ਹੈ। ਨੈਕਸਟ ਹੈ ਜੀ, ਅੱਗੇ ਤੁਸੀਂ ਵਿਰੋਧੀ ਸ਼ਬਦ ਦੱਸਣਾ ਹੈ ਰਿਪੇਲ ਦਾ। ਹਾਂਜੀ, ਰਿਪੇਲ ਦਾ ਵਿਰੋਧੀ ਸ਼ਬਦ ਕੀ ਹੋਵੇਗਾ ਇਸ ਦੇ ਵਿੱਚੋਂ, ਤਾਂ ਇਹ ਹੋਵੇਗਾ ਜੀ ਐਟਰੈਕਟ। ਰਿਪੇਲ ਦਾ ਜੇਕਰ ਅਸੀਂ ਗੱਲ ਕਰੀਏ ਇਸ ਦਾ ਮੀਨਿੰਗ ਕੀ ਹੈ, ਜੇ ਸਾਨੂੰ ਮੀਨਿੰਗ ਪਤਾ ਹੋਣਗੇ ਤਾਂ ਵਿਰੋਧੀ ਸ਼ਬਦ ਵੀ ਦੱਸ ਦਾਂਗੇ। ਰਿਪੇਲ ਦਾ ਮਤਲਬ ਹੁੰਦਾ ਦੂਰ ਕਰਨਾ, ਠੀਕ ਹੈ। ਤਾਂ ਇਸ ਤੋਂ ਇਹਦਾ ਓਪੋਜ਼ਿਟ ਕੀ ਹੋਊਗਾ, ਅਟਰੈਕਟ। ਆਪਸ਼ਨ ਏ ਇਸ ਦਾ ਰਾਈਟ ਆਨਸਰ ਹੈ। ਨੈਕਸਟ ਹੈ ਜੀ, ਅੱਗੇ ਤੁਹਾਨੂੰ ਦਿੱਤਾ ਹੋਇਆ ਹੈ ਜਿਵੇਂ ਕਿ ਆਪਾਂ ਦੇਖੋ ਇਹਦੇ ਵਿੱਚ ਕੀ ਆ ਕਿ ਤੁਹਾਨੂੰ PQRS ਸੈਂਟੈਂਸ ਬਣਾਉਣਾ, ਤੁਸੀਂ ਇੱਕ ਮੀਨਿੰਗਫੁਲ ਸੈਂਟੈਂਸ ਬਣਾਉਣਾ ਵਾ, ਕੁਝ ਵਰਡ ਦਿੱਤੇ ਹੋਏ ਆ ਇਹਦੇ ਵਿੱਚ, ਠੀਕ ਹੈ, ਇਹਨਾਂ ਨੂੰ ਯੂਜ਼ ਕਰਕੇ। ਤਾਂ ਇੱਕ ਮੀਨਿੰਗਫੁਲ ਸੈਂਟੈਂਸ ਬਣਾਉਣ ਦੇ ਲਈ ਤੁਸੀਂ ਪੜ੍ਹ ਲੈਂਦੇ ਆ ਪਹਿਲਾਂ ਇਹਨਾਂ ਨੂੰ, ਦੇਖੋ ਕੀ ਬਣੇਗਾ। ਤਾਂ ਸਭ ਤੋਂ ਪਹਿਲਾਂ ਜੇਕਰ ਅਸੀਂ ਗੱਲ ਕਰੀਏ ਇਸ ਦੇ ਵਿੱਚ ਆਈ ਆਫਟਨ ਤੋਂ ਹੀ ਸ਼ੁਰੂ ਕਰਾਂਗੇ ਨਾ, ਜਾਨੀ ਕਿ ਆਰ ਬਣੂਗਾ। ਆਈ ਆਫਟਨ ਸੀ ਦੈਟ ਵੂਮੈਨ, ਠੀਕ ਹੈ, ਜਾਨੀ ਕਿ ਫਿਰ ਪੀ ਬਣ ਰਿਹਾ ਹੈ। ਉਸ ਤੋਂ ਬਾਅਦ ਆਈ ਆਫਟਨ, ਮੈਂ ਇੱਥੇ 1 ਪਾ ਦਿੰਨੀ ਆ, ਫਿਰ ਪੀ ਤੇ 2 ਪਾ ਦਿੰਨੀ ਆ, ਠੀਕ ਹੈ। ਆਈ ਆਫਟਨ ਸੀ ਦੈਟ ਵੂਮੈਨ, ਉਸ ਤੋਂ ਬਾਅਦ ਵਾਕਿੰਗ, ਠੀਕ ਹੈ, ਫਿਰ ਇਹ ਆਏਗਾ 3 ਤੇ
along the straight, ਤਾਂ ਇੱਥੇ ਬਣ ਰਿਹਾ ਹੈ ਤੁਹਾਡੇ ਕੋਲੇ PRPSQ, ਤਾਂ ਆਪਸ਼ਨ ਨੰਬਰ ਇੱਥੇ ਡੀ ਰਾਈਟ ਆਨਸਰ ਹੈ। ਠੀਕ ਹੈ ਜੀ। ਅੱਗੇ ਤੁਹਾਨੂੰ ਪੁੱਛਿਆ ਉਹਨੇ ਰਾਹਤ ਸ਼ਬਦ ਦਾ ਅੰਗਰੇਜ਼ੀ ਵਿੱਚ ਅਨੁਵਾਦ। ਹਾਂਜੀ, ਰਾਹਤ ਨੂੰ ਅਸੀਂ ਅੰਗਰੇਜ਼ੀ 'ਚ ਕੀ ਬੋਲਦੇ ਹਾਂ? ਰਿਲੀਫ ਹੀ ਬੋਲਦੇ ਆ ਨਾ, ਤਾਂ ਆਪਸ਼ਨ ਬੀ ਇੱਥੇ ਰਾਈਟ ਆਨਸਰ ਹੈ। ਨੈਕਸਟ ਹੈ ਜੀ, ਹਾਂਜੀ ਅੱਗੇ ਉਹਨਾਂ ਨੇ ਕਿਹਾ ਕਿ ਰੀਡ ਦਾ ਫੋਲੋਇੰਗ ਪੈਸੇਜ, ਇਸ ਪੈਸੇਜ ਨੂੰ ਤੁਸੀਂ ਰੀਡ ਕਰਨਾ ਹੈ। ਤੇ ਕਦੇ ਹੋ ਤੁਹਾਨੂੰ ਉਹਨਾਂ ਨੇ ਦਿੱਤਾ ਹੈ ਕਿ ਸੁਪਰ 30 ਪਛੜੇ ਭਾਈਚਾਰੇ ਦੇ ਪ੍ਰਭਾਵਸ਼ਾਲੀ ਵਿਦਿਆਰਥੀਆਂ ਦੇ ਵਿਕਾਸ ਲਈ ਇੱਕ ਪਰਉਪਕਾਰੀ ਮਿਸ਼ਨ ਹੈ ਅਤੇ ਇਸ ਪਹਿਲ ਕਦਮੀ ਦੇ ਪਿੱਛੇ ਇੱਕ ਗਣਿਤ ਵਿਗਿਆਨੀ ਆਨੰਦ ਕੁਮਾਰ ਹੈ। ਉਸ ਨੇ ਆਪਣੀ ਪਹਿਲ ਕਦਮੀ ਦੁਆਰਾ ਬਿਹਾਰ ਵਿੱਚ ਇੱਕ ਚੁੱਪ ਪੁਨਰ ਜਾਗਰਣ ਦੀ ਸ਼ੁਰੂਆਤ ਕੀਤੀ, ਜਿਸ ਨੇ ਸਮਾਜ ਦੇ ਪਛੜੇ ਵਰਗਾਂ ਦੇ ਵਿਦਿਆਰਥੀਆਂ ਵਿੱਚੋਂ IITIs ਪੈਦਾ ਕੀਤੇ ਹਨ। 7 ਸਾਲਾਂ ਤੋਂ ਵੀ ਘੱਟ ਸਮੇਂ ਵਿੱਚ ਇੱਕ ਸਵੀਪਰ, ਰਿਕਸ਼ਾ ਚਾਲਕ ਅਤੇ ਬੇਜ਼ਮੀਨੇ ਮਜ਼ਦੂਰ ਦੇ ਪੁੱਤਰ ਤੋਂ ਲੈ ਕੇ ਇੱਕ ਸੁਰੱਖਿਆ ਗਾਰਡ ਜਾਂ ਗ੍ਰੀਨ ਕਰਿਆਨੇ ਦੀ ਔਲਾਦ ਤੱਕ ਦੇ 187 ਵਿਦਿਆਰਥੀਆਂ ਨੇ ਭਾਰਤ ਦੇ ਪ੍ਰਮੁੱਖ ਅਦਾਰਿਆਂ ਵਿੱਚ ਜਗ੍ਹਾ ਬਣਾਈ ਹੈ। ਇਸ ਪਹਿਲ ਕਦਮੀ ਦਾ ਨਾਮ ਸੁਪਰ 30 ਰੱਖਿਆ ਗਿਆ। ਠੀਕ ਹੈ, ਕੀ ਰੱਖਿਆ ਗਿਆ? ਇਸ ਪਹਿਲ ਕਦਮੀ ਦਾ ਨਾਮ ਸੁਪਰ 30 ਰੱਖਿਆ ਗਿਆ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਹੈ ਕਿ ਕਿਉਂਕਿ ਇਹ 30 ਗਰੀਬ ਪਰ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਦੀ ਛੋਟ ਸੂਚੀ ਨਾਲ ਸ਼ੁਰੂ ਹੋਇਆ ਸੀ। ਆਨੰਦ ਕਹਿੰਦਾ ਹੈ ਕਿ ਇਹ ਸਾਰੇ ਪ੍ਰਤਿਭਾ ਵਿੱਚ ਬਹੁਤ ਵਧੀਆ, ਇਹ ਜਿਹੜੇ ਸਾਰੇ ਆ ਮਤਲਬ ਕਿ ਬਹੁਤ ਵਧੀਆ ਸਨ। ਸ਼ੁਰੂ ਵਿੱਚ 30 ਵਿਦਿਆਰਥੀਆਂ ਲਈ ਪ੍ਰਬੰਧ ਕਰਨਾ ਕੋਈ ਆਸਾਨ ਕੰਮ ਨਹੀਂ ਸੀ, ਪਰ ਆਨੰਦ ਦੇ ਪਰਿਵਾਰ ਨੇ ਉਸ ਦੀ ਕੋਸ਼ਿਸ਼ ਵਿੱਚ ਹਰ ਤਰ੍ਹਾਂ ਉਸ ਦੀ ਮਦਦ ਕੀਤੀ। ਅੱਗੇ ਸੈਕਿੰਡ ਪੈਰਾ, ਆਨੰਦ ਨੇ ਦੂਜੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਪੜ੍ਹਾ ਕੇ ਪੈਸਾ ਕਮਾਇਆ, ਜਦੋਂ ਕਿ ਉਸ ਦੀ ਮਾਂ ਜਯੰਤੀ ਦੇਵੀ ਵਿਦਿਆਰਥੀਆਂ ਲਈ ਖਾਣਾ ਬਣਾਉਂਦੀ ਸੀ। ਵਿਦਿਆਰਥੀਆਂ ਲਈ ਸਿਰਫ ਇੱਕ ਹੀ ਟੀਚਾ ਸੀ, ਸਖਤ ਅਧਿਐਨ ਕਰਨਾ। ਇਸ ਤੋਂ ਬਾਅਦ ਵਿਦਿਆਰਥੀਆਂ ਦੀ ਸਖਤ ਸਿਖਲਾਈ ਸੀ ਅਤੇ ਨਤੀਜੇ ਪਹਿਲੇ ਹੀ ਸਾਲ ਵਿੱਚ ਹੀ ਕਾਫੀ ਵੱਡੇ ਹੈਰਾਨੀ ਦੇ ਰੂਪ ਵਿੱਚ ਸਾਹਮਣੇ ਆਏ। ਠੀਕ ਹੈ, ਉਸ ਤੋਂ ਬਾਅਦ ਇਸ ਨੇ ਆਨੰਦ ਨੂੰ ਸਮਰਪਿਤ ਅਧਿਆਪਕਾਂ ਦੀ ਆਪਣੀ ਟੀਮ ਦੇ ਨਾਲ ਹੋਰ ਯਤਨ ਕਰਨ ਲਈ ਪ੍ਰੇਰਿਤ ਕੀਤਾ ਤੇ ਪਿਛਲੇ 7 ਸਾਲਾਂ ਵਿੱਚ 182 ਵਿਦਿਆਰਥੀ ਦੇਸ਼ ਦੇ ਵੱਖ-ਵੱਖ IIT ਵਿੱਚ ਦਾਖਲਾ ਲੈ ਚੁੱਕੇ ਸਨ। ਫਿਰ ਸਾਲ 2003 ਵਿੱਚ ਜਦੋਂ ਸੁਪਰ 30 ਨੇ ਆਪਣਾ ਸਫ਼ਰ ਸ਼ੁਰੂ ਕੀਤਾ ਤਾਂ 30 ਵਿੱਚੋਂ 18 ਵਿਦਿਆਰਥੀਆਂ ਨੇ JEE ਪਾਸ ਕੀਤੀ। ਅਗਲੇ ਹੀ ਸਾਲ ਵਿੱਚ ਗਿਣਤੀ ਵੱਧ ਕੇ 22 ਹੋ ਗਈ, 2005 ਵਿੱਚ 26 ਹੋ ਗਈ। ਇਸ ਲਈ ਰੁਝਾਨ ਨੂੰ ਜਾਰੀ ਰੱਖਦੇ ਹੋਏ 2006 ਅਤੇ 2007 ਵਿੱਚ 28 ਵਿਦਿਆਰਥੀਆਂ ਨੇ ਇਸ ਨੂੰ ਬਣਾਇਆ ਤੇ 2008 ਵਿੱਚ ਇੱਕ ਜਾਦੂਈ ਪਲ ਆਇਆ ਜਦੋਂ ਨਤੀਜਾ 30 ਵਿੱਚੋਂ 30 ਸ਼ਾਨਦਾਰ ਰਿਹਾ। ਸੁਪਰ 30 ਵਰਲਡ ਦੀ ਅੱਖ ਤੇ ਮਾਰਿਆ ਗਿਆ ਸੀ। ਆਨੰਦ ਅਤੇ ਉਹਨਾਂ ਦੀ ਟੀਮ ਲਈ ਇਹ ਇੱਕ ਸੁਪਨਾ ਸੀ। ਸੁਪਰ 30 ਨੇ 2009 ਵਿੱਚ ਇਸ ਨੂੰ ਦੁਬਾਰਾ ਕੀਤਾ। ਲਗਾਤਾਰ ਦੂਜੇ ਸਾਲ ਹੀ 30 ਵਿੱਚੋਂ 30 ਰਿਹਾ ਸੀ। ਆਨੰਦ ਦਾ ਇਹ ਕਹਿਣਾ ਹੈ ਕਿ ਇਸ ਗੱਲ ਦਾ ਜ਼ੋਰ ਪੁੱਛਗਿੱਛ ਤੇ ਵਿਕਾਸ ਤੇ ਹੋਵੇਗਾ। ਵਿਗਿਆਨ ਅਤੇ ਗਣਿਤ ਦੀ ਸਿੱਖਿਆ ਲਈ ਇਹ ਮਹੱਤਵਪੂਰਨ ਸੀ। ਫਿਰ 2010 ਦੇ ਵਿੱਚ 10 ਤੋਂ ਬਾਅਦ ਉਸ ਨੇ ਮੌਜੂਦਾ 30 ਵਿਦਿਆਰਥੀਆਂ ਤੋਂ 60 ਤੱਕ ਦਾ ਦਾਖਲਾ ਕਰਵਾਉਣ ਦਾ ਫੈਸਲਾ ਕੀਤਾ। ਦੂਜੇ ਰਾਜਾਂ ਦੇ ਗਰੀਬ ਵਿਦਿਆਰਥੀਆਂ ਨੂੰ ਇਸ ਪ੍ਰੋਗਰਾਮ ਦਾ ਹਿੱਸਾ ਬਣਨ ਦਾ ਮੌਕਾ ਦਿੱਤਾ। ਅੱਗੇ ਸੁਪਰ 30 ਦੀ ਉਤਪਤੀ ਦਾ ਉਸ ਮੁਸ਼ਕਿਲ ਨਾਲ ਬਹੁਤ ਸੰਬੰਧ ਸੀ ਜਿਸ ਦਾ ਸਾਹਮਣਾ ਆਨੰਦ ਨੂੰ ਉਦੋਂ ਕਰਨਾ ਪਿਆ ਜਦੋਂ ਉਹ ਵਿਦਿਆਰਥੀ ਸੀ। ਆਪਣੇ ਪਿਤਾ ਇੱਕ ਡਾਕ ਕਰਮਚਾਰੀ ਦੀ ਮੌਤ ਤੋਂ ਬਾਅਦ ਉਸ ਨੂੰ ਤਰਸ ਦੇ ਆਧਾਰ ਤੇ ਕਲਰਕ ਦੀ ਨੌਕਰੀ ਮਿਲੀ, ਪਰ ਉਸਨੇ ਇਸ ਤੋਂ ਇਨਕਾਰ ਕਰ ਦਿੱਤਾ। ਉਹ ਆਪਣੀ ਪੜ੍ਹਾਈ ਜਾਰੀ ਰੱਖਣਾ ਚਾਹੁੰਦਾ ਸੀ। ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਉਸਨੇ। ਬਾਅਦ ਵਿੱਚ ਆਪਣੀ ਉਸਦੀ ਮਾਂ ਨੇ ਕਈ ਪਾਪੜ ਵੇਲੇ, ਜਿਨ੍ਹਾਂ ਨੂੰ ਆਨੰਦ ਪਾਪੜ ਕਿਹਾ ਗਿਆ, ਅਤੇ ਹੋਰ ਘਰੇਲੂ ਉਤਪਾਦ ਜੋ ਆਨੰਦ ਨੇ ਘਰ ਵਿੱਚ ਵੇਚੇ। ਠੀਕ ਹੈ, ਜਿਵੇਂ ਦਿਨ ਘਰ ਦੇ ਵਿੱਚ ਵੇਚੇ। ਜਿਵੇਂ ਦਿਨ ਬੀਤਦੇ ਗਏ ਕੁਝ ਲੋਕ ਉਸ ਨੂੰ ਪਾਪੜ ਵਾਲਾ ਡਕਲਾ ਕਹਿਣ ਲੱਗ ਗਏ, ਪਰ ਆਨੰਦ ਲਈ ਇਹ ਸਿਰਫ ਇੱਕ ਲੰਘਣ ਵਾਲਾ ਪੜਾਅ ਸੀ। ਉਸਨੇ ਰੋਜੀ ਰੋਟੀ ਕਮਾਉਣ ਲਈ ਸਖਤ ਮਿਹਨਤ ਕੀਤੀ ਅਤੇ ਆਪਣੇ ਖਾਲੀ ਸਮੇਂ ਵਿੱਚ ਗਣਿਤ ਦੀ ਪੜ੍ਹਾਈ ਕੀਤੀ। ਸੰਘਰਸ਼ ਨੇ ਉਸ ਨੂੰ ਆਪਣੀ ਪਸੰਦ ਦੇ ਦੁੱਖਾਂ ਨੂੰ ਮਹਿਸੂਸ
ਕਰਨ ਦਾ ਮੌਕਾ ਦਿੱਤਾ। ਇਹ ਅੰਦਰੋਂ ਇੱਕ ਤਾਕੀਦ ਸੀ ਜਿਸ ਕਾਰਨ ਰਾਮਾਨੁਜਨ ਸਕੂਲ ਆਫ ਮੈਥਮੈਟਿਕਸ ਐਂਡ ਸੁਪਰ 30 ਦਾ ਜਨਮ ਹੋਇਆ ਸੀ। ਠੀਕ ਹੈ ਜੀ। ਅੱਗੇ ਅਸੀਂ ਗੱਲ ਕਰਦੇ ਹਾਂ ਇਸ ਦੇ MCQ ਦੀ ਕਿ ਇਸ ਦੇ ਵਿੱਚ ਕੀ ਪੁੱਛਿਆ ਗਿਆ ਹੈ। ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਆਨੰਦ ਕੁਮਾਰ ਦੁਆਰਾ ਕਿਸ ਰਾਜ ਦੇ ਵਿਦਿਆਰਥੀਆਂ ਦੀ ਚੋਣ ਕੀਤੀ ਗਈ ਸੀ। ਹਾਂਜੀ, ਕਿਹੜੇ ਰਾਜ ਦੇ ਵਿਦਿਆਰਥੀਆਂ ਦੀ ਚੋਣ ਕੀਤੀ ਸੀ ਆਨੰਦ ਕੁਮਾਰ ਨੇ? ਤਾਂ ਇਸ ਦਾ ਰਾਈਟ ਆਨਸਰ ਹੈ ਜੀ ਵਿਹਾਰ। ਵਿਹਾਰ ਦੇ ਵਿਦਿਆਰਥੀਆਂ ਦੀ ਚੋਣ ਕੀਤੀ ਸੀ ਆਨੰਦ ਕੁਮਾਰ ਨੇ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਅੱਗੇ ਆ ਪਿਛਲੇ 7 ਸਾਲਾਂ ਵਿੱਚ ਕਿੰਨੇ ਵਿਦਿਆਰਥੀਆਂ ਨੇ ਦੇਸ਼ ਦੇ ਵੱਖ-ਵੱਖ IIT ਵਿੱਚ ਥਾਂ ਬਣਾਈ ਸੀ? ਹਾਂਜੀ, ਪਿਛਲੇ 7 ਸਾਲਾਂ ਦੇ ਵਿੱਚ ਕਿੰਨੇ ਵਿਦਿਆਰਥੀ ਸੀ ਜਿਨ੍ਹਾਂ ਨੇ IIT ਦੇ ਵਿੱਚ ਥਾਂ ਬਣਾਈ ਸੀ? ਆਪਾਂ ਉੱਪਰ ਗੱਲ ਕਰ ਚੁੱਕੇ ਹਾਂ, 182 ਸੀਗੇ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਅੱਗੇ ਆ ਜੀ, ਹਾਂਜੀ, ਅਗਲੇ ਦੇ ਵਿੱਚ ਉਹਨਾਂ ਨੇ ਤੁਹਾਨੂੰ ਪੁੱਛਿਆ ਕਿ ਪਹਿਲੇ ਸਾਲ ਵਿੱਚ ਹੈਰਾਨੀਜਨਕ ਨਤੀਜਾ ਕੀ ਨਿਕਲਿਆ। ਹਾਂਜੀ, ਪਹਿਲੇ ਸਾਲ ਦੇ ਵਿੱਚ ਕਿਹੜਾ ਹੈਰਾਨੀਜਨਕ ਨਤੀਜਾ ਨਿਕਲਿਆ ਸੀਗਾ? ਤਾਂ ਇਹ ਨਿਕਲਿਆ ਸੀਗਾ ਜੀ ਸਖਤ ਸਿਖਲਾਈ। ਠੀਕ ਹੈ, ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਹੈ। ਅੱਗੇ ਅਗਲੇ ਦੇ ਵਿੱਚ ਉਹਨਾਂ ਨੇ ਪੁੱਛਿਆ ਵਾ ਕਿ ਇਸ ਦੇ ਵਿੱਚ ਤੁਸੀਂ ਫਿਰ ਤੋਂ ਤੁਹਾਨੂੰ ਸਮਾਨਾਰਥਕ ਸ਼ਬਦ ਪੁੱਛਿਆ ਵਾ ਜੀਨੇਸਿਸ ਦਾ, ਤੇ ਇਸ ਦਾ ਸਮਾਨਾਰਥਕ ਸ਼ਬਦ ਕਿਹੜਾ ਹੈ? ਇਸ ਦਾ ਹੈ ਜੀ ਬਿਗਨਿੰਗ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਠੀਕ ਹੈ, ਜਾਨੀ ਕਿ ਸ਼ੁਰੂਆਤ। ਅਗਲਾ ਪ੍ਰਸ਼ਨ ਹੈ ਜੀ, ਅਗਲੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਹਾਂਜੀ, ਅਗਲੇ ਦੇ ਵਿੱਚ ਉਹਨਾਂ ਨੇ ਪੁੱਛਿਆ ਕਿ ਆਨੰਦ ਨੇ ਕਲਰਕ ਦੀ ਨੌਕਰੀ ਚੁਣਨ ਦਾ ਫੈਸਲਾ ਕਿਉਂ ਕੀਤਾ ਸੀ? ਤਾਂ ਹਾਂਜੀ, ਅਗੇਂਸਟ ਜਾਨੀ ਕਿ ਉਹਦੇ ਵਿਰੋਧ ਕਿਉਂ ਸੀਗਾ? ਕਲਰਕ ਦੀ ਨੌਕਰੀ ਨਾ ਚੁਣਨ ਦੇ ਵਿਰੋਧ ਕਿਉਂ ਸੀਗਾ? ਤਾਂ ਇਸ ਦੇ ਵਿੱਚ ਰਾਈਟ ਆਨਸਰ ਹੈ ਜੀ ਕਿਉਂਕਿ ਉਹ ਚਾਹੁੰਦਾ ਸੀ ਕਿ ਉਹ ਆਪਣੀ ਪੜ੍ਹਾਈ ਜਾਰੀ ਰੱਖੇ। ਠੀਕ ਹੈ, ਤੇ ਇਹਦੇ ਵਿੱਚ ਕੀ ਮੀਨਿੰਗ ਬਣ ਰਿਹਾ? ਹੀ ਵਾਂਟਡ ਟੂ ਕੰਟੀਨਿਊ ਹਿਸ ਸਟੱਡੀਜ਼। ਤਾਂ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਅੱਗੇ ਜੀ ਤੁਹਾਡਾ ਪੰਜਾਬੀ ਦਾ ਸ਼ੁਰੂ ਹੋ ਚੁੱਕਿਆ। ਇਹਨਾਂ ਦੇ ਵਿੱਚੋਂ ਸ਼ੁੱਧ ਚੁਣਨਾ ਤੁਸੀਂ, ਜਾਨੀ ਕਿ ਕਿਹੜਾ ਵਰਡ ਆ, ਜਿਹੜਾ ਕਿਹੜਾ ਸ਼ਬਦ ਆ ਜਿਹੜਾ ਸਹੀ ਲਿਖਿਆ ਹੋਇਆ ਹੈ। ਤਾਂ ਦੇਖੋ ਪਤਾ ਲੱਗ ਰਿਹਾ ਕਿ ਉਸਨੇ ਮਾਲਿਕ ਪਾਉਣ ਦੀ ਕੋਸ਼ਿਸ਼ ਕੀਤੀ ਆ। ਤਾਂ ਮਾਲਿਕ ਕਿਵੇਂ ਪਊਗਾ? ਮਾਲਕ ਕਿਵੇਂ ਪਊਗਾ? ਆਪਸ਼ਨ ਡੀ ਰਾਈਟ ਆਨਸਰ ਹੈ, ਮਾਲਿਕ। ਠੀਕ ਹੈ, ਅਗਲਾ ਪ੍ਰਸ਼ਨ, ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ। ਇਹ ਅਖਾਣ ਹੁੰਦੀ ਹੈ ਨਾ ਕਿ ਜਦੋਂ ਆਪਾਂ ਕਿਸੇ ਦੀ ਕੋਈ ਰਾਏ ਲਈ ਨਾ ਹੋਵੇ, ਬਿਨਾ ਮਤਲਬ ਤੋਂ ਕੋਈ ਆਪਾਂ ਨੂੰ ਰਾਏ ਦਈ ਜਾਵੇ, ਤਾਂ ਆਪਾਂ ਕੀ ਕਹਿੰਦੇ ਆ ਕਿ ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ। ਇਹ ਅਖਾਣ ਨੂੰ ਅਸੀਂ ਪੂਰਾ ਕਰਨ ਦੇ ਲਈ ਇਸੇ ਤਰ੍ਹਾਂ ਬੋਲਦੇ ਆਮ ਯੂਜ਼ ਕਰਦੇ ਆ ਆਪਾਂ ਆਪਣੇ ਘਰਾਂ ਦੇ ਵਿੱਚ। ਆਪਸ਼ਨ ਡੀ ਇੱਥੇ ਰਾਈਟ ਆਨਸਰ ਹੈ। ਅੱਗੇ ਅਸੀਂ ਠੰਡੀਆਂ ਛਾਵਾਂ ਮੰਨਣਾ ਮੁਹਾਵਰੇ ਦਾ ਅਰਥ ਸਪਸ਼ਟ ਕਰੋ। ਹਾਂਜੀ, ਠੰਡੀਆਂ ਛਾਵਾਂ ਮੰਨਣਾ, ਇਸ ਦਾ ਅਰਥ ਕੀ ਆ? ਜਾਨੀ ਕਿ ਸੁੱਖ ਮਿਲਣਾ, ਸੁੱਖ ਮੰਨਣਾ। ਤਾਂ ਰਾਈਟ ਆਨਸਰ ਹੈ ਆਪਸ਼ਨ ਸੀ। ਠੀਕ ਹੈ, ਸੁੱਖ ਮਿਲਣਾ। ਅੱਗੇ ਜੋ ਆਪ ਨਾਲ ਬੀਤੀ ਹੋਵੇ। ਹਾਂਜੀ, ਬਹੁਤ ਸ਼ਬਦ ਦਿੱਤੇ ਆ ਤੁਹਾਨੂੰ, ਉਸ ਨੂੰ ਅਸੀਂ ਇੱਕ ਸ਼ਬਦ ਦੇ ਵਿੱਚ ਸੰਬੋਧਿਤ ਕਰਨਾ, ਮਤਲਬ ਇੱਕੋ ਸ਼ਬਦ ਦੇ ਵਿੱਚ ਉਸ ਦਾ ਮੀਨਿੰਗ ਦੱਸਣਾ। ਜੋ ਆਪ ਨਾਲ ਬੀਤੀ ਹੋਵੇ, ਇਸ ਲਈ ਅਸੀਂ ਵਰਤਦੇ ਹਾਂ ਹੱਡ ਬੀਤੀ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਅੱਗੇ ਅਸੀਂ ਇਸ ਦਾ ਤੁਸੀਂ ਪੰਜਾਬੀ ਦੇ ਵਿੱਚ ਅਨੁਵਾਦ ਕਰਨਾ, ਰਾਮ ਐਂਡ ਸ਼ਾਮ ਬੋਥ ਆਰ ਹੈਪੀ। ਵੀ ਮਤਲਬ ਰਾਮ ਅਤੇ ਸ਼ਾਮ ਦੋਵੇਂ ਖੁਸ਼ ਹਨ। ਇਸ ਦਾ ਇਹੀ ਬਣਦਾ ਨਾ। ਤਾਂ ਇਸ ਦਾ ਬਣ ਰਿਹਾ ਹੈ ਜੀ ਆਪਸ਼ਨ ਨੰਬਰ ਬੀ। ਠੀਕ ਹੈ, ਨੈਕਸਟ ਤੁਹਾਨੂੰ ਫਿਰ ਤੋਂ ਕਾਫੀ ਹੀ ਜ਼ਿਆਦਾ ਹੈਲਪਫੁਲ ਪੈਰਾ ਦਿੱਤਾ ਹੋਇਆ ਹੈ, ਜਿਹੜਾ ਕਿ ਨੌਲੇਜ ਦੇ ਵਿੱਚ ਵੀ ਇੰਕਰੀਮੈਂਟ ਹੋਵੇਗਾ, ਜਿਹੜਾ ਸਿੱਖ ਧਰਮ ਦੇ ਨਾਲ ਸੰਬੰਧਿਤ ਆ। ਸਾਨੂੰ ਕਾਫੀ ਕੁਝ ਪਤਾ ਚੱਲੇਗਾ। ਸਿੱਖ ਧਰਮ ਦੀ ਕੀਰਤਨ ਪਰੰਪਰਾ ਵਿੱਚ ਭਾਈ ਸੱਤਾ ਤੇ ਬਲਵੰਤ, ਕਾਫੀ MCQ GK ਦੇ ਵਿੱਚ ਵੀ ਆਉਂਦੇ ਇਹਨਾਂ ਦੀ ਜੋੜੀ ਦਾ ਵਿਸ਼ੇਸ਼ ਸਥਾਨ ਆ। ਕਾਵ ਤੇ ਸੰਗੀਤ ਦੇ ਮਾਹਿਰ ਇਹਨਾਂ ਰਬਾਬੀਆਂ ਦੀ ਜੁਗਲ ਗਾਇਕੀ ਗੁਰਚਰਨਾਂ ਵਿੱਚ ਪ੍ਰਵਾਨ ਚੜੀ। ਇਹਨਾਂ ਦੁਆਰਾ ਰਚਿਤ ਰਾਮਕਾਲੀ ਦੀ ਵਾਰ, ਟਿੱਕੇ ਦੀ ਵਾਰ ਦਾ ਗੁਰੂ ਰੂਪ ਸ਼੍ਰੀ ਗੁਰੂ ਸਾਹਿਬ ਜੀ ਦੇ ਵਿੱਚ ਦਰਜ ਵੀ ਆ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਤਾਂ ਇਹ ਜਿਹੜਾ ਇਹਨਾਂ ਦੀ ਆਪਣੇ ਫਨ ਵਿੱਚ ਮੁਹਾਰਤ ਅਤੇ ਗੁਰੂ ਘਰ ਵਿੱਚ ਉਹਨਾਂ ਦਾ ਉੱਚ ਸਥਾਨ ਦਾ ਪ੍ਰਤੱਖ ਪ੍ਰਮਾਣ ਆ। ਇਸ ਵਾਰ ਦਾ ਗਾਇਨ ਇਹਨਾਂ ਰਵਾਬੀਆਂ ਨੇ ਗੁਰਿਆਈ ਦੇ ਤਿਲਕ ਸਮੇਂ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਕੀਤਾ। ਗੁਰਿਆਈ ਦੀ ਤਿਲਕ ਜਾਨੀ ਕਿ ਗੁਰਗੱਦੀ ਦੇ ਵਿੱਚ ਤਿਲਕ ਦੀ ਰਸਮ ਕਰਦੇ ਸੀਗੇ। ਪਹਿਲੇ 6 ਗੁਰੂਆਂ ਦੀ ਕੀਤੀ ਆ ਬਾਬਾ ਬੁੱਢਾ ਜੀ ਨੇ। ਠੀਕ ਹੈ, ਤਾਂ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਇਹਨਾਂ ਨੇ ਕੀਤਾ ਸੀ। ਗੁਰੂ ਜੋਤ ਦੀ ਏਕਤਾ ਅਤੇ ਗੁਰੂ ਦਾ ਵੱਖ-ਵੱਖ ਰੂਪਾਂ ਵਿੱਚ ਪਲਟਣ ਵਰਗੀ ਅਧਿਆਤਮਕ ਰਮਜ਼ ਨੂੰ ਇਸ ਵਾਰ ਵਿੱਚ ਪ੍ਰਸਤੁਤ ਕੀਤਾ ਗਿਆ। ਗੁਰੂ ਅਰਜਨ ਦੇਵ ਜੀ ਨਾਲ ਰੁੱਸਣਾ ਇਹਨਾਂ ਦੇ ਹੁਨਰ ਦਾ ਮਾਣ ਸੀ ਅਤੇ ਬਖਸ਼ਿੰਦ ਗੁਰੂ ਦੁਆਰਾ ਮਨਾਈ ਵੀ ਆਸ ਵੀ ਸੀਗੀ।
ਇਹਨਾਂ ਦੇ ਰੁੱਸ ਜਾਣ ਤੋਂ ਗੁਰੂ ਅਰਜਨ ਦੇਵ ਜੀ ਨੇ ਸਮੂਹ ਸਿੱਖ ਸੰਗਤਾਂ ਨੂੰ ਰਲ ਕੇ ਕੀਰਤਨ ਕਰਨ ਦੀ ਜਾਂਚ ਪ੍ਰਸ਼ਾਦ ਰੂਪ ਵਿੱਚ ਦਿੱਤੀ। ਇਹਨਾਂ ਦੇ ਮੁੜ ਆਉਣ ਨਾਲ ਸਰਦਾ ਤੇ ਹੁਨਰ ਸਿੱਖ ਸੰਗੀਤ ਦੀ ਕੀਰਤਨ ਪਰੰਪਰਾ ਵਿੱਚ ਹੋਰ ਵੀ ਪ੍ਰਤੱਖ ਰੂਪ ਵਿੱਚ ਪ੍ਰਗਟ ਹੋਏ। ਅੱਗੇ ਅਸੀਂ ਪੜ੍ਹਦੇ ਹਾਂ ਕਿ ਇਸ ਦੇ ਵਿੱਚੋਂ ਇਸ ਪੈਰੇ ਦਾ ਜਿਹੜਾ ਢੁਕਵਾਂ ਸਿਰਲੇਖ ਆ ਉਹ ਕੀ ਬਣਦਾ ਹੈ। ਹਾਂਜੀ, ਇਸ ਪੈਰੇ ਦਾ ਜਿਹੜਾ ਢੁਕਵਾਂ ਸਿਰਲੇਖ ਆ ਉਹ ਕੀ ਬਣਦਾ ਹੈ। ਦੇਖੋ, ਰਵਾਬ ਦੀ ਤਾਂ ਬਹੁਤ ਘੱਟ ਗੱਲ ਹੋਈ ਆ, ਗੁਰੂ ਘਰ ਦੇ ਸੇਵਕ ਦੀ ਘੱਟ ਗੱਲ ਹੋਈ ਆ, ਪਰ ਜੇ ਅਸੀਂ ਦੇਖੀਏ ਇੱਥੇ ਭਾਈ ਸੱਤਾ ਤੇ ਬਲਵੰਤ ਜੀ ਦੀ ਵੱਧ ਗੱਲ ਹੋਈ ਆ, ਉਹਨਾਂ ਬਾਰੇ ਵੱਧ ਗੱਲ ਹੋਈ ਆ, ਤਾਂ ਆਪਸ਼ਨ ਸੀ ਰਾਈਟ ਆਨਸਰ ਬਣੂਗਾ ਕਿ ਇਸ ਦਾ ਢੁਕਵਾਂ ਸਿਰਲੇਖ ਬਣਦਾ ਭਾਈ ਸੱਤਾ ਤੇ ਬਲਵੰਤ ਜੀ। ਠੀਕ ਹੈ, ਅੱਗੇ ਆ ਸੱਤਾ ਤੇ ਬਲਵੰਤ ਦੀ ਗਾਇਕੀ ਦਾ ਰੂਪ ਕੀ ਸੀ। ਹਾਂਜੀ, ਸੱਤਾ ਤੇ ਬਲਵੰਤ ਇਸ ਦੀ ਜਿਹੜੀ ਗਾਇਕੀ ਦਾ ਰੂਪ ਸੀ ਉਹ ਸੀ, ਆਪਾਂ ਉੱਪਰ ਪੜ੍ਹੇ ਆ, ਜੁਗਲੀ ਗਾਇਕੀ ਸੀ ਇਹਨਾਂ ਦੀ, ਜੁਗਲੀ ਗਾਇਕੀ ਦੇ ਲਈ ਮਸ਼ਹੂਰ ਸੀ ਇਹ। ਆਪਸ਼ਨ ਡੀ ਇਸ ਦਾ ਰਾਈਟ ਆਨਸਰ ਹੈ। ਅੱਗੇ ਆ ਜੀ, ਗੁਰੂ ਗ੍ਰੰਥ ਸਾਹਿਬ ਵਿੱਚ ਸੱਤਾ ਤੇ ਬਲਵੰਤ ਦੀ ਰਚਿਤ ਕਿਹੜੀ ਰਚਨਾ ਹੈ। ਹਾਂਜੀ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਆ ਇੱਕ ਇਹਨਾਂ ਦੀ ਰਚਨਾ, ਉਹ ਵੀ ਆਪਾਂ ਉੱਪਰ ਪੜ੍ਹੀ ਆ ਲਾਈਨ, ਕਿਹੜੀ ਰਚਨਾ ਦਰਜ ਆ ਇਹਨਾਂ ਦੁਆਰਾ ਰਚਿਤ, ਰਾਮ ਕਲੀ ਦੀ ਵਾਰ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਹੁਣ ਦੇਖੋ, ਜਦੋਂ ਵੀ ਤੁਸੀਂ ਪੇਪਰ ਅਟੈਂਪਟ ਕਰਨਾ ਤਾਂ ਸਭ ਤੋਂ ਪਹਿਲਾਂ ਅਸੀਂ ਪੰਜਾਬ ਦੇ ਸਟੂਡੈਂਟ ਅਸੀਂ ਪੰਜਾਬੀ ਅਟੈਂਪਟ ਕਰਾਂਗੇ। ਇਸ ਦੇ ਨਾਲ ਕੀ ਹੈ ਕਿ ਸਾਡੇ ਵਿੱਚ ਇੱਕ ਤਾਂ ਕੌਨਫੀਡੈਂਸ ਬਣੂਗਾ। ਠੀਕ ਹੈ, ਕਿ ਸਾਨੂੰ ਮਤਲਬ ਜੋ ਪੋਰਸ਼ਨ ਤੁਹਾਨੂੰ ਈਜ਼ੀ ਲੱਗਦਾ ਨਾ, ਕਈ ਸਟੂਡੈਂਟਸ ਨੂੰ ਚਲੋ ਇੰਗਲਿਸ਼ ਵੀ ਈਜ਼ੀ ਲੱਗਦੀ ਹੋਊਗੀ, ਤਾਂ ਤੁਸੀਂ ਇੰਗਲਿਸ਼ ਅਟੈਂਪਟ ਕਰਨਾ, ਜੋ ਤੁਹਾਨੂੰ ਪੋਰਸ਼ਨ ਪਹਿਲਾਂ ਈਜ਼ੀ ਲੱਗਦਾ ਤੁਸੀਂ ਉਸ ਨੂੰ ਅਟੈਂਪਟ ਕਰੋਗੇ ਤਾਂ ਜੋ ਤੁਹਾਡਾ ਕੌਨਫੀਡੈਂਸ ਵਧੇ। ਠੀਕ ਹੈ, ਤਾਂ ਆਪਸ਼ਨ ਬੀ ਇੱਥੇ ਰਾਈਟ ਆਨਸਰ ਹੈ। ਅਸੀਂ ਪੰਜਾਬੀ ਦਾ ਪਹਿਲਾਂ ਸ਼ੁਰੂ ਕਰਾਂਗੇ, ਜਿਹੜੇ ਸਟੂਡੈਂਟਸ ਨੂੰ ਪੰਜਾਬੀ ਵਧੀਆ ਲੱਗਦੀ ਆ। ਤਾਂ ਅੱਗੇ ਦੇਖੋ, ਸੱਤਾ ਬਲਵੰਤ ਰਚਿਤ ਵਾਰ ਦਾ ਮੁੱਖ ਵਿਸ਼ਾ ਕੀ ਸੀ। ਹਾਂਜੀ, ਸੱਤਾ ਬਲਵੰਤ ਰਚਿਤ ਵਾਰ ਦਾ ਜਿਹੜਾ ਮੁੱਖ ਵਿਸ਼ਾ ਸੀ ਉਹ ਸੀ ਗੁਰੂ ਜੋਤ ਦੀ ਏਕਤਾ। ਗੁਰੂ ਜੋਤ ਦੀ ਏਕਤਾ, ਸੱਤਾ ਬਲਵੰਤ ਬਲਵੰਡ, ਹਾਂਜੀ ਸੱਤਾ ਇੱਥੇ ਬਲਵੰਡ ਆ, ਮੈਂ ਬਾਰ-ਬਾਰ ਬਲਵੰਤ ਬੋਲ ਦਿੱਤਾ। ਸੱਤਾ ਬਲਵੰਡ ਰਚਿਤ ਵਾਰ ਦਾ ਮੁੱਖ ਵਿਸ਼ਾ ਕੀ ਸੀਗਾ, ਤਾਂ ਇਹ ਸੀਗਾ ਜੀ ਗੁਰੂ ਜੋਤ ਕੀ ਏਕਤਾ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਅੱਗੇ ਆ, ਗੁਰੂ ਘਰ ਵਿੱਚ ਸੱਤਾ ਤੇ ਬਲਵੰਡ ਦਾ ਕੀ ਦਰਜਾ ਸੀ। ਹਾਂਜੀ, ਸੱਤਾ ਤੇ ਬਲਵੰਡ ਦਾ ਕੀ ਦਰਜਾ ਸੀ ਗੁਰੂ ਘਰ ਦੇ ਵਿੱਚ, ਕੀ ਸੀਗਾ, ਸ਼ਰਧਾ ਤੇ ਹੁਨਰ ਵਾਲਾ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਅੱਗੇ ਆ ਜੀ, ਹਾਂਜੀ ਨੈਕਸਟ ਕੀ ਆ ਕਿ ਤੁਹਾਨੂੰ ਡਿਜੀਟਲ ਸਾਖਰਤਾ ਤੇ ਜਾਗਰੂਕਤਾ ਟੌਪਿਕ ਦੇ ਵਿੱਚੋਂ MCQ ਆ ਜਿਹੜੇ 5 ਨੰਬਰ ਦੇ ਆ। ਠੀਕ ਹੈ, ਇਹਨਾਂ ਵਿੱਚੋਂ ਕਿਹੜਾ ਸੁਮੇਲ ਨਹੀਂ ਹੈ। ਹਾਂਜੀ, ਕਿਹੜਾ ਸੁਮੇਲ ਨਹੀਂ ਹੈ। ਬੈਂਚ ਆਪਰੇਟਿੰਗ ਸਿਸਟਮ ਦੂਜੀ ਪੀੜ੍ਹੀ, ਬੈਚ ਆਪਰੇਟਿੰਗ ਸਿਸਟਮ ਦੂਜੀ ਪੀੜ੍ਹੀ। ਅੱਗੇ ਟਾਈਮ ਸਾਂਝਾ ਕਰਨ ਵਾਲਾ ਆਪਰੇਟਿੰਗ ਸਿਸਟਮ ਤੀਜੀ ਪੀੜ੍ਹੀ, ਯਾਨੀ ਕਿ 3rd ਜਨਰੇਸ਼ਨ ਕੰਪਿਊਟਰ ਦੀਆਂ, ਜਿਵੇਂ ਤੁਹਾਨੂੰ ਪਤਾ 5 ਜਨਰੇਸ਼ਨਸ ਮੇਨ ਆ। ਠੀਕ ਹੈ, ਤਾਂ ਇਹਨਾਂ ਦੇ ਵਿੱਚੋਂ ਕਿਹੜੇ ਸਹੀ ਆ ਜਾਂ ਸੁਮੇਲ ਨਹੀਂ ਹੈ, ਇਹਨਾਂ ਵਿੱਚੋਂ ਕਿਸ ਦਾ ਸੁਮੇਲ ਨਹੀਂ ਹੈ। ਤਾਂ ਹਾਂਜੀ, ਇਸ ਦੇ ਵਿੱਚੋਂ ਜੇਕਰ ਅਸੀਂ ਗੱਲ ਕਰੀਏ ਸੁਮੇਲ ਦੀ, ਤਾਂ ਇਸ ਦੇ ਵਿੱਚੋਂ ਸੁਮੇਲ ਨਹੀਂ ਗਾ, ਨਾ ਤਾਂ ਪਹਿਲਾ ਵਾ ਤੇ ਨਾ ਹੀ ਦੂਜਾ ਸਹੀ ਆ। ਠੀਕ ਹੈ, ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਇਹਨਾਂ ਵਿੱਚੋਂ ਕਿਹੜਾ ਸੁਮੇਲ ਨਹੀਂ ਹੈ, ਨਾ ਤਾਂ 1 ਦਾ ਹੀ ਆ ਤੇ ਨਾ ਤਾਂ 2 ਦਾ ਹੀ ਆ। ਅੱਗੇ ਆ, ਸਪੀਚ ਪਛਾਣ ਡਿਵਾਈਸ ਕਿਸ ਤਰ੍ਹਾਂ ਦਾ ਇਨਪੁਟ ਲੈਂਦਾ ਹੈ। ਹਾਂਜੀ, ਸਪੀਚ ਪਛਾਣ ਡਿਵਾਈਸ ਆ ਜਿਹੜਾ ਇਹ ਕਿਸ ਤਰ੍ਹਾਂ ਦੀ ਇਨਪੁਟ ਲੈਂਦਾ ਹੈ, ਤਾਂ ਇਹ ਲੈਂਦਾ ਹੈ ਜੀ ਆਡੀਓ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ, ਸਪੀਚ ਆਡੀਓ, ਯਾਦ ਰੱਖਿਓ। ਅੱਗੇ MS ਵਰਡ 2019 ਵਿੱਚ ਸਰਚ ਵਿੱਚ ਵਾਇਲਡ ਕਾਰਡ ਦੀ ਵਰਤੋਂ ਕੀਤੀ ਗਈ ਹੈ। ਠੀਕ ਹੈ, MS ਵਰਡ 2019 ਦੇ ਵਿੱਚ ਸਰਚ ਦੇ ਵਿੱਚ ਵਰਲਡ ਕਾਰਡ ਦੀ ਵਰਤੋਂ ਕਰਦੇ ਸਮੇਂ ਤੁਹਾਨੂੰ ਕਿੰਨੇ ਅੱਖਰਾਂ ਦੀ ਵਰਤੋਂ ਕਰਨ ਦਿੰਦਾ ਹੈ। ਤਾਂ ਰਾਈਟ ਆਨਸਰ ਹੈ ਜੀ MS ਵਰਡ 2019 ਦੀ ਗੱਲ ਹੋ ਰਹੀ ਆ, ਇੱਕ, ਸਿਰਫ ਅਸੀਂ ਇੱਕ ਅੱਖਰ ਦੀ ਵਰਤੋਂ ਕਰ ਸਕਦੇ ਹਾਂ। ਅਗਲਾ ਪ੍ਰਸ਼ਨ ਹੈ, MS PowerPoint 2019 ਵਿੱਚ ਨਵੀਂ ਪ੍ਰੈਜੈਂਟੇਸ਼ਨ ਤਿਆਰ ਕਰਨ ਲਈ ਕਿਹੜੀ ਸ਼ਾਰਟਕਟ ਦੀ ਜਿਹੜੀ ਕੁੰਜੀ ਆ ਜਾਂ ਕੀ ਵਰਤੀ ਜਾਂਦੀ ਆ। ਤਾਂ ਇਸ ਦੇ ਵਿੱਚ ਸ਼ਾਰਟਕਟ ਕੀ ਵਰਤੀ ਜਾਂਦੀ ਆ, Ctrl+N। ਆਪਸ਼ਨ ਏ ਇਜ਼ ਦਾ ਰਾਈਟ ਆਨਸਰ ਹੈ। ਨੈਕਸਟ ਹੈ ਜੀ, ਨੈਟਸਕੇਪ ਨੈਵੀਗੇਟਰ ਇੱਕ ਡੈਸ਼ ਹੈ। ਹਾਂਜੀ, ਨੈਟਸਕੇਪ ਨੈਵੀਗੇਟਰ ਆ ਜਿਹੜਾ, ਤਾਂ ਉਹ ਹੈ ਜੀ ਬਰਾਊਜ਼ਰ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਹਾਂਜੀ, ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ। ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ। ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ। ਧੰਨਵਾਦ ਜੀ, ਥੈਂਕਸ ਫॉर ਵਾਚਿੰਗ।